ਕੀ 1997 ਤੋਂ ਲੈ ਕੇ 2022 ਤੱਕ ਕਦੇ ਕੋਈ ਇੱਕ ਸਾਲ ਇਦਾਂ ਦਾ ਹੋਇਆ ਕਿ ਸਾਡਾ ਆਮਦਨ ਸਾਡੀ ਵਧੀ ਹੋਵੇ ਤੇ ਖਰਚ ਘੱਟ ਹੋਵੇ, ਸਾਨੂੰ 4 ਪੈਸੇ ਬਚੇ ਹੋਣ? ਕਿ ਇਲੈਕਸ਼ਨ ਈਅਰ 'ਚ ਤੁਹਾਨੂੰ ਇੱਕ ਪੈਟਰਨ ਵੇਖਣ ਨੂੰ ਮਿਲੇਗਾ। ਠੀਕ ਹੈ ਜੀ। ਕਿ ਮਾਲੀ ਆਮਦਨ ਘਟ ਗਈ ਹੈ ਜੀ ਤੇ ਖਰਚਾ ਦੁੱਗਣਾ ਹੋ ਗਿਆ ਪਿਛਲੇ ਸਾਲ ਨਾਲ। ਸਾਡੇ ਮੁਲਕ ਦੇ ਵਿੱਚ ਲੋਕ ਦੋ ਹੀ ਤਰ੍ਹਾਂ ਨਾਲ ਖੁਸ਼ ਹੁੰਦੇ ਆ ਜੀ। ਜਾਂ ਤਾਂ ਉਹਨਾਂ ਤੋਂ ਕੋਈ ਟੈਕਸ ਦਾ ਬੋਝ ਘੱਟ ਕਰ ਦਿਓ, ਹਲਕਾ ਕਰ ਦਿਓ ਇੱਕ ਤਰੀਕਾ, ਜਾਂ ਉਹਨਾਂ ਨੂੰ ਕੋਈ ਛੋਟਾਂ ਦੇ ਦਿਓ। ਠੀਕ ਹੈ, ਇਹਦਾ ਮਤਲਬ ਜਿੰਨਾ ਕਰਜ਼ਾ ਚੁੱਕਿਆ ਉਹ 'ਚੋਂ 15,000 ਤਾਂ ਅਸੀਂ ਮਾਲੀ ਤੇ ਖਰਚ ਕਰਤਾ। ਇਹਦਾ ਮਤਲਬ ਇਨਵੈਸਟਮੈਂਟ ਕਿੰਨੀ ਕੀਤੀ? ਸਿਰਫ 2,000 ਕਰੋੜ। ਕਿ ਕੀ ਆਪਾਂ ਮੰਨ ਕੇ ਚੱਲੀਏ ਕਿ ਇਹ ਗੱਲ ਸੱਚ ਹੈ ਕਿ ਜੇ ਚੋਣਾਂ ਨੇੜੇ ਆਉਂਦੇ ਦੇਖ ਕੇ ਸਰਕਾਰਾਂ ਫੈਸਲੇ ਨਾ ਲੈਂਦੀਆਂ ਤਾਂ ਸ਼ਾਇਦ ਘਾਟਾ ਇਹਨਾਂ ਨਾ ਹੁੰਦਾ? ਬਿਲਕੁਲ ਸਹੀ ਗੱਲ ਹੈ ਜੀ। ਜੇ ਇਹ ਘਾਟਾ ਘੱਟ ਹੁੰਦਾ ਹਸਪਤਾਲਾਂ 'ਚ ਡਾਕਟਰ ਹੁੰਦੇ ਸ਼ਾਇਦ? ਬਿਲਕੁਲ ਜੀ, ਕਿਉਂ ਨਹੀਂ ਹੁੰਦੇ ਜੀ। ਜੇ ਇਹ ਘਾਟਾ ਘੱਟ ਹੁੰਦਾ ਸ਼ਾਇਦ ਸਟੇਡੀਅਮ ਤੇ ਕੋਚ ਹੁੰਦੇ। ਬਿਲਕੁਲ। ਇੱਕੋ ਵਾਰੀ ਆਮਦਨ ਜਿਹੜੀ ਘਟੀ ਆ ਤੇ ਉਹ ਫਿਰ ਇਲੈਕਸ਼ਨ ਦੇ ਲਾਗੇ ਆ ਕੇ ਘਟੀ ਆ, ਜਿਹੜੀ ਆਮਦਨ ਦੇ ਵਿੱਚ ਵਾਧਾ ਦਰਿਆ ਕਿ ਉਦੋਂ ਫਿਰ ਲੱਗਦਾ ਹੁੰਦਾ ਕਿ ਭਾਈ ਹੁਣ ਕਿਸੇ ਨਾ ਕਿਸੇ ਤਰੀਕੇ ਗੱਦੀ ਜਿਹੜੀ ਉਹ ਦੁਬਾਰਾ ਹੋਣੀ ਚਾਹੀਦੀ। ਇਹਨਾਂ ਦਾ ਨਹੀਂ, ਸਾਰਿਆਂ ਦਾ ਹੀ ਟ੍ਰੈਂਡ ਇਹੀ ਹਰ ਜਗ੍ਹਾ ਦੇਖਣ ਨੂੰ ਮਿਲੇਗਾ ਜੀ। ਤੇ ਉਹਦਾ ਨੁਕਸਾਨ ਪੰਜਾਬ ਨੂੰ, ਉਹ ਤਾਂ ਆਬਵੀਅਸ ਹੈ ਜੀ। ਇਹ ਗੱਲ ਬਿਲਕੁਲ ਹੁਣ ਤੱਕ ਕਲੀਅਰ ਹੋਈ ਆ ਕਿ ਪੰਜਾਬ ਦੇ ਸਿਰ ਚੜੇ ਕਰਜ਼ੇ ਦਾ ਜਾਂ ਸਾਡੇ ਵਿੱਤੀ ਘਾਟੇ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਚੋਣਾਂ ਵਾਲੇ ਸਾਲ ਦੇ ਵਿੱਚ ਆ ਕੇ ਫਿਰ ਛੱਟੇ ਦਿੰਨੇ ਆ ਅਸੀਂ, ਸਰਕਾਰ ਜਿਹਦੀ ਮਰਜ਼ੀ ਹੋਵੇ। ਡਿਵੈਲਪਮੈਂਟਲ ਇਕਨੋਮਿਕਸ ਇਹੀ ਕਹਿੰਦੀ ਹੈ ਕਿ ਜੇ ਕਰਜ਼ਾ ਤੁਸੀਂ ਲੈਣਾ ਆ ਤਾਂ ਉਹ ਕਰਜ਼ਾ ਜਿਹੜਾ ਪੂੰਜੀਗਤ ਖਰਚੇ ਦੇ ਵਿੱਚ ਉਹਨੂੰ ਖਰਚ ਕਰੋ ਤਾਂ ਉਹਦਾ ਤਾਂ ਫਾਇਦਾ ਹੈ ਜੀ। ਔਰ ਜੇ ਤੁਸੀਂ ਉਹਨੂੰ ਮਾਲੀ ਖਰਚ ਦੇ ਅਗੇਂਸਟ ਖਰਚ ਕਰ ਦਿੰਦੇ ਜੇ ਤਾਂ ਉਹਦਾ ਫਿਰ ਸਿੱਟਾ ਮਾੜਾ ਨਿਕਲੂ, ਜਿਹੜਾ ਕਿ ਅਸੀਂ ਦੇਖ ਰਹੇ ਹਾਂ ਪੰਜਾਬ 'ਚ। ਜੇ ਆਪਾਂ ਨੂੰ ਕਰਜ਼ਾ ਵੀ ਲੈਣਾ ਪੈਂਦਾ ਤੇ ਉਹਨੂੰ ਉਸ ਕੰਮ ਦੇ ਵਿੱਚ ਵਰਤੀਏ ਜਿੱਥੋਂ 4 ਪੈਸੇ ਹੋਰ ਜੁੜਨ, ਆਪਾਂ ਪਿਛਲਾ ਕਰਜ਼ਾ ਲਾ ਸਕੀਏ। ਪਰ ਸਾਡੀ ਤਰਾਸਦੀ ਇਹ ਰਹੀ ਹੈ ਕਿ ਜਦੋਂ ਚੋਣਾਂ ਲੋਕ ਸਭਾ ਦੀਆਂ ਨੇੜੇ ਆਈਆਂ, ਆਪਾਂ ਥੋੜੀ ਜਿਹੀ ਆਮਦਨ ਘਟਾ ਲਈ ਕਿ ਲੋਕ ਖੁਸ਼ ਹੋ ਜਾਣ, ਆਪਾਂ ਥੋੜਾ ਜਿਹਾ ਲੋਕਾਂ ਨੂੰ ਰਿਆਇਤਾਂ ਦਿੱਤੀਆਂ ਕਿ ਵੋਟਾਂ ਪੈ ਜਾਣ, ਤੇ ਉਹਦਾ ਸਿੱਟਾ ਕੀ ਨਿਕਲਿਆ ਕਿ ਘਾਟੇ ਵਧੀ ਗਏ, ਕਰਜ਼ੇ ਅਗਲੇ ਸਾਲਾਂ 'ਚ ਹੋਰ ਲੈਣੇ ਪਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਇਸੇ ਤਰ੍ਹਾਂ ਪ੍ਰਾਈਮ ਟਾਈਮ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ ਕਿ ਪੰਜਾਬ ਦੇ ਸਿਰ ਕਰਜ਼ਾ ਕਦੋਂ ਚੜ੍ਹਿਆ। ਤੁਸੀਂ ਪ੍ਰੋਗਰਾਮ ਪਸੰਦ ਕੀਤਾ ਕਿਉਂਕਿ ਪਹਿਲਾਂ ਇੱਕ ਬਹੁਤ ਵੱਡਾ ਰੌਲਾ ਰੱਪਾ ਸੀ ਕਿ ਪੰਜਾਬ ਦੇ ਵਿੱਚ ਇੱਕ 15-20 ਸਾਲ ਦਾ ਜਿਹੜਾ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਫੌਜ ਲੱਗੀ ਸੀ ਕਿ ਸ਼ਾਇਦ ਉਦੋਂ ਦੇ ਖਰਚਿਆਂ ਕਰਕੇ ਪੰਜਾਬ ਕਰਜ਼ੇ ਵਾਲਾ ਸੂਬਾ ਬਣ ਗਿਆ। ਪਰ ਉਹਦੇ ਤੋਂ ਬਾਅਦ ਆਪਾਂ ਫਿਰ ਇੱਕ ਇੱਕ ਕਰਕੇ 1997 ਤੋਂ 2002, 2002 ਤੋਂ 7 ਵਾਲੀ ਸਰਕਾਰ, 7 ਤੋਂ 12 ਵਾਲੀ ਸਰਕਾਰ, 12 ਤੋਂ 17 ਤੇ 17 ਤੋਂ 22 ਵਾਲੀ ਸਰਕਾਰ, ਹੁਣ ਵਾਲੀ ਤਾਂ ਚਲੋ ਨਵੀਂ ਆ ਜੀ, ਕਿ ਹਰ ਸਰਕਾਰ ਦੇ ਵੇਲੇ ਕਿੰਨਾ ਕੁ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਗਿਆ, ਕਰਜ਼ਾ ਕਿੰਨਾ ਵੱਧ ਗਿਆ, ਉਹਦੇ ਪਿੱਛੇ ਕੀ ਕਾਰਨ ਰਹੇ, ਕੱਲੀ ਕੱਲੀ ਚੀਜ਼ ਆਪਾਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਤੁਸੀਂ ਉਹਦੇ ਵਿੱਚ ਸਾਥ ਦਿੱਤਾ। ਕਿਉਂਕਿ ਪਤਾ ਹੋਣਾ ਚਾਹੀਦਾ, ਜਦੋਂ ਆਪਾਂ ਕਹਿੰਦੇ ਨੇ ਕਿ ਪੰਜਾਬ ਸੂਬਾ ਬਾਬਾ ਰੱਬਾ ਇਹ ਪੈਰਾਂ ਸਿਰ ਹੋਵੇ, ਇੱਥੇ ਨਿਆਣਿਆਂ ਨੌਕਰੀਆਂ ਮਿਲਣ, ਇੱਥੇ ਸਾਨੂੰ ਸੋਸ਼ਲ ਸਿਕਿਉਰਿਟੀ ਸਿਸਟਮ ਮਜ਼ਬੂਤ ਮਿਲੇ, ਉਹ ਜਦੋਂ ਆਪਾਂ ਅਰਦਾਸ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਬਾਬੇ ਅੱਗੇ ਕਰਤੀ, ਫਿਰ ਸਾਨੂੰ ਪਤਾ ਹੋਣਾ ਚਾਹੀਦਾ, ਜਾਣ ਪਹਿਚਾਣ ਹੋਣੀ ਚਾਹੀਦੀ ਆ ਕਿ ਆਖਰਕਾਰ ਕਹਾਣੀ ਕੀ ਰਹੀ। ਹੁਣ ਕਰਜ਼ਾ ਕਿਉਂ ਚੜ੍ਹਿਆ? ਜੇ ਕੋਈ ਵਿਸ਼ੇਸ਼ ਕਾਰਨ ਨਹੀਂ, ਜੇ ਕੋਈ ਭੁਚਾਲ ਨਹੀਂ ਆਇਆ, ਜੇ ਕੋਈ ਹੜ੍ਹ ਨਹੀਂ ਆਇਆ, ਜੇ ਕੋਈ ਕੁਦਰਤੀ ਆਫਤ ਨਹੀਂ ਆਈ, ਸਾਨੂੰ ਹੋਰ ਕੋਈ ਰੁਪਈਏ ਧੇਲੇ ਕਿਸੇ ਪਾਸੇ ਪੰਡ ਬੰਨ੍ਹ ਕੇ ਨਹੀਂ ਦੇਣੇ ਪਏ, ਤਾਂ ਇਹਦਾ ਮਤਲਬ ਹੈ ਕਿ ਸਰਕਾਰਾਂ ਦੇ ਆਮਦਨ ਤੇ ਖਰਚ ਦੇ ਵਿੱਚ ਕੋਈ ਹਿਸਾਬ ਕਿਤਾਬ ਹੋਊ। ਤੇ ਅੱਜ ਆਪਾਂ ਉਹ ਸਾਰੀ ਚੀਜ਼ ਨੂੰ ਸਮਝਣਾ ਕਿ ਕਿਹੜੀ ਸਰਕਾਰ ਦੇ ਵੇਲੇ ਆਮਦਨ ਕਿੰਨੀ ਸੀ ਤੇ ਖਰਚ ਕਿੰਨਾ ਸੀ। ਕਿਉਂਕਿ ਦੇਖੋ ਇੱਕ ਗੱਲ ਤਾਂ ਪੱਕੀ ਹੈ, ਪਰਿਵਾਰ ਦੇ ਵਿੱਚ ਸਿਆਣਾ ਮੁਖੀ, ਘਰ ਨੂੰ ਚਲਾਉਣ ਵਾਲਾ, ਉਹਨੂੰ ਮੰਨਿਆ ਜਾਂਦਾ ਕਿ ਜੇ 5,000 ਰੁਪਈਆ ਆਮਦਨ ਤੇ ਉਹ 4800 ਖਰਚੇ, 200 ਰੁਪਈਆ ਬਚਾਏ, ਉਸ 200 ਰੁਪਈਏ ਨਾਲ ਇੱਕ ਵਾਰੀ ਮਹੀਨੇ 'ਚ ਇੱਟਾਂ ਲੈ ਆਈ, ਦੂਜੀ ਵਾਰੀ ਇੱਕ ਬੋਰਾ ਸੀਮੈਂਟ ਦਾ ਲੈ ਆਈਏ, ਤੀਜੀ ਵਾਰੀ ਰੇਤਾ ਦਾ ਤਸਲਾ ਲੈ ਆਈਏ, ਆਪਾਂ ਸਮਾਨ ਇਕੱਠਾ ਕਰ ਲਈਏ, 5-7 ਮਹੀਨੇ ਥੋੜ੍ਹੇ ਜਿਹਾ ਪੈਸੇ ਇਕੱਠੇ ਕਰਕੇ ਮਿਸਤਰੀ ਨੂੰ ਕਹੀਏ ਜੀ ਆਹ 2 ਕੰਧਾਂ ਖੜੀਆਂ ਕਰ ਦਿਓ ਜਾਂ ਨੀਆਂ ਭਰ ਦਿਓ, ਹੌਲੀ ਹੌਲੀ ਛੱਤ ਪੈ ਜੂ। ਜਾਂ ਆਪਾਂ ਕਹਿੰਦੇ ਆ ਜੀ ਆਪਾਂ ਦੁਕਾਨ ਖਰੀਦਣੀ ਆ ਤਾਂ ਜੋ ਆਮਦਨ ਥੋੜ੍ਹੀ ਜਿਹੀ ਹੋਰ ਵਧੇ, ਆਪਾਂ ਅਗਲੇ ਪਾਸੇ ਨੂੰ ਜਾਈਏ। ਸਿਆਣਾ ਮੁਖੀ ਤਾਂ ਉਹੀ ਹੁੰਦਾ ਹੈ। ਪਰ ਹੁਣ ਆਪਾਂ ਪੰਜਾਬ ਦੇ ਵਿੱਚ ਸਰਕਾਰਾਂ ਰਹੀਆਂ, ਘਾਟੇ ਹੀ ਘਾਟੇ, ਪਰ ਘਾਟੇ ਕਿਵੇਂ ਪਏ ਉਹ ਸਾਰੀਆਂ ਚੀਜ਼ਾਂ ਅੱਜ ਆਪਾਂ ਕਲੀਅਰ ਕਰਨੀਆਂ। ਡਾਕਟਰ ਬਿਕਰਮ ਸਿੰਘ ਵਿਰਕ ਸਾਹਿਬ ਇੱਕ ਵਾਰ ਫੇਰ ਆਪਣੇ ਨਾਲ ਨੇ। ਅੰਕੜੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਤਿਆਰ ਕੀਤੇ ਆ, ਦਿਨ ਰਾਤ ਇੱਕ ਕਰਕੇ ਤਿਆਰ ਕੀਤੇ ਆ, ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਫਿਰ
ਕੱਲੀ ਕੱਲੀ ਸਰਕਾਰ ਦੇ ਕੰਮਕਾਰ ਦੀ ਉਹਦੇ ਆਮਦਨ ਖਰਚ ਦੀ ਚੀਰ-ਫੜ ਕਰਾਂਗੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਬਾਠ ਸਾਹਿਬ। ਡਾਕਟਰ ਸਾਹਿਬ ਮੈਂ ਇੱਕ ਦੋ ਸਵਾਲ ਵੈਸੇ ਪੁੱਛਣੇ ਆ। ਤੁਹਾਨੂੰ ਜਿੰਨੀ ਤਨਖਾਹ ਮਿਲਦੀ ਉਹ ਜਿੰਨੀ 5 ਰੁਪਏ 50,000 ਰੁਪਏ ਤੁਸੀਂ 70,000 ਖਰਚਦੇ ਹੋ ਕਿ 45 ਖਰਚਦੇ ਹੋ? ਜੇ 50 ਮਿਲਦੀ ਹੈ ਤਾਂ ਮੰਨ ਲਓ। ਵੇਖੋ ਜੀ, ਘੱਟ ਹੀ ਖਰਚਣੇ ਪੈਂਦੇ ਆ। ਜੇ ਵੱਧ ਖਰਚਾਂਗੇ ਤਾਂ ਫਿਰ ਤਾਂ ਕੁਝ ਵੀ ਨਹੀਂ ਬਣਨਾ, ਖਰਚਾ ਚੜੂਗਾ। ਜਾਣੀ ਇਹ ਸਿਸਟਮ ਬੰਦੇ ਤੇ ਵੀ, ਪਰਿਵਾਰ ਤੇ ਵੀ, ਸੂਬੇ ਤੇ, ਦੇਸ਼ ਤੇ, ਸਾਰਿਆਂ ਤੇ ਲਾਗੂ ਹੁੰਦਾ? ਹਰ ਜਗ੍ਹਾ ਜੀ, ਹਰ ਥਾਂ ਤੇ, ਹਰ ਸੰਸਥਾ, ਹਰ ਆਰਗੇਨਾਈਜੇਸ਼ਨ। ਅਸੀਂ ਦੇਖਦੇ ਹਾਂ ਕਾਰੋਬਾਰ ਕਿਉਂ ਬੰਦ ਹੁੰਦੇ ਆ। ਦੁਕਾਨ ਬੜੇ ਚਾਅ ਨਾਲ ਖੋਲ੍ਹਦਾ ਕੋਈ ਆਦਮੀ, ਪੈਸੇ ਵੀ ਲਾਉਂਦਾ, AC ਲਾਉਂਦਾ, ਸਭ ਕੁਝ ਕਰਦਾ। 2 ਮਹੀਨੇ ਬਾਅਦ ਲਿਖਿਆ ਹੁੰਦਾ ਸ਼ਟਰ ਸੁੱਟਿਆ ਹੁੰਦਾ, ਪੁੱਛੀਦਾ, ਉਹ ਕਹਿੰਦੇ ਜੀ ਘਾਟਾ ਪੈ ਗਿਆ, ਬੰਦ ਕਰਕੇ ਚਲੇ ਗਏ। ਕਾਰਨ ਕੀ? ਖਰਚਾ ਜ਼ਿਆਦਾ ਹੋ ਗਿਆ, ਆਮਦਨ ਉਹਦੇ ਮੁਤਾਬਿਕ ਹੋਈ ਨਹੀਂ। ਠੀਕ ਹੈ। ਉਸ ਤਰ੍ਹਾਂ ਵੀ ਜਿਹੜਾ ਕਿਉਂਕਿ ਸਾਡਾ ਵਿਸ਼ਾ ਜਾਂ ਉੱਦਾਂ ਪਿੰਡਾਂ 'ਚ ਕਹਾਵਤ ਵੀ ਹੁੰਦੀ ਸੀਗੀ ਕਿ ਪਹਿਲੇ ਸਾਲ ਹੱਟੀ, ਦੂਜੇ ਸਾਲ ਚੱਟੀ, ਤੀਜੇ ਸਾਲ ਖੱਟੀ। ਚਲੋ ਉਹ ਵਪਾਰ ਵਾਲੀ ਗੱਲ ਮੰਨਦੇ, ਲੇਕਿਨ ਸਰਕਾਰ ਔਰ ਵਪਾਰ ਦਾ ਥੋੜ੍ਹਾ ਜਿਹਾ ਫਰਕ ਹੁੰਦਾ, ਕਿਉਂਕਿ ਸਰਕਾਰ ਨੂੰ ਜਿਹੜੀ ਆਮਦਨ ਆਉਣੀ ਆ ਉਹ ਟੈਕਸਾਂ ਤੋਂ ਆਉਣੀ ਆ। ਠੀਕ ਹੈ। ਔਰ ਉਹਨਾਂ ਆਪਣੇ ਲੋੜ ਦੇ ਮੁਤਾਬਿਕ ਟੈਕਸ ਵਧਾ ਹੀ ਲੈਣੇ ਆ। ਸਰਕਾਰਾਂ ਕੋਲ ਬੜੇ ਤਰੀਕੇ ਹੁੰਦੇ ਆ ਟੈਕਸ ਅਗਰਾਉਣ ਦੇ, ਜੇ ਚਾਹੁਣ ਤਾਂ। ਜੇ ਉਹਨਾਂ ਦੀ ਵਿਲ ਪਾਵਰ ਹੋਵੇ ਜਾਂ ਇੱਛਾ ਹੋਵੇ ਕਿ ਹਾਂਜੀ ਅਸੀਂ ਮਾਲੀਆ ਵਧਾਉਣਾ ਜਾਂ ਆਹ ਚੀਜ਼ ਕਰਨੀ ਆ, ਤਾਂ ਕਈ ਸੋਮੇ ਹੁੰਦੇ ਆ। ਔਰ ਜੇ ਵਿੱਚ ਤੁਹਾਨੂੰ ਸਬੂਤ ਵੇਖਣ ਨੂੰ ਮਿਲਣਗੇ ਜਿੱਥੇ ਇਹੋ ਜਿਹੇ ਯਤਨ ਕੀਤੇ ਗਏ ਔਰ ਉਹਦੇ ਬੜੇ ਵਧੀਆ ਰਿਜ਼ਲਟ ਵੀ ਨਿਕਲੇ, ਉਹਦੇ ਸਿੱਟੇ ਵੀ ਨਿਕਲੇ। ਦੋਨੋਂ ਪਾਸਿਆਂ ਤੋਂ ਸਰਕਾਰ ਨੂੰ ਇਹ ਰੱਖਣਾ ਪੈਂਦਾ, ਮਾਲੀਆ ਵਧਾਉਣ ਵਾਸਤੇ ਯਤਨ ਕਰਨੇ ਪੈਂਦੇ ਆ ਬਹੁਤ ਸਾਰੇ, ਔਰ ਖਰਚ ਕੰਟਰੋਲ ਕਰਨ ਦੀ ਮੁਹਿੰਮ ਚਲਾਉਣੀ ਪੈਂਦੀ ਹੈ। ਜੇ ਤੁਸੀਂ ਧਿਆਨ ਨਾ ਰੱਖੋ ਤਾਂ ਖਰਚਾ ਤਾਂ ਜਿੰਨਾ ਮਰਜ਼ੀ ਵਧਾ ਲਓ, ਉਹਦਾ ਤਾਂ ਕੋਈ ਇਹੋ ਜਿਹਾ ਲਿਮਿਟ ਹੀ ਹੈ ਨਹੀਂ ਗੀ ਕਿਸੇ ਵੀ ਤਰੀਕੇ ਨਾਲ। ਔਰ ਦੁਨੀਆ ਸਾਰੀ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ, ਜੋ ਮਰਜ਼ੀ ਕਰ ਦਿਓ ਭਾਵੇਂ। ਨਹੀਂ, ਠੀਕ ਹੈ। ਡਾਕਟਰ ਸਾਹਿਬ ਇੱਕ ਚੀਜ਼ ਮੈਨੂੰ ਦੱਸਿਓ, ਸਰਕਾਰ ਦੇ ਕੋਲ ਜਿਹੜੇ ਰੁਪਈਏ ਆਉਂਦੇ ਆ ਜੀ, ਜਾਣੀ ਕਿ ਆਪਾਂ ਕਹਿੰਦੇ ਨਾ ਕਿ ਸਰਕਾਰ ਪੈਸੇ ਦੇਵੇ, ਸਰਕਾਰ ਘਾਟੇ 'ਚ ਚਲੇ ਗਈ, ਬਜਟ ਘਾਟੇ 'ਚ ਚਲੇ ਗਿਆ ਜੀ। ਸਰਕਾਰ ਕੋਲ ਟੈਕਸ ਦੇ ਹੀ ਪੈਸੇ ਹੁੰਦੇ ਆ ਨਾ ਜੀ, ਮੁੱਖ ਤੌਰ ਤੇ। ਬਿਲਕੁਲ। ਉਹ ਪੈਸੇ ਸਰਕਾਰ ਦੇ ਖਜ਼ਾਨੇ 'ਚ ਜਾਂਦੇ ਆ ਜੀ, ਉਹਦੇ ਤੋਂ ਫਿਰ ਉਹ ਖਰਚਦੇ ਆ, ਚਾਹੇ ਉਹ ਤਨਖਾਹ, ਪੈਨਸ਼ਨ, ਚਾਹੇ ਸੜਕ ਬਣਾਉਣੀ, ਪੁਲ ਬਣਾਉਣਾ, ਚਾਹੇ ਮੀਂਹ ਪੈ ਗਿਆ, ਫਸਲ ਖਰਾਬ ਹੋ ਗਈ, ਸਾਰੇ ਖਰਚ ਉੱਥੇ ਹੀ ਜਾਂਦੇ ਆ। ਬਿਲਕੁਲ ਠੀਕ ਹੈ ਜੀ। ਹੁਣ ਜੇ ਮੈਂ ਲੋਕਾਂ ਨੂੰ ਖੁਸ਼ ਕਰਨਾ, ਮੈਂ ਵੋਟਾਂ ਲੈਣੀਆਂ, ਤਾਂ ਮੈਂ ਟੈਕਸ ਤਾਂ ਨਹੀਂ ਲਾਉਣਾ? ਹਾਂਜੀ, ਦੋਨੋਂ ਪਾਸੇ ਜੀ। ਅੱਛਾ, ਇੱਕ ਤਾਂ ਟੈਕਸ 'ਚ ਛੋਟ ਦਿਓਗੇ ਖੁਸ਼ ਕਰਨ ਲਈ ਜੀ, ਦੂਜੇ ਪਾਸੇ ਉਹਨਾਂ ਨੂੰ ਕੁਛ ਫਰੀ ਵੀ ਟਾਈਪ ਕੋਈ ਸਬਸਿਡੀ, ਕੋਈ ਹੋਰ ਕੋਈ ਇਨਸੈਂਟਿਵ ਹੈ ਦੇਣ ਦਾ ਵਾਅਦਾ ਕਰੋਗੇ ਜਾਂ ਕੁਝ ਕਰੋਗੇ। ਠੀਕ ਹੈ ਜੀ। ਤੇ ਉਹਦੇ ਨਾਲ ਫਿਰ ਨੁਕਸਾਨ ਕਿਤੇ ਨਾ ਕਿਤੇ ਹੋ ਜਾਂਦਾ ਜਦੋਂ ਫਿਰ ਘਾਟਾ ਹੋਏਗਾ, ਦੋਨੇ ਪਾਸਿਓਂ ਹੋ ਗਿਆ ਨਾ ਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਪਿਛਲੇ ਵਾਰੀ ਬਹੁਤ ਚੰਗੀ ਤਰ੍ਹਾਂ ਸਮਝਾ ਕੇ ਗਏ ਸੀ ਕਿ 1995-96 ਤੋਂ ਸ਼ੁਰੂ ਆਪਾਂ ਕੀਤਾ ਸੀ ਕਿ ਉਦੋਂ 15,000 ਕਰੋੜ ਦਾ ਹੀ ਕਰਜ਼ ਸੀ। ਬਿਲਕੁਲ ਜੀ। ਆਪਾਂ 250-300 ਕਰੋੜ ਤੱਕ ਪਹੁੰਚ ਗਏ। ਬਿਲਕੁਲ। ਤੇ ਉਹ ਸਰਕਾਰਾਂ ਸੀ, ਚਲੋ ਸਿਆਣੇ ਨੇ ਸਾਰੇ, ਆਪਾਂ ਨਹੀਂ ਕਹਿੰਦੇ। ਹੁਣ ਦੂਸਰਾ ਰੌਲਾ ਇਹ ਹੈ ਕਿ ਉਹ ਖਰਚ ਕਿਉਂ ਵੱਧ ਗਿਆ, ਜਾਣੀ ਉਹ ਕਰਜ਼ਾ ਸਾਨੂੰ ਕਿਉਂ ਲੈਣਾ ਪਿਆ? ਕਿਉਂਕਿ ਮੈਨੂੰ ਤਾਂ ਐਂ ਲੱਗਦਾ ਨਾ, ਕਈ ਬਹੁਤ ਸਿਆਣੇ ਬੰਦੇ ਹੁੰਦੇ, ਉਹ ਕਹਿੰਦੇ ਕੋਈ ਗੱਲ ਨਹੀਂ, ਬੈਂਕ ਤੋਂ ਪੈਸੇ ਲੈ ਲਓ, ਆਪਾਂ ਦੁਕਾਨ ਖੋਲ੍ਹਣੀ ਹੈ, ਬੈਂਕ ਤੋਂ ਪੈਸੇ ਲੈ ਲਓ, ਆਪਾਂ 4 ਮੱਝਾਂ ਰੱਖਦੇ ਹਾਂ, ਮੱਝਾਂ ਦਾ ਦੁੱਧ ਚੋਵਾਂਗੇ, ਉਹਨੂੰ ਡੇਅਰੀ 'ਚ ਪਾਵਾਂਗੇ, ਰੁਪਈਏ ਆਉਣਗੇ। ਕੋਈ ਬੰਦਾ ਕਹਿੰਦਾ ਜੀ ਕਰਜ਼ ਲੈ ਲਓ, ਕੀ ਕਰਨਾ, ਆਪਾਂ ਟਰੈਕਟਰ ਲੈਣਾ, ਆਪਾਂ ਆਪਣੇ ਖੇਤ ਵੀ ਵਾਵਾਂਗੇ, ਆਪਾਂ ਕਿਰਾਇਆ ਵੀ ਵਾਵਾਂਗੇ, ਪੈਸੇ ਆਉਣਗੇ, ਕਰਜ਼ਾ ਮੋੜ ਦਿਆਂਗੇ, ਗੱਲ ਕਿਹੜੀ ਨਾਲ, ਖੱਤਾ ਇੱਕ ਹੋਰ ਲੈ ਲੈਣਾ। ਬਿਲਕੁਲ। ਸਾਡੀਆਂ ਸਰਕਾਰਾਂ ਨੇ ਇੱਦਾਂ ਹੀ ਕੀਤਾ ਹੋਣਾ। ਬਿਲਕੁਲ ਜੀ। ਕਰਜ਼ਾ ਇਹ ਨਹੀਂ ਕਿ ਇਕੱਲਾ ਇਹ ਸੂਬਾ, ਹਿੰਦੁਸਤਾਨ ਦੇ ਸਾਰੇ ਸੂਬੇ ਲੈਂਦੇ ਆ, ਹਿੰਦੁਸਤਾਨ ਦੀ ਸੈਂਟਰਲ ਗਵਰਨਮੈਂਟ ਖੁਦ ਲੈਂਦੀ ਆ, ਪੂਰੀ ਦੁਨੀਆ ਦੀਆਂ ਸਰਕਾਰਾਂ ਲੈਂਦੀਆਂ ਨੇ। ਠੀਕ ਹੈ। ਲੇਕਿਨ ਕਰਜ਼ਾ ਲੈਣ ਦਾ ਇੱਕ ਮਕਸਦ ਹੁੰਦਾ ਹੈ ਕਿ ਉਹਦੇ ਨਾਲ ਕੋਈ, ਉਹਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਹਾਂ। ਇਹ ਸਾਰਾ ਜਿਹੜਾ ਆਪਾਂ ਖਰਚ ਦੀ ਗੱਲ ਕਰ ਰਹੇ, ਇਹਨੂੰ ਰੈਵਨਿਊ, ਪੰਜਾਬੀ 'ਚ ਮਾਲੀ ਖਰਚ ਕਹਿ ਦਿੰਦੇ, ਉਹਨੂੰ ਕੈਪੀਟਲ ਐਕਸਪੈਂਡੀਚਰ ਜਾਂ ਪੂੰਜੀਗਤ ਖਰਚ ਕਹਿੰਦੇ। ਪੂੰਜੀਗਤ ਖਰਚ ਕੀ ਹੁੰਦਾ ਕਿ ਉਹਦੇ ਨਾਲ ਅਸੀਂ ਕੋਈ ਨਵੀਂ ਜਾਇਦਾਦ, ਨਵੀਂ ਐਸੈਟ, ਕੋਈ ਨਵਾਂ ਹਸਪਤਾਲ, ਕੋਈ ਨਵੀਂ ਪੁਲ, ਕੋਈ ਨਵੀਂ ਸੜਕ, ਕੋਈ ਇਹੋ ਜਿਹੀ ਚੀਜ਼ ਬਣਾਉਣੀ ਜਿਹਦੇ ਨਾਲ ਹੋਰ ਨੌਕਰੀਆਂ ਪੈਦਾ ਹੋਣ, ਹੋਰ ਕੰਜ਼ੰਪਸ਼ਨ ਵਧੇ, ਹੋਰ ਜਿਹੜੀ ਹੈ ਲੋਕਾਂ ਦਾ ਰੁਜ਼ਗਾਰ ਦੇ ਵਿੱਚ ਵਾਧਾ ਹੋਵੇ, ਸੂਬੇ ਦੀ ਆਮਦਨ ਦੇ ਵਿੱਚ ਵਾਧਾ ਹੋਵੇ। ਪਰ ਉਹ ਤਾਂ ਹੋਏਗਾ ਜੇ ਅਸੀਂ ਕਰਜ਼ਾ ਲੈ ਕੇ ਕੈਪੀਟਲ ਐਕਸਪੈਂਡੀਚਰ ਜਾਂ ਪੂੰਜੀਗਤ ਖਰਚ ਕੀਤਾ। ਉਹ ਕਰਜ਼ੇ ਦਾ ਲੈਣ ਦਾ ਮਕਸਦ ਹੀ ਇਹੀ ਹੁੰਦਾ। ਡਿਵੈਲਪਮੈਂਟਲ ਇਕਨੋਮਿਕਸ ਇਹੀ ਕਹਿੰਦੀ ਹੈ ਕਿ ਜੇ ਕਰਜ਼ਾ ਤੁਸੀਂ ਲੈਣਾ ਆ ਤਾਂ ਉਹ ਕਰਜ਼ਾ ਜਿਹੜਾ ਪੂੰਜੀਗਤ ਖਰਚੇ ਦੇ ਵਿੱਚ ਉਹਨੂੰ ਖਰਚ ਕਰੋ ਤਾਂ ਉਹਦਾ ਤਾਂ ਫਾਇਦਾ ਹੈ ਜੀ। ਔਰ ਜੇ ਤੁਸੀਂ ਉਹਨੂੰ ਮਾਲੀ ਖਰਚ ਦੇ ਅਗੇਂਸਟ ਖਰਚ ਕਰ ਦਿੰਦੇ ਜੇ ਤਾਂ ਉਹਦਾ ਫਿਰ ਸਿੱਟਾ ਮਾੜਾ ਨਿਕਲੂ, ਜਿਹੜਾ ਕਿ ਅਸੀਂ ਦੇਖ ਰਹੇ ਹਾਂ ਪੰਜਾਬ ਸੂਬੇ। ਜਾਣੀ ਜੇ ਅਸੀਂ ਕਰਜ਼ਾ ਲੈ ਕੇ ਵਿਆਹ ਕਰ ਲਿਆ, ਜੇ ਅਸੀਂ ਕਰਜ਼ਾ ਲੈ ਕੇ ਘਰ ਦੇ ਵਿੱਚ ਸੋਫੇ ਰੱਖ ਲਏ, ਫਿਰ ਤਾਂ ਉਹ ਦੂਜੇ ਪਾਸੇ ਚਲਾ ਗਿਆ। ਨਾਨ ਪ੍ਰੋਡਕਟਿਵ ਹੋ ਗਈਆਂ, ਨਾਨ ਪ੍ਰੋਡਕਟਿਵ ਹੋ ਗਈਆਂ ਨਾ ਇਹ ਸਾਰੀਆਂ ਐਸੈਟਸ। ਇਹਨਾਂ ਨੇ ਕੁਝ ਤੁਹਾਨੂੰ ਦੇਣਾ ਥੋੜ੍ਹੀ ਹੈ, ਨਹੀਂ ਦੇਣਾ। ਦੂਸਰੇ ਪਾਸੇ ਤੁਸੀਂ ਬਿਲਕੁਲ ਸਹੀ ਗੱਲ ਕੀਤੀ, ਲੋਕਾਂ ਕਰਜ਼ੇ ਲੈ ਕੇ ਮੱਝਾਂ ਰੱਖੀਆਂ ਜਾਂ ਟਰੈਕਟਰ ਲਿਆ, ਉਹਨਾਂ ਕਮਾਈ ਕੀਤੀ,
ਬੜੀਆਂ ਅੱਜ ਕੱਲ੍ਹ ਤਾਂ YouTube ਦੇ ਉੱਤੇ ਬਹੁਤ ਕਹਾਣੀਆਂ ਵੇਖਣ ਨੂੰ ਮਿਲਦੀਆਂ ਜੀ, ਇਹਨੇ 10 ਤੋਂ 50 ਬਣਾਏ, ਇਹਨੇ 100 ਬਣਾਏ, ਤਾਂ ਉੱਥੇ ਹੈ ਸਾਰਾ ਕੁਝ। ਪਰ ਉਹ ਉਹੀ ਲੋਕ ਸੀਗੇ ਜਿਨ੍ਹਾਂ ਨੇ ਖਰਚਾ ਆਪਣੇ ਕੰਟਰੋਲ ਦੇ ਵਿੱਚ ਰੱਖਿਆ, ਪਰ ਦੂਸਰੇ ਪਾਸੇ ਉਹਨੂੰ ਕੈਪੀਟਲ ਇਨਵੈਸਟਮੈਂਟ, ਪੂੰਜੀਗਤ ਖਰਚਾ ਕੀਤਾ, ਉਹਦੇ ਤੋਂ ਅੱਗੇ ਉਹਨਾਂ ਨੇ ਆਪਣੀ ਆਮਦਨ ਵਧਾਈ। ਠੀਕ ਹੈ ਜੀ। ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਚੀਜ਼ ਸਪਸ਼ਟ ਕਰਦੇ ਹਾਂ ਕਿ ਆਪਾਂ ਕਰਜ਼ਾ ਕਿਹੜੀ ਸਰਕਾਰ ਦੇ ਵੇਲੇ ਪੰਜਾਬ ਦੇ ਸਿਰ ਕਿੰਨਾ ਚੜਿਆ, ਉਹ ਆਪਾਂ ਪਿਛਲੇ ਐਪੀਸੋਡ 'ਚ ਕਰ ਲਿਆ ਸੀ ਪ੍ਰਾਈਮ ਟਾਈਮ 'ਚ ਹੀ। ਅੱਜ ਆਪਾਂ ਡਾਕਟਰ ਸਾਹਿਬ ਅੱਜ ਨਾ ਕੱਲਾ ਅੰਕੜਾ ਲੈ ਕੇ ਆਏ ਕਿ ਕਿਹੜੀ ਸਰਕਾਰ ਦੇ ਕਿਹੜੇ ਸਾਲ ਦੇ ਵਿੱਚ ਉਹਨਾਂ ਦੀ ਆਮਦਨ ਕਿੰਨੀ ਸੀ ਟੈਕਸਾਂ ਤੋਂ, ਉਹਨਾਂ ਨੇ ਖਰਚ ਕਿੰਨਾ ਕੀਤਾ, ਜੇ ਆਮਦਨ ਘੱਟ ਸੀ ਖਰਚ ਵੱਧ ਕੀਤਾ ਤਾਂ ਕਿਉਂ ਭਾਈ, ਉਹ ਸਾਰੇ ਸਵਾਲ ਤਾਂ ਮਨ 'ਚ ਆਉਣੇ, ਪਰ ਪਤਾ ਲਾਉਣਾ ਅੱਜ ਆਪਾਂ। ਮੈਂ ਡਾਕਟਰ ਸਾਹਿਬ ਉਹ ਕੱਲਾ ਅੰਕੜਾ 1997 ਤੋਂ ਲੈ ਕੇ 2022 ਤੱਕ ਜੀ ਉੱਥੇ ਆਪਾਂ ਸਲਾਈਡਾਂ ਦਿਖਾਵਾਂਗੇ, ਸਾਰਾ ਕੁਝ ਕਰਾਂਗੇ, ਪਰ ਮੈਂ ਇੱਕ ਪੁੱਛਣਾ ਤੁਹਾਨੂੰ ਜੀ ਕਿ 1997 ਤੋਂ ਲੈ ਕੇ 2022 ਤੱਕ ਕਦੇ ਕੋਈ ਇੱਕ ਸਾਲ ਇਦਾਂ ਦਾ ਹੋਇਆ ਕਿ ਸਾਡਾ ਆਮਦਨ ਸਾਡੀ ਵਧੀ ਹੋਵੇ ਤਾਂ ਖਰਚ ਘੱਟ ਹੋਵੇ, ਸਾਨੂੰ 4 ਪੈਸੇ ਬਚੇ ਹੋਣ? ਮੈਂ ਤੁਹਾਨੂੰ ਪਿਛਲੇ ਐਪੀਸੋਡ 'ਚ ਬਾਟ ਸਾਹਿਬ ਨੇ ਦੱਸਿਆ ਸੀ ਕਿ 1983 ਤੋਂ ਬਾਅਦ ਇਹੋ ਜਿਹਾ ਕੋਈ ਸਾਲ ਨਹੀਂ ਆਇਆ, ਕੋਈ ਸਾਲ ਨਹੀਂ ਆਇਆ। ਇਹਨਾਂ ਦੇ ਵਿੱਚ ਤੁਸੀਂ ਦੇਖੋਗੇ ਇਹਦੇ ਵਿੱਚ ਕਿ ਇਹ ਪਾੜਾ ਹਰ ਸਾਲ ਸਵਾਏ ਇੱਕ ਸਰਕਾਰ ਛੱਡ ਕੇ 2002 ਤੋਂ 7 ਵਾਲੀ, ਜਿਹਦੇ ਵਿੱਚ ਆਪਾਂ ਪਿਛਲੀ ਵਾਰ ਵੀ ਡਿਸਕਸ ਕੀਤਾ, ਕਿਉਂਕਿ ਆਪਾਂ ਕੁਝ ਨਹੀਂ ਕਹਿ ਰਹੇ, ਜੋ ਕਹਿ ਰਹੇ ਅੰਕੜੇ ਕਹਿ ਰਹੇ, ਔਰ ਇਹ ਸਰਕਾਰ ਦੇ ਨੇ, ਮੇਰੇ ਸਾਡੇ ਆਪਣੇ ਹੈ ਨਹੀਂ। ਅਫੀਸ਼ੀਅਲ ਡਾਕੂਮੈਂਟਸ ਜਿਹੜੇ ਸਰਕਾਰੀ ਡਾਕੂਮੈਂਟਸ ਨੇ ਉਹਨਾਂ ਤੋਂ ਸਾਰੇ ਐਕਸਟ੍ਰੈਕਟ ਕੀਤੇ ਆ ਜੀ, ਔਰ ਕਾਫੀ ਇਹਦੇ ਤੇ ਟਾਈਮ ਲਗਾਉਣਾ ਪਿਆ ਆ, ਕਿਉਂਕਿ 25 ਸਾਲ ਦੇ ਅੰਕੜੇ ਸਾਈਟਾਂ ਤੇ ਵੀ ਮਸਾਂ 5 ਸਾਲ ਦੇ ਬਜਟ ਪਏ ਆ, ਪੁਰਾਣੇ ਬਜਟ ਅਵੇਲੇਬਲ ਨਹੀਂ ਹੈਗੇ। ਠੀਕ ਹੈ ਜੀ। ਡਾਕਟਰ ਸਾਹਿਬ ਆਪਾਂ ਹੁਣ 1997 ਤੋਂ ਸ਼ੁਰੂ ਕਰਦੇ ਹਾਂ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਬਣਦੀ ਹੈ, ਬਿਲਕੁਲ, ਤੇ ਪਹਿਲੀ ਸਰਕਾਰ ਹੈ ਜਿਹੜੀ ਪੂਰੀ ਚੱਲਦੀ ਹੈ ਜੀ 97 ਤੋਂ 2002 ਤੱਕ। ਹੁਣ ਆਪਾਂ ਉਹਦਾ ਡਾਟਾ ਸਕਰੀਨ ਤੇ ਵੀ ਦਿਖਾ ਦੇਣਾ ਜੀ, ਤੇ ਉਹਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਤੁਸੀਂ ਸਾਲ ਪਹਿਲਾਂ ਲਿਖਿਆ, ਉਹਦੇ ਤੋਂ ਬਾਅਦ ਲਿਖਿਆ ਕਿ ਮਾਲੀ ਪ੍ਰਾਪਤੀ ਕਿੰਨੀ ਹੋਈ, ਕਿ ਇਨਕਮ ਸਰਕਾਰ ਦੀ ਕਿੰਨੀ ਹੈ ਜੀ, ਫਿਰ ਤੁਸੀਂ ਕਾਲਮ ਬਣਾਇਆ ਉਹਦੇ ਵਿੱਚ ਕਿ ਪਿਛਲੇ ਸਾਲ ਦੇ ਨਾਲੋਂ ਆਮਦਨ ਵਧੀ ਕਿੰਨੀ ਹੈ ਜੀ, ਤੀਸਰਾ ਕਾਲਮ ਤੁਸੀਂ ਬਣਾਇਆ ਕਿ ਹੁਣ ਖਰਚ ਕਿੰਨਾ ਹੋਇਆ ਜੀ, ਤੇ ਚੌਥਾ ਕਾਲਮ ਆ ਕਿ ਖਰਚ ਪਿਛਲੇ ਸਾਲ ਨਾਲੋਂ ਕਿੰਨਾ ਵੱਧ ਗਿਆ ਜੀ, ਤੇ ਫਿਰ ਪੰਜਵਾਂ ਜਿਹੜਾ ਅਸਲੀ ਕਾਰਨ ਆ ਜਿੱਥੇ ਧੌਣ ਤੇ ਗੋਡਾ ਹੀ ਰੱਖ ਹੋ ਜਾਂਦਾ ਕਿ ਆਮਦਨ ਕਿੰਨੀ ਸੀ, ਖਰਚ ਕਿੰਨਾ ਹੈ, ਤੇ ਫਿਰ ਪਾੜਾ ਕਿੰਨਾ ਰਹਿ ਗਿਆ, ਪਾੜਾ ਜਾਂ ਮਾਲੀ ਘਾਟਾ, ਮਾਲੀ ਘਾਟਾ ਕਹਿ ਦਿੰਦੇ ਨੇ, ਰੈਵਨਿਊ ਡੈਫਿਸਿਟ। ਵੀ 5000 ਤਨਖਾਹ ਆ ਜੀ, ਤੇ ਜੇ ਤਾਂ 4500 ਖਰਚਿਆ ਫਿਰ 500 ਪਲੱਸ, ਤੇ ਜੇ 5500 ਖਰਚ ਲਿਆ ਤਾਂ ਮਾਈਨਸ, ਤੇ ਮਾਈਨਸ ਵਾਲਾ ਕੰਮ ਮਾੜਾ ਹੁੰਦਾ। ਹੁਣ ਤੁਸੀਂ ਇਹ 5 ਸਾਲਾਂ ਦਾ ਸਾਨੂੰ ਲੇਖਾ ਜੋਖਾ ਦੱਸ ਦਿਓ। ਵੇਖੋ ਜੀ 2097 ਚ ਫਰਵਰੀ ਮਾਰਚ ਸਾਡੀ ਹਾਂਜੀ ਸਰਕਾਰ ਬਣਦੀ ਹੈ। ਮੈਂ 1996-97 ਤੋਂ ਸ਼ੁਰੂ ਕੀਤਾ, ਹਰੇਕ ਸਾਲ 6 ਲਿਆ ਕਿਉਂਕਿ ਪਿਛਲਾ ਬੇਸ ਵੀ ਪਤਾ ਲੱਗ ਉਹਨੂੰ ਮੈਂ 0 ਰੱਖਿਆ, ਅੱਗੇ 5 ਸਾਲ ਚੱਲਦੇ। ਉਸ ਵੇਲੇ 96-97 ਸਾਡੀਆਂ ਕੁੱਲ ਮਾਲੀ ਪ੍ਰਾਪਤੀਆਂ 5569 ਕਰੋੜ ਰੁਪਏ ਹੈ, ਔਰ ਖਰਚਾ ਸੀ 6926, ਠੀਕ ਹੈ, ਤੇ ਮਾਲੀ ਘਾਟਾ 1357 ਕਰੋੜ ਦਾ ਸੀ। 1357 ਕਰੋੜ ਘਾਟੇ ਵਾਲਾ ਉਹਨਾਂ ਦੀ ਬੁੱਕਲ 'ਚ 1357 ਕਰੋੜ ਦਾ ਘਾਟਾ ਸੀ। ਬਿਲਕੁਲ ਇਹ ਤਾਂ ਕਰਜ਼ੇ 'ਚ ਪਹਿਲਾਂ ਜੁੜਿਆ ਨਾ, ਆਪਾਂ ਕੰਪੇਅਰ ਕਰਨ ਲਈ ਸਾਲ ਦਾ ਜੀ। ਇਸ ਤੋਂ ਅਗਲੇ ਜਿਹੜੀ ਸਰਕਾਰ ਬਣਦੀ ਹੈ 97-98 ਦਾ ਸਾਲ ਆਉਂਦਾ ਹੈ, ਉਹਨਾਂ ਦੀਆਂ ਮਾਲੀ ਪ੍ਰਾਪਤੀਆਂ ਜਿਹੜੀਆਂ 6352 ਕਰੋੜ ਹੈ ਜੀ। ਇਹਦੇ ਚ ਪਿਛਲੇ ਸਾਲ ਨਾਲ 783 ਕਰੋੜ ਦਾ ਵਾਧਾ ਹੁੰਦਾ ਹੈ, ਕਿਉਂਕਿ ਪਰਸੈਂਟੇਜ ਵਧਾਈ ਹੈ। ਨਹੀਂ, ਇਹ ਤੁਹਾਨੂੰ ਵੇਖਣ ਨੂੰ ਮਿਲੇਗਾ ਸਿਰਫ 2 ਸਿਚੁਏਸ਼ਨ ਜਿਹੜੀ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ, ਤੁਸੀਂ ਇਹਨਾਂ ਅੰਕੜਿਆਂ ਨੇ ਆਪੇ ਦੱਸ ਦੇਣਾ ਕਿ ਇਲੈਕਸ਼ਨ ਈਅਰ 'ਚ ਤੁਹਾਨੂੰ ਇੱਕ ਪੈਟਰਨ ਵੇਖਣ ਨੂੰ ਮਿਲੇਗਾ। ਠੀਕ ਹੈ ਜੀ, ਕਿ ਮਾਲੀ ਆਮਦਨ ਘਟ ਗਈ ਹੈ ਜੀ, ਤੇ ਖਰਚਾ ਦੁੱਗਣਾ ਹੋ ਗਿਆ ਪਿਛਲੇ ਸਾਲ ਨਾਲੋਂ। ਨਹੀਂ ਤਾਂ ਆਮਦਨ ਵੀ ਵੱਧਦੀ ਹੈ। ਠੀਕ ਹੈ, ਕੁਦਰਤੀ। ਉਹਦਾ ਕਾਰਨ ਕੀ ਹੈ ਦੱਸਣ ਦੀ ਲੋੜ ਨਹੀਂ ਹੈ, ਤੁਸੀਂ ਪਹਿਲੇ ਸਾਰਾ ਕੁਝ ਦੱਸ ਚੁੱਕੇ ਹੋ ਜੀ। ਤੋ ਇੱਥੇ ਆਮਦਨ ਜਿਹੜੀ ਹੈ 783 ਕਰੋੜ ਵਧੀ, ਮਾਲੀ ਖਰਚ ਜਿਹੜਾ ਹੈ ਉਹ 7835 ਕਰੋੜ ਹੈ, ਇਹ ਪਿਛਲੇ ਸਾਲ ਨਾਲੋਂ 909 ਕਰੋੜ ਵਧਿਆ, ਜਿਹੜੀ ਵੱਧ ਵਧਿਆ। ਠੀਕ ਹੈ, ਆਮਦਨ ਨਾਲੋਂ ਜ਼ਿਆਦਾ ਵਧਿਆ। ਜਿੰਨੀ ਆਮਦਨ ਵਧਾਈ ਹੈ ਪਰ ਖਰਚ ਉਹਦੇ ਤੋਂ ਵਧਾਤਾ, ਉਸ ਤੋਂ ਜ਼ਿਆਦਾ ਵਧਿਆ। ਠੀਕ ਹੈ ਜੀ। ਔਰ ਜਿਹੜਾ ਮਾਲੀ ਘਾਟਾ ਪਿਛਲੇ ਸਾਲ ਨਾਲੋਂ ਜ਼ਿਆਦਾ 1483 ਕਰੋੜ ਰੁਪਏ ਹੈ। ਉਸ ਤੋਂ ਬਾਅਦ ਅਗਲਾ ਦੂਸਰਾ ਸਾਲ ਆਉਂਦਾ ਹੈ, ਇੱਥੇ ਮਾਲੀ ਪ੍ਰਾਪਤੀਆਂ ਘਟਦੀਆਂ ਨਹੀਂ ਪਿਛਲੇ ਸਾਲ ਨਾਲੋਂ, ਜਾਨੀ ਜਿੰਨੀ ਆਮਦਨ ਪਿਛਲੇ ਸਾਲ ਸੀ ਐਤਕੀ ਘਟ ਗਈ, ਐਤਕੀ ਘਟੀ 5751 ਮਾਈਨਸ 601 ਕਰੋੜ ਰੁਪਈਆ ਘਟੀ ਹੈ, ਔਰ ਖਰਚਾ ਵਧਿਆ। ਠੀਕ ਹੈ, ਖਰਚਾ ਕਿਸੇ ਸਾਲ ਤੁਹਾਨੂੰ ਘਟਿਆ ਨਹੀਂ ਦਿਖੇਗਾ, ਸਿਵਾਏ 1-2 ਐਗਜ਼ਾਮਪਲ ਆਉਣਗੀਆਂ। ਖਰਚਾ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਵਾਧਾ ਹੋਇਆ, ਪਰ ਘੱਟ ਵਾਧਾ ਹੋਇਆ 549 ਕਰੋੜ ਦਾ, ਪਰ ਟੋਟਲ ਮਾਲੀ ਘਾਟਾ ਜਿਹੜਾ ਉਹ 2633 ਕਰੋੜ ਦਾ ਹੋ ਗਿਆ। ਠੀਕ ਹੈ ਜੀ। ਤੀਸਰਾ ਸਾਲ ਸਰਕਾਰ ਦਾ ਹੈ, ਇੱਥੇ ਮਾਲੀਆ ਕਾਫੀ ਤੇਜ਼ੀ ਨਾਲ ਵੱਧਦਾ ਥੋੜਾ ਜਿਹਾ, ਕਿਉਂਕਿ ਲੋਕ ਸਭਾ ਇਲੈਕਸ਼ਨ ਲੰਘ ਗਈ ਹੈ। ਠੀਕ ਹੈ,
ਔਰ ਅਗਲਾ ਸਾਲ ਤੀਸਰਾ ਆ ਗਿਆ ਜੀ 7467 ਕਰੋੜ ਦੀਆਂ ਪ੍ਰਾਪਤੀਆਂ ਜੀ, ਜਾਨੀ ਉਹ 601 ਕਰੋੜ ਜਿਹੜਾ ਮਾਈਨਸ ਵਾਲਾ ਨਾ ਉਹ ਵੀ ਕੱਢ ਲਿਆ ਇੱਥੇ, ਕਿਉਂਕਿ ਉੱਤੇ ਦੇਖੋ ਜਿੰਨਾ 1716 ਕਰੋੜ ਛੱਡਿਆ ਹੀ ਲੈ ਲਿਆ। ਹਾਂਜੀ। ਦੂਸਰੇ ਪਾਸੇ ਖਰਚ ਜਿਹੜਾ ਹੈ 10195 ਕਰੋੜ ਹੋ ਗਿਆ ਜੀ, ਔਰ 1811 ਕਰੋੜ ਦਾ ਵਾਧਾ ਹੋਇਆ, ਔਰ ਇਹ ਪਿਛਲੇ ਸਾਲ ਦੇ ਨਾਲੋਂ 2700 ਜਿਹੜਾ ਮਾਲੀ ਘਾਟਾ ਜੀ। ਮਾਲੀ ਘਾਟਾ ਜਿਹੜਾ ਸਾਡਾ ਜੀ। ਜਾਨੀ 10195 ਮਾਈਨਸ 7467 ਇਹ 2728 ਕਰੋੜ ਰੁਪਈਆ ਹੋ ਗਿਆ। ਠੀਕ ਹੈ। ਜਾਨੀ ਖਰਚਾ ਸਿੱਧਾ 8384 ਕਰੋੜ ਤੋਂ 10000 ਇੱਥੇ 195 ਕਰੋੜ ਤੇ। ਇੱਥੇ ਮੈਂ ਇੱਕ ਕਾਰਨ ਦੱਸਦਾ ਤੁਹਾਨੂੰ, ਕਿਉਂਕਿ ਜਿਹੜੀ ਚੀਜ਼ ਹੈ, ਕਈ ਚੀਜ਼ਾਂ ਪਿੱਛੇ ਹੈ, ਇੱਕਦਮ ਲੋਕਾਂ ਦੇ ਮਾਈਂਡ 'ਚ ਆਉਂਦਾ ਕਿ ਇੱਕਦਮ 2000 ਕਰੋੜ ਦਾ ਛੜਪਾ ਕਿਉਂ ਵੱਜਾ। ਜੀ, ਇੱਥੇ ਪੇ ਸਕੇਲ ਲਾਗੂ ਕੀਤੇ ਸੀ ਸਰਕਾਰ ਨੇ, ਕਿ ਤਨਖਾਹਾਂ ਵਧਾਈਆਂ ਸੀ 96 ਵਾਲੇ ਪੇ ਸਕੇਲ ਲਾਗੂ ਕੀਤੇ ਸੀਗੇ। ਉਦੋਂ ਕੋਈ ਬਹੁਤ ਜ਼ਿਆਦਾ ਵਾਧਾ ਨਹੀਂ ਸੀ ਹੋਇਆ, ਏਰੀਅਰ ਨਕਦ ਨਹੀਂ ਸੀ ਦਿੱਤੇ, ਉਹ GPF 'ਚ ਪਾ ਦਿੱਤੇ ਸੀਗੇ, ਪਰ ਤਨਖਾਹਾਂ ਤਾਂ ਲੋਕਾਂ ਦੀਆਂ ਵਧੀਆਂ ਸੀ, ਇੱਕਦਮ ਪੈਸੇ ਦਿੱਤੇ, ਇੱਕਦਮ ਪੈਸੇ ਦਿੱਤੇ। ਇਸ ਕਰਕੇ ਇਹ ਇੱਥੇ ਜਿਹੜਾ ਜ਼ਿਆਦਾ ਹੋਇਆ, ਜਿਹੜਾ ਕਾਰਨ ਸਪਸ਼ਟ ਹੋ ਸਕਦਾ ਬਿਲਕੁਲ ਸਾਹਮਣੇ, ਉਹ ਕਰਾਂਗੇ ਜੀ। ਚੌਥੇ ਸਾਲ 'ਚ ਆਮਦਨ 9377 ਕਰੋੜ, ਵਾਧਾ 1910 ਕਰੋੜ ਜੀ, ਮਾਲੀ ਮਾਲੀ ਖਰਚ 11713 ਕਰੋੜ। ਇਹ ਪਿਛਲੇ ਸਾਲ ਨਾਲੋਂ ਘੱਟ ਵਧਿਆ, ਕਿਉਂਕਿ ਜ਼ਿਆਦਾ ਬਕਾਏ ਬੁਕੇ ਤਨਖਾਹ ਪਿਛਲੇ ਸਾਲ ਦੇਤੀਆਂ 1518 ਕਰੋੜ, ਪਰ ਮਾਲੀ ਘਾਟਾ 2336 ਕਰੋੜ ਹੋ ਗਿਆ, ਭਾਵੇਂ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਘੱਟ ਹੈ। ਹੁਣ ਆਖਰੀ ਸਾਲ ਦੇਖੋ ਜੀ, ਆਖਰੀ ਸਾਲ 'ਚ ਕੀ ਹੋ ਰਿਹਾ ਜੀ, ਮਾਲੀ ਪ੍ਰਾਪਤੀਆਂ ਪਿਛਲੇ ਸਾਲ ਨਾਲੋਂ ਘਟਦੀਆਂ 448 ਕਰੋੜ। ਇਹਦਾ ਮਤਲਬ ਛੋਟਾਂ ਦਿੱਤੀਆਂ, ਕੁਦਰਤੀ ਹੁੰਦਾ ਜੀ, ਸਰਕਾਰ ਖੁਸ਼ ਕਰਨ ਲਈ ਤੁਸੀਂ ਗੱਲ ਕਰ ਦਿੱਤੀ ਵੀ ਕਿਵੇਂ ਖੁਸ਼ ਹੁੰਦੇ ਆ ਲੋਕ। ਸਾਡੇ ਮੁਲਕ ਦੇ ਵਿੱਚ ਲੋਕ ਦੋ ਹੀ ਤਰ੍ਹਾਂ ਨਾਲ ਖੁਸ਼ ਹੁੰਦੇ ਆ ਜੀ, ਜਾਂ ਤਾਂ ਉਹਨਾਂ ਤੋਂ ਕੋਈ ਟੈਕਸ ਦਾ ਬੋਝ ਘੱਟ ਕਰ ਦਿਓ, ਹਲਕਾ ਕਰ ਦਿਓ, ਇੱਕ ਤਰੀਕਾ, ਜਾਂ ਉਹਨਾਂ ਨੂੰ ਕੋਈ ਛੋਟਾਂ ਦੇ ਦਿਓ। ਠੀਕ ਹੈ। ਜੇ ਤੁਸੀਂ ਲੋਕਾਂ ਸਾਡੇ ਦੇਸ਼ ਦੇ ਵਿੱਚ ਇਹ ਕਹੋ ਕਿ ਤੁਹਾਨੂੰ ਅਸੀਂ ਫਲਾਣੀ ਚੀਜ਼ ਬਣਾ ਕੇ ਦਿੰਦੇ ਆ, ਸੜਕ ਬਣਾ ਕੇ, ਨਾ ਜੀ ਉਹਦਾ ਸਾਨੂੰ ਕੀ ਫਾਇਦਾ, ਮੈਨੂੰ ਦੱਸੋ ਕੀ ਫਾਇਦਾ ਹੁੰਦਾ, ਮੇਰੀ ਜੇਬ 'ਚ ਕੀ ਆਉਂਦਾ, ਮੇਰੀ ਜੇਬ 'ਚ ਕੀ ਆਉਂਦਾ। ਤਾਂ ਇਸ ਕਰਕੇ ਸਰਕਾਰ ਵੀ ਫਿਰ ਉਸ ਤਰ੍ਹਾਂ ਦੀ ਹੋ ਜਾਂਦੀ ਹੈ। ਉਹ ਕਹਿੰਦੇ ਨਾ, ਪੀਪਲ ਗੈਟ ਦੀ ਗਵਰਨੈਂਸ ਦੇ ਡਿਜ਼ਰਵ। ਸਰਕਾਰਾਂ ਇਕੱਲੀਆਂ ਦਾ ਕਸੂਰ ਨਹੀਂ ਹੁੰਦਾ, ਇਹਦੇ ਵਿੱਚ ਸਾਰਿਆਂ ਦਾ ਕਸੂਰ ਹੁੰਦਾ ਹੈ ਕਿ ਲੋਕਾਂ ਨੇ ਮਜਬੂਰ ਕੀਤਾ ਨਾ ਇੱਕ ਤਰੀਕੇ ਨਾਲ, ਉਹਨਾਂ ਤਾਂ ਉਹ ਪਤਾ ਖੇਡਣਾ ਹੀ ਖੇਡਣਾ। ਤਾਂ ਇੱਥੇ ਮਾਲੀ ਪ੍ਰਾਪਤੀਆਂ 1910 ਕਿੱਥੇ ਪੋਜ਼ਿਟਿਵ ਹੈ ਜੀ, ਕਿੱਥੇ -448 ਹੈ। ਯਾਨੀ ਕਿ ਪਹਿਲੀ ਵਾਰ, ਦੂਸਰੀ ਵਾਰ ਹੋ ਗਿਆ ਇਹ ਕਿ ਇਹਨਾਂ 5 ਸਾਲਾਂ ਦੇ ਵਿੱਚ 2 ਵਾਰੀ ਆਮਦਨ ਘਟੀ ਆ। ਇਲੈਕਸ਼ਨ ਜੀ, ਦੋਨੇ ਵਾਰੀ ਚੋਣਾਂ ਦਾ ਸਾਲ, ਦੋਨਾਂ ਚੋਣਾਂ, ਉਹ ਲੋਕ ਸਭਾ, ਇਹ ਸੂਬੇ ਦੀਆਂ ਚੋਣਾਂ ਆ ਗਈਆਂ ਜੀ। ਔਰ ਮਾਲੀ ਖਰਚ 'ਚ ਫੇਰ ਦੇਖੋ 3000 ਕਰੋੜ ਦਾ ਵਾਧਾ ਹੁੰਦਾ, ਪਿਛਲੇ ਸਾਲ 15 ਕਰੋੜ ਦਾ ਸੀ, ਐਤਕੀ 3000 ਦਾ ਜੀ, ਯਾਨੀ ਡਬਲ ਵਾਧਾ ਹੋ ਗਿਆ। ਇਹਦਾ ਕਾਰਨ ਕੀ ਹੋਇਆ ਕਿ ਲੋਕਾਂ ਨੂੰ ਕੁਝ ਰਿਆਇਤਾਂ ਵੱਧ ਦਿੱਤੀਆਂ, ਜਿਹੜੀਆਂ ਪਿਛਲੀਆਂ ਬੁਢਾਪਾ ਪੈਨਸ਼ਨਾਂ ਰਹਿੰਦੀਆਂ ਸੀ ਉਹ ਅਖੀਰਲੇ ਸਾਲ 'ਚ ਦਿੱਤੀਆਂ, ਜਿਹੜਾ ਕੋਈ ਹੋਰ ਕਿਸੇ ਦਾ ਬਕਾਇਆ ਰਹਿੰਦਾ ਸੀ ਜਾਂ ਕੁਝ ਉਹ ਸੀਗਾ ਉਹ ਇਸ ਸਾਲ 'ਚ ਦਿੱਤਾ। ਔਰ ਤੁਹਾਡਾ ਮਾਲੀ ਘਾਟਾ ਤੁਸੀਂ ਦੇਖੋ ਪਿਛਲੇ ਦੋਵਾਂ ਸਾਲਾਂ 'ਚ ਜੀ 2700 2300 5000 ਕਰੋੜ ਬਣਦਾ, ਇਸ ਸਾਲ 5831 ਕਰੋੜ, ਯਾਨੀ ਸਿਰਾ ਲਾਤਾ। ਔਰ ਇਹਨਾਂ ਦਾ ਜਦੋਂ ਅਸੀਂ ਜੋੜ ਕਰਦੇ ਆ, ਆਖਰੀ ਕਾਲਮ ਜੋੜਦਾ ਆ ਬਈ 5 ਸਾਲਾਂ ਦੀਆਂ, 6ਵੇਂ ਸਾਲ ਦੀਆਂ 5569 ਇਹਦੇ 'ਚ ਨਹੀਂ ਜੋੜੀਆਂ, ਇਹਦੇ 'ਚ 5 ਸਾਲਾਂ ਦੀਆਂ 37876, 52887, ਔਰ ਜਿਹੜਾ ਮਾਲੀ ਘਾਟਾ ਆ ਉਹ ਹੈ 15011 ਕਰੋੜ। 15000 ਕਰੋੜ 5 ਸਾਲ ਦਾ, ਜਿੰਨਾ ਪਿਛਲਾ ਸਾਰਾ ਸੀ ਜੀ ਤਕਰੀਬਨ। ਔਰ ਜੇ ਤੁਹਾਨੂੰ ਯਾਦ ਹੋਵੇ ਕਰਜ਼ੇ ਵਾਲੇ ਪਿਛਲੇ ਤੋਂ, ਤਾਂ ਉੱਥੇ ਆਪਾਂ ਕਰਜ਼ਾ ਕਿੰਨਾ ਚੁੱਕਿਆ ਸੀ, 16000 ਦਾ, 17000 ਤੋਂ ਥੋੜਾ ਜਿਹਾ ਘੱਟ, ਜਿੰਨਾ ਬੁੱਕਲ 'ਚ ਲੈ ਕੇ ਆਏ ਸੀ। ਹਾਂਜੀ, ਉਹਨਾਂ ਚੁੱਕਿਆ। ਇਹਦਾ ਮਤਲਬ ਜਿੰਨਾ ਕਰਜ਼ਾ ਚੁੱਕਿਆ ਉਹ 'ਚੋਂ 15000 ਤਾਂ ਅਸੀਂ ਮਾਲੀ ਤੇ ਖਰਚ ਕਰਤਾ। ਇਹਦਾ ਮਤਲਬ ਇਨਵੈਸਟਮੈਂਟ ਕਿੰਨੀ ਕੀਤੀ, ਸਿਰਫ 2000 ਕਰੋੜ। ਤਾਂ 5 ਸਾਲਾਂ 'ਚ 2000 ਕਰੋੜ ਦੀ ਇਨਵੈਸਟਮੈਂਟ ਕੀ ਇਨਵੈਸਟਮੈਂਟ ਹੈ, ਜਾਂ ਪਲਾਨ ਜਿਹੜੀ ਕੀ। ਔਰ ਸਭ ਤੋਂ ਥੱਲੇ CAGR, ਮੈਂ ਤੁਹਾਨੂੰ ਪਿਛਲੀ ਵਾਰੀ ਵੀ ਸਮਝਾਇਆ ਸੀ, ਫੇਰ ਦੱਸ ਦਿਆਂ ਕਿ ਇਹਦਾ ਮਤਲਬ ਹੁੰਦਾ ਕੰਪਾਊਂਡਡ ਐਨੂਅਲ ਗਰੋਥ ਰੇਟ, ਯਾਨੀ ਸਾਲ ਦਰ ਸਾਲ ਵਾਧਾ ਦਰ, ਕਿਉਂਕਿ ਕਿਸੇ ਸਾਲ ਹਾਇਰ ਰੇਟ ਨਾਲ ਵਾਧਾ ਹੁੰਦਾ। ਜਦੋਂ ਅਸੀਂ 5 ਸਾਲ ਦੀ ਐਵਰੇਜ ਕਰਦੇ ਆ ਤਾਂ ਇੱਕ ਫਾਰਮੂਲਾ ਹੁੰਦਾ ਸਾਡੇ ਕੋਲ, ਮਾਲੀ ਪ੍ਰਾਪਤੀਆਂ ਵੱਧ ਰਹੀਆਂ ਸਾਲ ਦਰ ਸਾਲ 10% ਦੇ ਨਾਲ। ਇਹ ਬੜੀ ਇੰਪੋਰਟੈਂਟ ਚੀਜ਼ ਹੈ, ਕਿਉਂਕਿ ਇੱਥੇ ਇਹ ਨਿਚੋੜ ਹੈ ਸਾਰੀ ਗੱਲ ਦਾ। ਔਰ ਜਿਹੜਾ ਮਾਲੀ ਖਰਚਾ ਹੈ ਉਹ ਵੱਧ ਰਿਹਾ 16.3% ਦੀ CAGR ਨਾਲ। ਔਰ ਇਹਦਾ ਅਸਰ ਕਿੰਨਾ ਪੈਂਦਾ, ਤੁਸੀਂ ਦੇਖੋ 6.3% ਹੀ ਵਾਧਾ ਹੈ, ਪਰ ਜਦੋਂ ਅਸੀਂ ਮਾਲੀ ਘਾਟੇ ਦੀ ਇਹ ਵਾਧਾ ਦਰ ਦੇਖਦੇ ਹਾਂ ਤਾਂ ਇਹ ਪਹੁੰਚ ਜਾਂਦੀ 33.8 ਜੀ,
ਈਅਰ ਵਾਈਜ਼ ਈਅਰ, ਯਾਨੀ ਬੇਸ ਨੂੰ ਅਗਰ ਤੁਸੀਂ ਹਰ ਸਾਲ ਉਹਦਾ 33% ਐਡ ਇਸ ਤਰ੍ਹਾਂ ਕਰੀ ਜਾਓਗੇ, ਉਹਨੂੰ ਗੁਣਾ ਕਰੀ ਜਾਓਗੇ, ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ 1.338 ਤਾਂ ਅਖੀਰਲੀ ਫਿਗਰ ਤੁਹਾਡੇ ਕੋਲੇ ਆ ਜਾਏਗੀ। ਤਾਂ ਇਹ ਇੱਕ ਤਰੀਕੇ ਦੇ ਨਾਲ ਇਹਦੇ ਵਿੱਚੋਂ ਇੱਕ ਪੈਟਰਨ ਕਲੀਅਰ ਸੀਗਾ ਕਿ ਜਾਣਬੁੱਝ ਕੇ ਅਖੀਰਲੇ ਸਾਲ ਜਾਂ ਇਲੈਕਸ਼ਨ ਈਅਰ ਦੇ ਵਿੱਚ ਮਾਲੀਏ ਦੇ ਉੱਤੇ ਕੰਪਰੋਮਾਈਜ਼ ਕੀਤਾ ਜਾਂਦਾ ਰਿਹਾ। ਦੂਸਰੇ ਪਾਸੇ ਜਿਹੜਾ ਖਰਚ ਹੈਗਾ ਉਹ ਸਰਕਾਰ ਦਾ ਮਾਲੀ ਖਰਚ ਇੱਕਦਮ ਵੱਧ ਜਾਂਦਾ। ਠੀਕ ਹੈ ਜੀ। ਸੋ ਡਾਕਟਰ ਸਾਹਿਬ ਹੋਰਾਂ ਨੇ 5 ਸਾਲ ਦਾ ਲੇਖਾ ਜੋਖਾ ਦਿੱਤਾ। ਆਪਾਂ ਸਾਰੀਆਂ ਸਰਕਾਰਾਂ ਦਾ ਮਸਲਾ ਇੱਥੇ ਕਲੀਅਰ ਕਰਨਾ ਹੈ। ਹੋ ਸਕਦਾ ਤੁਹਾਨੂੰ ਅੰਕੜਿਆਂ ਦਾ ਬੋਝ ਲੱਗੇ, ਪਰ ਮੈਂ ਫੇਰ ਇੱਕ ਵਾਰੀ ਕਲੀਅਰ ਕਰ ਦੇਣਾ ਕਿ ਹਰ ਸਰਕਾਰ ਨੂੰ ਪੰਜਾਬ ਦੇ ਵਿੱਚ ਪਿਛਲੀ ਸਰਕਾਰ ਤੋਂ ਘਾਟਾ ਮਿਲਿਆ, ਉਹਨੂੰ ਕਰਜ਼ਾ ਮਿਲਿਆ। ਉਹਦੇ ਤੋਂ ਬਾਅਦ ਫਿਰ ਕੋਸ਼ਿਸ਼ ਕੀ ਹੋਣੀ ਚਾਹੀਦੀ ਹੈ ਕਿ ਆਪਾਂ ਖਰਚ ਘਟਾਈਏ, ਆਪਾਂ ਕਿਸੇ ਤਰੀਕੇ ਆਮਦਨ ਵਧਾਈਏ। ਜੇ ਆਪਾਂ ਨੂੰ ਕਰਜ਼ਾ ਵੀ ਲੈਣਾ ਪੈਂਦਾ ਤੇ ਉਹਨੂੰ ਉਸ ਕੰਮ ਦੇ ਵਿੱਚ ਵਰਤੀਏ ਜਿੱਥੋਂ 4 ਪੈਸੇ ਹੋਰ ਜੁੜਨ, ਆਪਾਂ ਪਿਛਲਾ ਕਰਜ਼ਾ ਲਾ ਸਕੀਏ। ਪਰ ਸਾਡੀ ਤਰਾਸਦੀ ਇਹ ਰਹੀ ਹੈ ਕਿ ਜਦੋਂ ਚੋਣਾਂ ਲੋਕ ਸਭਾ ਦੀਆਂ ਨੇੜੇ ਆਈਆਂ, ਆਪਾਂ ਥੋੜੀ ਜਿਹੀ ਆਮਦਨ ਘਟਾ ਲਈ ਕਿ ਲੋਕ ਖੁਸ਼ ਹੋ ਜਾਣ। ਆਪਾਂ ਥੋੜਾ ਜਿਹਾ ਲੋਕਾਂ ਨੂੰ ਰਿਆਇਤਾਂ ਦਿੱਤੀਆਂ ਕਿ ਵੋਟਾਂ ਪੈ ਜਾਣ, ਤੇ ਉਹਦਾ ਸਿੱਟਾ ਕੀ ਨਿਕਲਿਆ ਕਿ ਘਾਟੇ ਵਧੀ ਗਏ, ਕਰਜ਼ੇ ਅਗਲੇ ਸਾਲਾਂ 'ਚ ਹੋਰ ਲੈਣੇ ਪਏ। ਉਹ ਫਿਰ ਉਹਨਾਂ ਕੰਮਾਂ ਦੇ ਉੱਤੇ ਖਰਚ ਹੁੰਦੇ ਰਹੇ ਜਿੱਥੋਂ ਪੈਸਾ ਹੋਰ ਕੋਈ ਆਉਣਾ ਨਹੀਂ ਸੀ, ਤੇ ਪੰਜਾਬ ਅੱਜ ਬਹੁਤ ਵੱਡੇ ਕਰਜ਼ੇ ਦੇ ਬੋਝ ਦੇ ਹੇਠ ਹੈ। ਹੁਣ ਮੈਂ ਫਿਰ ਇੱਕ ਵਾਰੀ ਕਹਾਂ ਕਿ ਤੁਸੀਂ ਇਹ ਕਲੀਅਰ ਕਰੋ ਕਿ ਮਾਈਂਡ ਸੈੱਟ ਕੀ ਹੈ। 2002 ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ, ਉਹਦੇ ਤੋਂ ਠੀਕ ਪਹਿਲਾਂ ਜਿਹੜਾ ਤਾਂ ਆਮਦਨ ਆਉਂਦੀ ਸੀ ਟੈਕਸਾਂ ਤੋਂ, ਉਹਦੇ ਵਿੱਚ ਛੋਟ ਕੁਛ ਹੋ ਗਈ, ਆਮਦਨ ਘਟ ਗਈ, ਖਰਚਾ ਦੁੱਗਣਾ ਕਰ ਦਿੱਤਾ ਕਿ ਭਾਈ ਦੇ ਦਿਓ, ਸਿੱਟ ਦਿਓ ਬਜਰੀ, ਆ ਵੀ ਕਰ ਦਿਓ। ਇਹ ਇੱਕ ਸਰਕਾਰ ਨੇ ਨਹੀਂ, ਸਾਰੀਆਂ ਦੇ ਇਹ ਹਾਲਾਤ ਰਹੇ। ਤੇ ਅੱਜ ਜੇ ਅਸੀਂ ਕਹਿੰਦੇ ਕਿ ਪੰਜਾਬ ਦੇ ਬੱਚੇ ਦੇ ਸਿਰ ਲੱਖ ਲੱਖ ਰੁਪਈਏ ਦਾ ਕਰਜ਼ਾ ਹੈ, ਉਹਦਾ ਕਿਤੇ ਨਾ ਕਿਤੇ ਸਿੱਟਾ ਆ ਵੀ ਹੈ ਕਿ ਖੁਸ਼ ਭਾਵੇਂ ਅਸੀਂ ਹੋ ਜਾਂਦੇ ਹਾਂ ਕਿ ਭਾਈ ਆ ਦੇਤਾ ਜੀ ਆਖਰੀ ਸਮੇਂ ਤੇ ਆ ਕੇ, ਪਰ ਉਹਦਾ ਬੋਝ ਆਖਰਕਾਰ ਲੋਕਾਂ ਤੇ ਪੈਣਾ ਜੀ। ਹੁਣ ਡਾਕਟਰ ਸਾਹਿਬ 2002 'ਚ ਵੋਟਾਂ ਪੈ ਗਈਆਂ ਜੀ, ਅਕਾਲੀ ਦਲ ਭਾਜਪਾ ਦਾ ਗੱਠਜੋੜ ਹਾਰ ਗਿਆ ਜੀ, ਕੈਪਟਨ ਸਾਹਿਬ ਦੀ ਅਗਵਾਈ 'ਚ ਕਾਂਗਰਸ ਜਿੱਤ ਗਈ, ਸਰਕਾਰ ਉਹਨਾਂ ਦੀ ਬਣ ਗਈ, ਤੇ ਆਪਾਂ ਇੱਥੇ ਉਹਨਾਂ ਨੂੰ 2001-02 ਦਾ 9929 ਕਰੋੜ ਦੀਆਂ ਪ੍ਰਾਪਤੀਆਂ, 14760 ਕਰੋੜ ਦਾ ਖਰਚ ਤੇ 5831 ਦਾ ਘਾਟਾ ਦੇ ਦਿੱਤਾ। ਹੁਣ ਇਹਦੇ ਤੋਂ ਅੱਗੇ ਕੈਪਟਨ ਸਾਹਿਬ ਨੇ ਕੀ ਕੀਤਾ ਉਹ ਦੱਸਿਓ। ਬਾਟ ਸਾਹਿਬ, ਆਪਾਂ ਜਦੋਂ ਪਿਛਲਾ ਪ੍ਰੋਗਰਾਮ ਕੀਤਾ ਸੀ ਡੈਟ ਵਾਲਾ, ਉਹਦੇ ਵਿੱਚ ਵੀ ਆਪਾਂ ਦੱਸਿਆ ਸੀ ਕਿ ਇਹ 5 ਸਾਲ ਜਿਹੜੇ ਆ ਟੋਟਲ ਸਮੁੱਚੇ 25 ਸਾਲਾਂ ਦੇ ਵਿੱਚੋਂ ਇਹ ਸਿਰਫ ਇੱਕ ਪੀਰੀਅਡ ਹੈ ਜਿਹਦੇ ਵਿੱਚ ਕਰਜ਼ਾ ਘੱਟ ਵਧਿਆ, ਯਾਨੀ ਵਧਿਆ ਜ਼ਰੂਰ ਹੈ ਜੀ, ਘੱਟ ਵਧਿਆ। ਉਹਦਾ ਕਾਰਨ ਕੀ ਸੀ ਕਿ ਇਸ ਟਾਈਮ ਦੇ ਵਿੱਚ ਉਹਨਾਂ ਨੇ ਮਾਲੀ ਪ੍ਰਾਪਤੀਆਂ ਵਧਾਉਣ ਲਈ ਕੋਸ਼ਿਸ਼ ਵੀ ਕੀਤੀ ਬੜੀ ਜ਼ਬਰਦਸਤ, ਔਰ ਉਹਨਾਂ ਨੇ ਖਰਚੇ ਨੂੰ ਕੰਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਅੰਕੜੇ ਖੁਦ ਬ ਖੁਦ ਦੱਸਣਗੇ, ਸਾਨੂੰ ਦੱਸਣ ਦੀ ਜ਼ਰੂਰਤ ਨਹੀਂ, ਕਿਉਂਕਿ ਟਾਈਮ ਬਹੁਤ ਲੰਘ ਗਿਆ। ਹੋ ਸਕਦਾ ਬਹੁਤ ਸਾਰੇ ਲੋਕਾਂ ਨੇ ਉਹ ਸਰਕਾਰ ਦੇਖੀ ਵੀ ਨਾ ਹੋਵੇ, ਅਸੀਂ ਦੇਖੀ ਹੈ, ਪਰ ਅਸੀਂ ਕਿਸੇ ਸਰਕਾਰ ਦੀ ਇਸ ਤਰ੍ਹਾਂ ਗੱਲ ਨਹੀਂ ਕਰ ਰਹੇ। ਸਾਡੇ ਤਾਂ ਸਿਰਫ ਅੰਕੜੇ ਗੱਲ ਕਰਨਗੇ, ਜੋ ਕਹਿੰਦੇ ਅਸੀਂ ਉਹਦੇ ਅਕੋਰਡਿੰਗਲੀ ਆਪਣਾ ਸਿੱਟਾ ਜਿਹੜਾ ਉਹ ਕੱਢ ਦੇਣਾ। ਠੀਕ ਹੈ ਜੀ। ਤਾਂ ਜਦੋਂ ਇਹ 2002-03 'ਚ ਪਹਿਲਾ ਸਾਲ ਆਉਂਦਾ ਹੈ ਤਾਂ ਪਹਿਲੇ ਸਾਲ ਦੇ ਵਿੱਚ ਇਹਨਾਂ ਦੀਆਂ ਪ੍ਰਾਪਤੀਆਂ 11,071 ਕਰੋੜ ਰੁਪਏ ਦੀ। ਠੀਕ ਹੈ ਜੀ। ਔਰ ਪਿਛਲੇ ਸਾਲ ਨਾਲੋਂ 2142 ਕਰੋੜ ਵੱਧ ਹੈ। ਠੀਕ ਹੈ ਜੀ। ਹੁਣ ਇੱਕ ਵਾਰੀ ਫੇਰ ਦੇਖਿਓ, ਪਿਛਲੇ ਸਾਲ 446 ਕਰੋੜ ਦਾ ਘਾਟਾ ਜੀ, ਇੱਥੇ 2142 ਕਰੋੜ ਦਾ ਵਾਧਾ। ਅਗਲੇ ਸਾਲ ਇਹ ਵਾਧਾ 1068 ਕਰੋੜ ਦਾ ਆ ਜੀ, ਘੱਟ ਹੈ। ਉਹਦਾ ਕਾਰਨ ਕੀ ਹੈ ਕਿ ਪਿਛਲੀ ਸਰਕਾਰ ਨੇ ਜਿਹੜੀਆਂ ਛੋਟਾਂ ਕਿਸੇ ਨੂੰ, ਚੱਲ ਕੋਈ ਨਹੀਂ ਤੂੰ ਵੈਟ ਤਰਨ ਵਾਲਾ ਰਹਿੰਦਾ ਜਾਂ 4 ਮਹੀਨੇ ਖੜੋ ਕੇ ਦੇ ਦਿੰਦੇ, ਜੁਰਮਾਨਾ ਨਹੀਂ ਲਾਉਂਦੇ, ਚਲੋ ਇਹਨਾਂ ਵਾਲੇ ਕੋਈ ਹਾਊਸ ਟੈਕਸ ਜਾਂ ਕਿਸੇ ਚੀਜ਼ ਦਾ ਬਕਾਇਆ ਕੋਈ ਗੱਲ ਨਹੀਂ। ਬਾਅਦ ਉਹ ਜਦੋਂ ਅਗਲੀ ਸਰਕਾਰ ਆਉਂਦੀ ਹੈ ਉਹ ਪਿਛਲਾ ਸਾਰਾ ਉਗਰਾ ਲੈਂਦੀ, ਕਿਉਂਕਿ ਵੋਟਾਂ ਨਹੀਂ ਹੁੰਦੀਆਂ। ਬਿਲਕੁਲ, ਵੋਟਾਂ ਨਹੀਂ ਹੁੰਦੀਆਂ। ਇਸ ਕਰਕੇ ਇੱਥੇ ਤੁਹਾਨੂੰ ਵਾਧਾ ਜਿਹੜਾ ਜ਼ਿਆਦਾ ਦੇਖਣ ਨੂੰ ਮਿਲੇਗਾ। ਪਰ ਦੂਸਰੇ ਪਾਸੇ ਇੱਥੇ ਮਾਲੀ ਖਰਚ ਜਿਹੜਾ ਹੈ ਉਹ ਸਿਰਫ 824 ਕਰੋੜ ਵੱਧਦਾ ਹੈ, ਜਿਹੜਾ ਪਹਿਲਾਂ 3000 ਕਰੋੜ ਸੀ। 3000 ਕਰੋੜ ਹਿਸਾਬ ਨਾਲ ਵਧਿਆ ਸੀਗਾ ਅਖੀਰਲੇ ਸਾਲ 'ਚ, 824 ਕਰੋੜ ਵੱਧਦਾ ਹੈ। ਸਿੱਟੇ ਵਜੋਂ ਮਾਲੀ ਘਾਟਾ ਪਹਿਲੀ ਵਾਰੀ ਪਿਛਲੇ ਸਾਲ ਨਾਲੋਂ ਘਟਿਆ ਔਰ ਅੱਗੇ ਅੱਗੇ ਘਟਦਾ ਜਾ ਰਿਹਾ, ਤੁਹਾਨੂੰ ਦਿਖੇਗਾ 4513 ਕਰੋੜ ਰੁਪਏ ਦਾ। ਠੀਕ ਹੈ। ਉਸ ਤੋਂ ਬਾਅਦ ਦੂਸਰੇ ਸਾਲ 'ਚ ਸਰਕਾਰ ਦੀਆਂ ਮਾਲੀ ਪ੍ਰਾਪਤੀਆਂ 12139 ਕਰੋੜ ਦੀਆਂ, ਵਾਧਾ 1068 ਕਰੋੜ ਦਾ, ਜਿਹੜੀ ਪਿਛਲੇ ਸਾਲ ਨਾਲੋਂ ਘੱਟ ਅੱਧ ਰਹਿ ਗਿਆ, ਘਟ ਗਿਆ। ਕਾਰਨ ਕੀ ਸੀ ਕਿ ਪਿੱਛੇ ਤਾਂ ਪਿਛਲਾ ਬਕਾਇਆ ਲਿਆ ਜਿਹੜਾ ਉਹੀ ਸੀਗਾ। ਖਰਚਾ ਜਿਹੜਾ 17124 ਕਰੋੜ ਦਾ ਹੋ ਗਿਆ, ਇਹਦੇ 'ਚ ਪਿਛਲੇ ਸਾਲ ਨਾਲੋਂ ਜ਼ਿਆਦਾ ਵਾਧਾ ਹੋਇਆ। ਬਿਲਕੁਲ ਠੀਕ ਹੈ, ਡਬਲ ਹੋ ਗਿਆ, ਤਕਰੀਬਨ ਡਬਲ ਹੋ ਗਿਆ। ਔਰ ਮਾਲੀ ਘਾਟਾ ਪਿਛਲੇ ਸਾਲ ਨਾਲੋਂ 400 ਕਰੋੜ ਵਧਿਆ। ਠੀਕ ਹੈ ਜੀ, ਯਾਨੀ ਉਹ 4985 ਕਰੋੜ ਦਾ। ਅਗਲੇ 3 ਸਾਲ ਇਹ ਕਾਫੀ ਤੇਜ਼ੀ ਨਾਲ ਘਟਦਾ ਹੈ। ਠੀਕ ਹੈ ਜੀ। ਉਸ ਤੋਂ ਅਗਲੇ ਸਾਲ ਅਸੀਂ ਤੀਸਰੇ ਸਾਲ ਸਰਕਾਰ ਦੇਖਦੇ ਹਾਂ, 13808 ਕਰੋੜ ਦੀਆਂ ਪ੍ਰਾਪਤੀਆਂ, 1669 ਕਰੋੜ ਦਾ ਵਾਧਾ, ਯਾਨੀ ਪਿਛਲੇ ਸਾਲ ਨਾਲੋਂ ਡਿਉੜਾ। ਠੀਕ ਹੈ। ਜਦੋਂ ਅਸੀਂ ਖਰਚ ਦੇਖਦੇ ਹਾਂ ਉਹਦੇ 'ਚ ਬੜਾ ਨਿਗੁਣਾ ਵਾਧਾ ਹੁੰਦਾ, 17124, 18056, 932 ਕਰੋੜ ਦਾ ਸਿਰਫ ਵਾਧਾ।
ਤੇ ਮਾਲੀ ਘਾਟਾ ਰਹਿ ਗਿਆ 4248 ਕਰੋੜ ਠੀਕ ਹੈ ਰੁਪਏ ਜੀ। ਆਖਰੀ ਇਸ ਸਾਲ ਦੇ ਵਿੱਚ। ਚੌਥੇ ਸਾਲ 'ਚ ਮਾਲੀ ਪ੍ਰਾਪਤੀਆਂ ਹੋਰ ਵਧੀਆਂ, ਠੀਕ ਹੈ ਜੀ। ਜਾਣੀ 16966। ਇਹ ਪਿਛਲੇ ਸਾਲ ਨਾਲੋਂ ਡਬਲ ਵਾਧਾ, ਠੀਕ ਹੈ। 3158 ਕਰੋੜ, 1669 3158, ਜਾਣੀ ਮੋਟਾ ਥੋੜਾ ਜਿਹਾ ਘੱਟ ਹੋਊਗਾ, ਡਬਲ ਗਿਣ ਲਓ। ਖਰਚਾ ਜਿਹੜਾ ਉਹਦੇ ਚੋਂ ਸਿਰਫ 1071 ਕਰੋੜ ਦਾ ਵਾਧਾ ਹੁੰਦਾ, 9757 ਕਰੋੜ ਜੀ। 2791 ਕਰੋੜ ਦਾ ਰਹਿ ਗਿਆ ਮਾਲੀ ਘਾਟਾ 4200 ਚੋਂ। ਹੈਗਾ ਘਾਟਾ ਹੀ ਆ, ਪਰ ਘਟਿਆ ਜੀ। ਔਰ ਅਖੀਰਲੇ ਸਾਲ ਦੇ ਵਿੱਚ ਇੱਥੇ ਵੀ ਆ ਕੇ ਉਹੀ ਚੀਜ਼ ਹੋ ਗਈ ਕਿ ਮਾਲੀਆ ਪਿਛਲੇ ਸਾਲ 16966 ਸੀ, ਇੱਥੇ 16796, ਜਿਹੜੀ 170 ਕਰੋੜ ਘਟਿਆ। ਹੱਥ ਘੁੱਟ ਲਿਆ ਥੋੜਾ ਜਿਹਾ, ਵੀ ਰਹਿਣ ਦਿਓ, ਇਲੈਕਸ਼ਨ ਆ ਗਈ। ਠੀਕ ਹੈ ਜੀ। ਔਰ ਇੱਥੇ ਇੱਕ ਚੀਜ਼ ਹੋਰ ਤੁਹਾਨੂੰ ਦੇਖਣ ਨੂੰ ਮਿਲੇਗੀ ਕਿ ਮਾਲੀ ਖਰਚ ਵੀ ਘਟਿਆ ਜੀ, ਪਰ ਇਹ ਤਾਂ ਜਦੋਂ ਤੁਸੀਂ ਅਗਲੇ 'ਚ ਦੇਖੋਗੇ ਇੱਕਦਮ ਵਧੇਗਾ। ਅਗਲੀ ਸਰਕਾਰ ਵੇਲੇ ਬਕਾਏ ਛੱਡ ਦਿੱਤੇ, ਸਾਰੇ ਖਰਚੇ ਖੋ ਗਏ, ਕਰ ਲੈ, ਪਤਾ ਨਹੀਂ ਆਪਾਂ ਆਉਣਾ ਕਿ ਕਿਹਨੇ ਆਉਣਾ ਜੀ, ਠੀਕ ਹੈ, ਦੇਖੀ ਜਾਊ। ਪਰ ਜਿਹੜਾ ਮਾਲੀ ਘਾਟਾ ਤੁਹਾਡਾ ਸਿਰਫ 1748 ਕਰੋੜ ਰਹਿ ਗਿਆ। ਠੀਕ ਹੈ। ਹੁਣ 5 ਸਾਲਾਂ ਦਾ ਲੇਖਾ ਜੋਖਾ ਕਰ ਲਈਏ, ਮਾਲੀ ਪ੍ਰਾਪਤੀਆਂ 70780 ਕਰੋੜ ਜੀ, ਮਾਲੀ ਖਰਚ 99065 ਕਰੋੜ ਜੀ, 18285 ਕਰੋੜ ਦਾ ਘਾਟਾ ਇਹਨਾਂ 5 ਸਾਲਾਂ 'ਚ ਪੈ ਗਿਆ। ਠੀਕ ਹੈ। ਪਰ ਜੇ ਤੁਸੀਂ CAGR ਦੇਖੋ, ਜਿਹੜਾ ਸਭ ਤੋਂ 5 ਸਾਲਾਂ ਦਾ ਨਿਚੋੜ ਹੈ, ਮਾਲੀ ਪ੍ਰਾਪਤੀਆਂ 'ਚ ਵਾਧਾ 3.5% ਨਾਲ ਹੋ ਰਿਹਾ ਹੈ ਜੀ, ਮਾਲੀ ਖਰਚ 'ਚ 4.6% ਨਾਲ ਹੋ ਰਿਹਾ ਹੈ। ਔਰ ਮਾਲੀ ਘਾਟਾ ਭਾਵੇਂ ਵਧਿਆ ਹੈ, ਪਰ ਫਾਰਮੂਲਾ ਕੈਲਕੂਲੇਸ਼ਨ ਕਹਿੰਦੀ ਹੈ ਕਿ ਇਹਨਾਂ ਦੇ ਵਿੱਚ -2.1 ਦੀ ਦਰ ਦੇ ਨਾਲ ਵਾਧਾ ਹੋਇਆ ਭਾਵੇਂ ਵਾਧਾ ਹੈ, ਪਰ ਇਹ ਜਦੋਂ ਸੀਰੀਜ਼ ਚੱਲਦੀ ਹੈ ਤਾਂ ਉਹਦੇ ਵਿੱਚ ਕੁਛ ਇੱਕ ਪੈਰਾਮੀਟਰਸ ਹੁੰਦੇ ਆ, ਉਹਦੇ ਅਕੋਰਡਿੰਗਲੀ। ਜਾਣੀ ਤੁਸੀਂ ਇਹਨਾਂ ਦੋਵਾਂ 'ਚੋਂ ਦੇਖ ਲਓ ਕਿ ਪਿਛਲੀ ਵਾਰੀ 10% ਦੇ ਹਿਸਾਬ ਨਾਲ ਸਾਡਾ ਮਾਲੀ ਆਮਦਨ ਜਿਹੜੀ ਵੱਧ ਰਹੀ ਸੀਗੀ, ਔਰ ਜਦੋਂ ਅਸੀਂ ਗੱਲ ਕਰਦੇ ਸੀਗੇ ਉਹਦੀ ਖਰਚੇ ਦੀ, ਉਹ 16.3% ਨਾਲ, ਔਰ CAGR 33.3% ਮਾਲੀ ਘਾਟਾ ਸੀ, ਔਰ ਇੱਥੇ ਆਣ ਕੇ ਇਹ ਮਾਈਨਸ ਦੇ ਵਿੱਚ ਆ ਗਈ। ਜਾਣੀ ਜੇ ਆਪਾਂ ਸੂਬੇ ਦੇ ਪੱਖ ਤੋਂ ਦੇਖਣਾ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਜਿਹੜਾ ਪਹਿਲਾ ਕਾਰਜਕਾਲ, ਉਸ ਕਾਰਜਕਾਲ ਦੇ ਵਿੱਚ ਉਹਨਾਂ ਨੇ ਕੁਛ ਠੀਕ ਕੰਮ ਕੀਤਾ ਕਰਨ ਦੀ ਕੋਸ਼ਿਸ਼। ਹਾਲਾਂਕਿ ਉਸ ਟਾਈਮ ਦੇ ਉੱਤੇ ਕੁਛ ਟਾਈਮ ਤਾਂ ਫਾਈਨਾਂਸ ਮਿਨਿਸਟਰ ਮਿਸਟਰ ਸੁਰਿੰਦਰ ਸਿੰਗਲਾ ਰਹੇ, ਇਕਨੋਮਿਕਸ ਨਾਲ ਉਹਨਾਂ ਦਾ ਸੰਬੰਧ ਸੀਗਾ ਜੀ। ਫਿਰ ਬਾਅਦ ਦੇ ਵਿੱਚ ਸਰਦਾਰ ਲਾਲ ਸਿੰਘ ਆਏ ਸੀਗੇ, ਕੁਛ ਬਾਬਾ ਦੇਰ ਉਹ ਵਿੱਤ ਮੰਤਰੀ ਰਹੇ, ਜਿਨ੍ਹਾਂ ਦਾ ਸ਼ਾਇਦ ਇਕਨੋਮਿਕਸ ਦੇ ਨਾਲ ਕੋਈ ਇੰਨਾ ਜ਼ਿਆਦਾ ਉਹ ਰਿਸ਼ਤਾ ਨਹੀਂ ਹੈ, ਪਰ ਕਿਉਂਕਿ ਅਫਸਰਸ਼ਾਹੀ ਸਾਰੀ ਕੰਮ ਤਾਂ ਉਹੀ ਕਰਦੇ ਨੇ। ਵਿੱਤ ਮੰਤਰੀ ਨੇ ਤਾਂ ਬਣਿਆ ਭਾਸ਼ਣ ਤਿਆਰ ਕੀਤਾ, ਪੜ੍ਹਨਾ ਆ ਉੱਥੇ ਜਾ ਕੇ। ਅਫਸਰਸ਼ਾਹੀ ਨੂੰ ਇੰਨਾ ਕੁ ਖਿੱਚਿਆ ਸੀਗਾ, ਜਾਂ ਸਾਰੇ ਜਿੰਨੇ ਵੀ ਰੈਵਨਿਊ ਡਿਪਾਰਟਮੈਂਟ ਜਾਂ ਦੂਸਰੇ ਤੀਸਰੇ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਖਿੱਚਿਆ ਸੀ ਕਿ ਮਾਲੀਆ ਜਿਹੜਾ ਵੱਧ ਰਿਹਾ, ਔਰ ਦੂਸਰੇ ਪਾਸੇ ਖਰਚੇ ਦੇ ਉੱਤੇ ਲਗਾਮ ਲਗਾਈ ਜੀ। ਪਰ ਇਹ ਟ੍ਰੈਂਡ ਕੈਪਟਨ ਸਾਹਿਬ ਦੀ ਦੂਜੀ ਟਰਮ 'ਚ ਨਹੀਂ ਦਿਸਿਆ? ਨਾ ਜੀ, ਨਾ। ਅੱਛਾ, ਯਾਨੀ ਜਿਹੜੇ ਪਹਿਲੇ ਕੈਪਟਨ ਸਾਹਿਬ ਸੀ ਉਹ ਦੂਜੇ ਨਹੀਂ ਸੀ। ਆਪਾਂ ਉੱਥੇ ਜਦੋਂ ਪਹੁੰਚੇ ਤੁਸੀਂ ਦੇਖ ਲਓਗੇ, ਕਰਜ਼ੇ ਦੇ ਟਾਈਮ ਦੇ ਉੱਤੇ ਵੀ ਤਾਂ ਇਹੀ ਚੀਜ਼ ਦੇਖੀ ਸੀ ਅਸੀਂ ਜੀ, ਕਿ ਪਹਿਲੀ ਸਰਕਾਰ ਵੇਲੇ ਕਰਜ਼ਾ ਵਧਿਆ ਪਰ ਉਨੀ ਦਰ ਦੇ ਨਾਲ ਨਹੀਂ ਵਧਿਆ ਜੀ। ਪਰ ਇੱਥੇ ਜਦੋਂ ਅਸੀਂ ਆ ਗਏ, ਆ ਸਾਨੂੰ ਇਹ ਚੀਜ਼, ਇਸ ਤੋਂ ਬਾਅਦ ਜਦੋਂ ਅਸੀਂ ਮਾਲੀ ਪ੍ਰਾਪਤੀਆਂ ਔਰ ਮਾਲੀ ਖਰਚ ਦੀ ਚੀਰਫਾੜ ਕਰਾਂਗੇ ਜੀ, ਜੇ ਲੋਕਾਂ ਨੇ ਚਾਹਿਆ ਤਾਂ ਉੱਥੇ ਫਿਰ ਅਸੀਂ ਦੱਸਾਂਗੇ ਕਿ ਮਾਲੀ ਖਰਚ ਜਿਹੜਾ ਇਹ ਕਿੱਥੇ ਹੁੰਦਾ ਹੈ। ਆਮ ਲੋਕਾਂ ਦੇ ਮਨ 'ਚ ਧਾਰਨਾ ਹੈ ਕਿ ਤਨਖਾਹਾਂ ਪੈਨਸ਼ਨਾਂ ਵਾਲਿਆਂ ਨੇ ਸਰਕਾਰ ਦਾ ਦਿਵਾਲਾ ਕੱਢਿਆ ਹੋਇਆ, ਇਹ ਇੱਥੇ ਹੀ ਦੱਸਾਂਗੇ ਅਸੀਂ ਕਿ ਕਿਸੇ ਵੇਲੇ ਸੀ ਇਹ ਚੀਜ਼, ਇਹ ਫੈਕਟ ਸੀ, ਪਰ ਅੱਜ ਤਨਖਾਹਾਂ ਪੈਨਸ਼ਨਾਂ ਨਾਲੋਂ ਸਬਸਿਡੀਆਂ, ਵਿਆਜ ਅਦਾਇਗੀਆਂ ਕਿਤੇ ਭਾਰੂ ਹੋ ਗਈਆਂ। ਲਓ ਜੀ, ਹੁਣ ਕੈਪਟਨ ਸਾਹਿਬ ਦੀ ਸਰਕਾਰ ਦੀ ਪਹਿਲੀ ਟਰਮ ਜਿਹੜੀ ਹੈ ਉਹ ਕੁਛ ਠੀਕ ਸੀ। ਯਤਨ ਲੱਗਦਾ ਕਿ ਉਹਨਾਂ ਨੇ ਕੀਤਾ ਕਿ ਖਰਚ ਥੋੜ੍ਹਾ ਜਿਹਾ ਘਟਾ ਲਈਏ, ਆਮਦਨ ਥੋੜ੍ਹੀ ਜਿਹੀ ਵਧਾ ਲਈਏ, ਪਰ ਪਰਛਾਵਾਂ ਉਹਨਾਂ ਦੇ ਉੱਤੇ ਵੀ ਇਲੈਕਸ਼ਨ ਦਾ ਪਿਆ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਸੀ ਤਾਂ ਖਰਚ ਜਿਹੜਾ ਆਮਦਨ ਥੋੜ੍ਹੀ ਜਿਹੀ ਘੁੱਟ ਲਈ, ਖਰਚ ਥੋੜ੍ਹਾ ਜਿਹਾ ਵਧਾਤਾ। ਪਰ ਫਿਰ ਵੀ 1997 ਤੋਂ 2002 ਤੱਕ ਦੀ ਬਾਦਲ ਸਾਹਿਬ ਦੀ ਸਰਕਾਰ ਦੇ ਨਾਲੋਂ ਕੁਛ ਵਿੱਤੀ ਨੀਤੀਆਂ ਲੱਗਦਾ ਸੀ ਕਿ ਸੂਬੇ ਦੇ ਪੱਖ ਤੋਂ ਯਤਨਸ਼ੀਲ ਨੀਤੀਆਂ ਜਿਹੜੀਆਂ ਹੋ ਰਹੀਆਂ। 2007 'ਚ ਫਿਰ ਚੋਣਾਂ ਹੁੰਦੀਆਂ, ਫਿਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ, ਫਿਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਉਹ ਮੁੱਖ ਮੰਤਰੀ ਬਣਦੇ ਆ, ਤੇ ਡਾਕਟਰ ਸਾਹਿਬ ਉਹਨਾਂ ਨੂੰ ਪਹਿਲੇ ਸਾਲ ਜੋ ਕੈਪਟਨ ਸਾਹਿਬ ਛੱਡ ਗਿਆ ਸੀ 16,000 ਦੇ ਕਰੀਬ ਆਮਦਨ ਤੇ 18,544 ਕਰੋੜ ਦਾ ਖਰਚ, 1748 ਕਰੋੜ ਦਾ ਘਾਟਾ ਸੀ ਸਾਲ ਦਾ। ਬਿਲਕੁਲ। ਹੁਣ ਉਹਦੇ ਤੋਂ ਬਾਅਦ ਜਦੋਂ ਫਿਰ ਬਾਦਲ ਸਾਹਿਬ ਨੇ ਦੁਬਾਰਾ ਸਰਕਾਰ ਚਲਾਉਣੀ ਸ਼ੁਰੂ ਕੀਤੀ ਤਾਂ ਫਿਰ 5 ਸਾਲ ਕਿੱਦਾਂ ਰਹੇ? ਕੁਝ ਕੈਪਟਨ ਸਾਹਿਬ ਦੀਆਂ ਨੀਤੀਆਂ ਅੱਗੇ ਵਧੀਆਂ ਜਾਂ ਆਪਣੀ ਪੁਰਾਣੀ ਟਰਮ ਵਾਲੀਆਂ ਨੀਤੀਆਂ ਤੇ ਆਏ? ਵੇਖੋ ਜੀ, ਪਹਿਲਾ ਸਾਲ ਦੇਖਦੇ ਹਾਂ 2007-08 ਜਿਹੜਾ ਮਾਲੀ ਪ੍ਰਾਪਤੀਆਂ
19,237 ਕਰੋੜ, ਠੀਕ ਹੈ, ਯਾਨੀ 2441 ਕਰੋੜ ਨਾਲ ਵਧੀਆਂ। ਪਿਛਲੇ ਸਾਲ ਜਾਂਦੇ ਜਾਂਦੇ ਉਹਨਾਂ ਦੇ ਘਾਟਾ ਸੀਗਾ, ਫਿਰ ਉਹ ਵਸੂਲ ਹੈ, ਵੇ ਵਸੂਲ ਹੈ 2441 ਕਰੋੜ, ਕਿਉਂਕਿ ਅਗਲੇ ਸਾਲ ਦੇਖੋ 1476 ਕਰੋੜ ਦਾ ਵਾਧਾ ਹੋ ਰਿਹਾ। ਜਾਨੀ ਇੱਕ ਗੱਲ ਹੋਰ ਦੱਸਿਓ, ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਇਲੈਕਸ਼ਨ ਦੇ ਲਾਗੇ ਆ ਕੇ ਕੋਈ ਛੋਟ ਮਿਲਦੀ ਹੈ ਅਗਲੇ ਸਾਲ ਲੈ ਲੈਂਦੇ ਅਗਲੇ ਲੈ ਲੈਂਦੇ ਆ। ਠੀਕ ਹੈ ਨਾ ਜੀ, ਇਹ ਤਾਂ ਹੁਣ ਫਿਰ ਲੋਕਾਂ ਦੀ ਗੱਲ ਸਮਝਾਉਣ ਵਾਲੀ ਹੋ ਗਈ ਨਾ ਕਿ ਉਹਨਾਂ ਨੂੰ ਇਸ ਚੀਜ਼ ਦਾ। ਅਗਲੇ ਪਾਸੇ ਖਰਚ ਦੇਖੋ, 23,000 ਪਿਛਲੇ ਸਾਲ ਦੇ 18,000 ਦੇ ਮੁਕਾਬਲੇ 23,061 ਕਰੋੜ, ਠੀਕ ਹੈ, ਯਾਨੀ 4517 ਕਰੋੜ ਰੁਪਈਆ ਖਰਚ ਉਹਨਾਂ ਦੇ ਵੇਲੇ ਘੱਟ ਸੀਗਾ, ਜੀ, ਯਾਨੀ ਉਹ ਦੇਣਦਾਰੀਆਂ ਛੱਡ ਗਏ, ਇਸ ਸਰਕਾਰ ਨੂੰ ਦੇਣੀਆਂ ਪੈ ਗਈਆਂ। ਠੀਕ ਹੈ, ਉਹ ਸਾਰਾ ਇਹਨਾਂ ਦੇ ਉੱਥੇ ਜਿਹੜਾ ਆ ਗਿਆ ਉਹਦੇ ਵਿੱਚ ਤੁਹਾਡੇ ਸਾਹਮਣੇ, ਔਰ ਜਿਹਦੀ ਵਜ੍ਹਾ ਕਰਕੇ ਮਾਲੀ ਘਾਟਾ 3824 ਕਰੋੜ ਦਿਖਦਾ, ਜਿਹੜਾ 1748 ਜਿੰਨਾ ਪਿਛਲੀ ਵਾਰੀ ਸੀ ਉਹਦੇ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ, ਦੁੱਗਣੇ ਤੋਂ ਜ਼ਿਆਦਾ ਹੈ। ਅਗਲੇ ਸਾਲ ਦੇ ਵਿੱਚ ਫਿਰ ਸਰਕਾਰ ਦੀਆਂ ਮਾਲੀ ਪ੍ਰਾਪਤੀਆਂ 20,713 ਕਰੋੜ, ਪਿਛਲੇ ਸਾਲ ਨਾਲੋਂ ਵਾਧਾ 1476 ਕਰੋੜ। ਆਮਦਨ ਵਧੀ ਹੈ, ਥੋੜੀ ਵਧੀ ਹੈ ਜੀ, ਪਰ ਪਿਛਲੇ ਸਾਲ ਜਿੰਨੀ ਨਹੀਂ ਜੀ, ਉਹ ਤਾਂ 1000 ਕਰੋੜ ਘਟ ਗਈ ਹੈ। ਹਾਂਜੀ, 1000 ਕਰੋੜ ਘਟ ਗਈ, ਕਿਉਂਕਿ ਪਿਛਲੇ ਸਾਲ ਤਾਂ ਉਦੋਂ ਪਿਛਲੇ ਸਾਲ ਵਾਲੀ ਵੀ ਉਹਦੇ ਚ ਜੁੜੀ ਹੈ। ਅੱਗੇ ਜਿਹੜਾ ਖਰਚਾ ਹੈ ਉਹ 24,570 ਕਰੋੜ, ਯਾਨੀ ਇਹਦੇ ਚ ਵਾਧਾ ਦੇਖੋ ਪਿਛਲੇ ਸਾਲ ਦੇ ਵਾਧੇ ਨੂੰ 30 ਹਿੱਸਾ 1509 ਕਰੋੜ। ਬਿਲਕੁਲ ਠੀਕ ਹੈ, ਕਿਉਂਕਿ ਪਿਛਲੇ ਸਾਲ ਤਾਂ ਪਿਛਲੀ ਸਰਕਾਰ ਦੇ ਵੀ ਬਿੱਲ ਦਿੱਤੇ, ਇਦਾਂ ਆਪਾਂ ਦੇਖ ਰਹੇ ਹਾਂ ਕਿ ਹਰ ਸਰਕਾਰ ਕਰਦੀ ਹੈ, ਛੱਡ ਜਾਂਦੀ ਹੈ ਕੁਝ ਆਪੇ ਦੇਣਗੇ। ਬਿਲਕੁਲ ਦੋਨੇ ਆਓ, ਬਿਲਕੁਲ ਕੀ ਪਤਾ ਕਿਹਨੇ ਆਣਾ, ਕਿਉਂਕਿ ਇੱਕ ਹੀ ਵਾਰ ਸਰਕਾਰ ਰਿਪੀਟ ਹੋਈ ਹੈ। ਠੀਕ ਹੈ, ਔਰ ਇਹਦੇ ਵਿੱਚ ਮਾਲੀ ਘਾਟਾ ਲਗਭਗ ਸਥਿਰ ਰਿਹਾ 3857 ਕਰੋੜ। ਅਗਲੇ ਸਾਲ ਆ ਗਿਆ 9-10 ਤੀਸਰਾ ਸਾਲ, ਮਾਲੀ ਪ੍ਰਾਪਤੀਆਂ 22,156, ਪਿਛਲੇ ਸਾਲ ਨੂੰ ਵਾਧਾ ਕਾਂਸਟੈਂਟ, ਪਿਛਲੇ ਸਾਲ ਵੀ 1400 ਸੀ, ਐਤਕੀ 1443 ਕਰੋੜ। ਮਾਲੀ ਖਰਚ ਕਿਤੇ ਤੁਹਾਨੂੰ ਘਟਦਾ ਨਜ਼ਰ ਨਹੀਂ ਆਏਗਾ, ਬਹੁਤ ਘੱਟ ਤੁਹਾਨੂੰ ਵੇਖਣ ਨੂੰ ਮਿਲੇਗਾ। ਇਹਦੇ 'ਚ 2837 ਕਰੋੜ ਦਾ ਫਿਰ ਵਾਧਾ ਹੋ ਗਿਆ ਜੀ, 27,407, ਔਰ ਜਿਹੜਾ ਮਾਲੀ ਘਾਟਾ ਹੈ ਉਹ ਸਾਡਾ 5251 ਕਰੋੜ, 5251 ਕਰੋੜ ਦਾ। ਠੀਕ ਜੀ, ਮੈਂ ਇੱਥੇ ਇੱਕ ਹੋਰ ਗੱਲ ਕਲੀਅਰ ਕਰ ਦਿਆਂ ਕਿ ਮਾਲੀ ਘਾਟੇ ਵਾਲੀ ਫਿਗਰ ਜਿਹੜੀ ਉਹਦੇ ਸਾਹਮਣੇ ਆਪਾਂ ਮੰਨਫੀ ਨਹੀਂ ਪਾਇਆ, ਇਸ ਕਰਕੇ ਨਹੀਂ ਪਾਇਆ ਕਿਉਂਕਿ ਇਸ ਸ਼ਬਦ ਘਾਟਾ ਉੱਪਰ ਲਿਖ ਦਿੱਤਾ। ਠੀਕ ਹੈ, ਠੀਕ ਹੈ, ਬਿਲਕੁਲ ਠੀਕ ਹੈ। ਜੇ ਉੱਦਾਂ ਹੋਵੇ ਤਾਂ ਕੋਈ ਇਸ ਚੀਜ਼ ਨੂੰ ਕਨਫਿਊਜ਼ ਨਾ ਹੋਵੇ ਕਿ ਅਸੀਂ ਬਿਲਕੁਲ ਠੀਕ ਹੈ ਜੀ। ਅੱਗੇ 11-12 ਆ ਗਿਆ ਜੀ, ਮਾਲੀ ਪ੍ਰਾਪਤੀਆਂ 27,608, 5,452 ਕਰੋੜ ਦਾ ਵਾਧਾ ਹੁੰਦਾ ਹੈ, ਕਾਫੀ ਜ਼ਿਕਰਯੋਗ ਵਾਧਾ ਹੁੰਦਾ ਹੈ ਇੱਥੇ। ਔਰ ਮਾਲੀ ਖਰਚ 32,897 ਜੀ, ਇਹ ਹੋਰ ਤੇਜ਼ੀ ਨਾਲ ਵਧਿਆ, ਔਰ ਪਿਛਲੇ ਸਾਲ ਨਾਲੋਂ ਇਹ ਵਾਧਾ ਜਿਹੜਾ 5490 ਕਰੋੜ, ਔਰ ਮਾਲੀ ਘਾਟਾ ਸਾਡਾ 5200 ਕਰੋੜ, ਯਾਨੀ ਪਿਛਲੇ ਸਾਲ ਦੇ ਬਰਾਬਰ। ਹੁਣ ਆ ਗਿਆ ਜੀ ਆਖਰੀ ਸਾਲ 11-12 ਇਲੈਕਸ਼ਨ ਈਅਰ, ਮਾਲੀ ਪ੍ਰਾਪਤੀਆਂ ਦੇਖੋ ਪਿਛਲੇ ਸਾਲ ਨਾਲੋਂ 1374 ਕਰੋੜ ਘਟ ਗਈਆਂ ਜੀ। ਹਾਂਜੀ, ਫਿਰ ਆਮਦਨ ਥੋੜੀ ਜਿਹੀ ਘੱਟ ਵੀ ਆ ਜਾ, ਲੋਕਾਂ ਨੂੰ ਛੱਡ ਦਈਏ। ਬਿਲਕੁਲ ਜੀ। ਔਰ ਅਗਲੇ ਪਾਸੇ ਜਿਹੜਾ ਮਾਲੀ ਖਰਚਾ ਹੈ ਉਹ ਵੀ ਲਗਭਗ ਘਟਾਤਾ, ਕਿਉਂਕਿ ਸਰਕਾਰ ਇੱਥੇ ਤੱਕ ਸਮਝ ਲੱਗ ਪਈ ਵੀ ਪਤਾ ਨਹੀਂ ਆਪਾਂ ਆਉਣਾ ਕਿ ਨਹੀਂ ਆਉਣਾ, ਤੇ ਐਵੇਂ ਰਹਿਣ ਦਿਓ ਇੱਥੇ, ਜਾਂ ਕੰਮ ਕਰਕੇ ਬਿੱਲ ਅੱਗੇ ਤਾਂ ਤੁਸੀਂ ਦੇਖੋਗੇ ਕਿ ਅਗਲੇ ਸਾਲ ਮਾਲੀ ਖਰਚਾ ਵਧਿਆ ਹੋਊਗਾ। ਕਾਰਨ ਕੀ ਕਿ ਪਿਛਲੀ ਸਰਕਾਰ ਦੇਣਦਾਰੀਆਂ ਛੱਡ ਗਈ, ਔਰ 6811 ਕਰੋੜ ਦਾ ਮਾਲੀ ਘਾਟਾ। ਜਦੋਂ ਅਸੀਂ ਇਹਦੀ CAGR ਲੱਭਦੇ ਹਾਂ ਜੀ ਤਾਂ ਉਹ ਮਾਲੀ ਪ੍ਰਾਪਤੀਆਂ ਜੀ 9.3, ਮਾਲੀ ਖਰਚ 12.2, ਯਾਨੀ ਇੱਥੇ 3% ਵੱਧ ਹੈ, ਪਰ ਉਹਦਾ ਅਸਰ 31.3% ਅੱਗੇ ਜਾ ਕੇ CAGR ਦੇ ਵਿੱਚ ਦਿਖਾਈ ਦਿੰਦਾ। ਪਿਛਲੇ ਸਾਲ ਇਹ ਦਰ ਘਟੀ ਸੀ ਜੀ ਕੈਪਟਨ ਸਾਹਿਬ ਦੇ ਵੇਲੇ, ਬਿਲਕੁਲ, ਪਰ ਇੱਥੇ ਫਿਰ ਪਹਿਲੀ ਸਰਕਾਰ ਜਿਹੜੀ ਹੈ ਉਹਦੇ ਬਰਾਬਰ ਲਗਭਗ ਇਹ ਚੀਜ਼ ਆ ਗਈ। ਡਾਕਟਰ ਸਾਹਿਬ ਉਹਨਾਂ ਨੇ ਕਿਤੇ ਇਹ ਤਾਂ ਨਹੀਂ ਦੇਖਿਆ ਵੀ ਕੈਪਟਨ ਸਾਹਿਬ ਨੇ ਜੇ ਘਟਾ ਲਈ ਤੇ ਲੋਕਾਂ ਕਿਹੜਾ ਵੋਟਾਂ ਪਾਈਆਂ? ਇਹ ਰਾਜਨੀਤਿਕ ਗੱਲਾਂ ਹੋ ਸਕਦਾ ਤੁਸੀਂ ਬਿਹਤਰ ਦੱਸ ਸਕੋ, ਕਿਉਂਕਿ ਆਪਾਂ ਜਿਹੜੀ ਹੈਗੀ ਆ ਜੋ ਫਿਗਰ ਦੇ ਹਿਸਾਬ ਨਾਲ ਗੱਲ ਕਰਾਂਗੇ। ਇਹ ਵੀ ਇੱਕ ਹੋ ਸਕਦੀ ਹੈ ਸੋਚ ਮਨ ਦੇ ਵਿੱਚ ਕਿ ਠੀਕ ਹੈ ਵੀ ਉਹਨਾਂ ਨੇ ਕਿਹੜਾ ਦੁਬਾਰਾ ਕਿਹੜਾ ਉਹ ਆਏ, ਇਹ ਵੀ ਹੋ ਸਕਦਾ ਵੀ ਕੈਪਟਨ ਸਾਹਿਬ ਨੇ ਵੀ ਅਗਲੀ ਟਰਮ 'ਚ ਦਵਾਲਾ ਦਿੱਤਾ ਹੋਵੇ ਕੰਮ, ਕਿ ਲੋਕ ਕਿਹੜਾ ਵੋਟਾਂ ਪਾਉਂਦੇ ਆ। ਇਹ ਵੀ ਇੱਕ ਫੈਕਟਰ ਹੋ ਸਕਦਾ, ਸੋਚ ਹੈ। ਅੱਛਾ ਚਲੋ ਡਾਕਟਰ ਸਾਹਿਬ, ਤੁਸੀਂ ਆ ਜਿਹੜਾ ਤਾਂ 2007 ਤੋਂ 12 ਵਾਲਾ ਦੱਸਿਆ ਮਸਲਾ ਜੀ, ਇਹਦੇ ਵਿੱਚ ਮੈਂ ਬੜਾ ਹੈਰਾਨ ਆ ਕਿ ਇੱਕੋ ਵਾਰੀ ਆਮਦਨ ਜਿਹੜੀ ਘਟੀ ਆ ਤੇ ਉਹ ਫੇਰ ਇਲੈਕਸ਼ਨ ਦੇ ਲਾਗੇ ਆ ਕੇ ਘਟੀ ਆ, ਜਿਹੜੀ ਆਮਦਨ ਦੇ ਵਿੱਚ ਵਾਧਾ ਹੁੰਦਾ ਰਿਹਾ, ਕਿ ਉਦੋਂ ਫਿਰ ਲੱਗਦਾ ਹੁੰਦਾ ਕਿ ਭਾਈ ਹੁਣ ਕਿਸੇ ਨਾ ਕਿਸੇ ਤਰੀਕੇ ਗੱਦੀ ਜਿਹੜੀ ਉਹ ਦੁਬਾਰਾ ਹੋਣੀ ਚਾਹੀਦੀ। ਇਹਨਾਂ ਦਾ ਨਹੀਂ, ਸਾਰਿਆਂ ਦਾ ਹੀ ਟ੍ਰੈਂਡ ਇਹੀ ਹਰ ਜਗ੍ਹਾ ਦੇਖਣ ਨੂੰ ਮਿਲੇਗਾ ਜੀ, ਤੇ ਉਹਦਾ ਨੁਕਸਾਨ ਪੰਜਾਬ ਨੂੰ, ਉਹ ਤਾਂ ਆਬਵੀਅਸ ਹੈ ਜੀ। ਸੂਬੇ ਨੂੰ ਜਿਹੜੀ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ, ਜੇ ਹੁਣ ਜੇ ਕਰਜ਼ਾ, ਸਰਕਾਰ ਦੀ ਟਰਮ 5 ਸਾਲ ਦੀ ਹੈ, ਠੀਕ ਹੈ, ਜਿਹੜਾ EMPLOYE ਆ ਉਹ ਵੀ 20-25-30 ਸਾਲ ਨੌਕਰੀ ਕਰਕੇ ਰਿਟਾਇਰ ਹੋ ਜੂ, ਪੈਨਸ਼ਨ ਲੈ ਜੂ, ਕੁਛ ਕਰ ਜੂ, ਪਰ ਅਲਟੀਮੇਟਲੀ ਅਸਰ ਕਿੱਥੇ ਪਏਗਾ ਜੀ? ਪੂਰੇ ਦੇ ਪੂਰੇ ਸੂਬੇ ਤੇ, ਇੱਥੇ ਦੀ ਪਾਪੂਲੇਸ਼ਨ ਤੇ, ਇੱਥੇ ਦੇ ਯੂਥ ਤੇ, ਸਾਰੇ ਲੋਕਾਂ ਦੇ ਉੱਤੇ, ਕਿਉਂਕਿ ਸਹੂਲਤਾਂ ਇੱਕ ਟਾਈਮ ਲਈ ਥੋੜ੍ਹੇ ਚਿਰ ਵਾਸਤੇ ਲੈ ਲਈਆਂ,
ਲੇਕਿਨ ਬਾਅਦ ਦੇ ਵਿੱਚ ਇਹਦਾ ਇਹ ਲੰਬਾ ਅਸਰ, ਇਹ 25 ਸਾਲ ਦਾ ਐਨਾਲਿਸਿਸ ਕਿਉਂ ਕੀਤਾ ਜੀ। ਇਹ ਸੀਰੀਜ਼ ਆਰਟੀਕਲ ਛਪ ਚੁੱਕੇ ਆ 4-5 ਇੱਕ ਅਖਬਾਰ ਦੇ ਵਿੱਚ ਐਡੀਟੋਰੀਅਲ ਪੇਜ ਦੇ ਉੱਤੇ, ਅਗਰ ਲੋਕਾਂ ਨੇ ਪੜ੍ਹਨੇ ਹੋਣ ਤਾਂ ਇਹ ਮੈਂ ਉਹ ਪੜ੍ਹ ਸਕਦੇ ਆ, ਅਖਬਾਰ ਦੇ ਵਿੱਚ ਇਹ ਛਪ ਚੁੱਕੇ ਆ। ਤੋ ਅਲਟੀਮੇਟਲੀ ਇਹ ਲੰਬੇ ਸਮੇਂ ਦਾ ਐਨਾਲਿਸਿਸ ਇਸੇ ਕਰਕੇ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਹ ਚੀਜ਼ ਸਮਝ ਤਾਂ ਘੱਟੋ ਘੱਟ ਆਵੇ ਕਿ ਅਸੀਂ ਅਗਰ ਥੋੜ੍ਹੇ ਸਮੇਂ ਵਾਸਤੇ ਕੋਈ ਸਬਸਿਡੀ, ਕੋਈ ਫਰੀ ਬੀ ਜਾਂ ਨਿੱਜੀ ਸਹੂਲਤ ਕੋਈ ਸਰਕਾਰ ਤੋਂ ਲੈ ਲੈਂਦੇ ਹਾਂ ਤਾਂ ਸਰਕਾਰ ਤੇ ਰਾਜ ਕਰਨ ਵਾਲਿਆਂ ਲੋਕਾਂ ਨੇ ਆਪਣੀ ਜੇਬ 'ਚੋਂ ਤਾਂ ਦੇਣੀ ਨਹੀਂ, ਅਲਟੀਮੇਟਲੀ ਸੂਬੇ ਦੇ ਖਜ਼ਾਨੇ 'ਚ ਆਉਣੀ ਹੈ। ਔਰ ਜਿਹੜਾ ਸੂਬੇ ਦਾ ਖਜ਼ਾਨਾ ਅਗਰ ਉਹਦੀ ਹਾਲਤ ਇਸ ਤਰ੍ਹਾਂ ਮਾੜੀ ਹੁੰਦੀ ਗਈ ਤਾਂ ਇਹਦਾ ਅਸਰ ਵਿਕਾਸ ਦਰ ਤੇ ਪਊ। ਦੱਸੋ ਮੈਨੂੰ, ਵਿਕਾਸ ਦਰ ਵਧੀ? ਆਪਾਂ ਗੱਲ ਕਰਾਂਗੇ ਇੱਥੇ, ਕੋਈ ਖੁਦਕੁਸ਼ੀਆਂ ਘਟੀਆਂ ਇਹਦੇ ਨਾਲ? ਕੋਈ ਫਰਕ ਨਹੀਂ ਪਿਆ। ਤੁਸੀਂ ਗੋਆ ਵਰਗਾ ਸਟੇਟ ਦੇਖੋ ਜੀ, ਛੋਟਾ ਜਿਹਾ ਸਟੇਟ ਹੈ, ਠੀਕ ਹੈ, ਉਹਦੀ ਪਰ ਕੈਪੀਟਾ ਇਨਕਮ ਉੱਪਰਲੇ 1-2 ਸੂਬਿਆਂ ਦੇ ਵਿੱਚ ਆਉਂਦੀ ਹੈ। ਸਾਡਾ ਗੁਆਂਢੀ ਸੂਬਾ ਹਰਿਆਣਾ ਹੈ। ਚਲੋ ਕਈ ਵਾਰੀ ਜੀ 1-2 ਵਾਰੀ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਵੀ ਗੱਲ ਹੋਈ, ਉਹ ਕਹਿੰਦੇ ਜੀ ਉਹਨਾਂ ਨੂੰ ਤਾਂ NCR ਦਾ ਬੜਾ ਫਾਇਦਾ ਜੀ, ਦਿੱਲੀ ਦੇ ਆਲੇ ਦੁਆਲੇ ਘੁੰਮਦੇ ਜੀ, ਉੱਥੇ ਫੈਕਟਰੀਆਂ ਲੱਗੀਆਂ, ਖਰਚਾ। ਕੱਲੀ ਇਹੀ ਗੱਲ ਨਹੀਂ ਹੈ, ਸਾਡਾ ਤਾਂ ਬਾਰਡਰ ਸੂਬੇ ਹੋਰ ਵੀ ਨੇ, ਗੁਜਰਾਤ ਵੀ ਬਾਰਡਰ ਸਟੇਟ ਹੈਗਾ, ਠੀਕ ਹੈ, ਰਾਜਸਥਾਨ ਵੀ ਬਾਰਡਰ ਸਟੇਟ ਹੈ। ਤੋ ਇਹ ਚੀਜ਼ ਨਹੀਂ ਹੈਗੀ। ਇਹ ਤੁਸੀਂ ਵੇਖਿਆ ਇਹਦੇ ਵਿੱਚ, ਆਪਾਂ ਪਿੱਛੇ ਦੇਖਿਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਾਲੀ ਇਹੀ ਕੋਸ਼ਿਸ਼ ਕੰਟੀਨਿਊ ਰਹਿੰਦੀ ਤਾਂ ਹੋ ਸਕਦਾ ਸੀ ਰੈਵਨਿਊ ਸਰਪਲਸ ਹੋ ਜਾਂਦੇ, ਹੌਲੀ ਕਰਕੇ ਹੋ ਜਾਂਦੇ, ਪਰ ਨਹੀਂ, ਉਹ ਕੋਸ਼ਿਸ਼ ਅੱਗੇ ਜਾਰੀ ਨਹੀਂ ਰਹਿ ਸਕੀ। ਠੀਕ ਹੈ ਜੀ। ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਰੂਰ ਬੇਨਤੀ ਕਰਦਾ, ਤੁਸੀਂ ਆਪਦੀ ਟਿੱਪਣੀ ਕਰਿਓ। ਅਸੀਂ ਇਕੱਲੇ ਸਾਲ ਦੀ ਚੀਰ ਫੜ ਕਿਉਂ ਕਰ ਰਹੇ ਹਾਂ? ਡਾਕਟਰ ਸਾਹਿਬ ਨੇ ਕਈ ਹਫ਼ਤਿਆਂ ਨਹੀਂ, ਕਈ ਮਹੀਨਿਆਂ ਦੀ ਮਿਹਨਤ ਕੀਤੀ ਹੈ ਕਿ ਸਰਕਾਰੀ ਅੰਕੜਾ ਹੀ ਚੱਕ ਕੇ ਕਲੀਅਰ ਕਰ ਸਕੀਏ ਕਿ ਆਮਦਨ ਉਨੀ ਨਹੀਂ ਵਧੀ ਜਿੰਨੇ ਖਰਚ ਵੱਧ ਗਏ। ਉਹਦਾ ਕਾਰਨ ਕੀ? ਉਹਦਾ ਕਾਰਨ ਤਾਂ ਇਹੀ ਹੈ ਕਿ ਭਾਈ ਵੋਟਾਂ ਮੁੜ ਕੇ ਮਿਲਣਗੀਆਂ, ਸਰਕਾਰਾਂ ਮੁੜ ਕੇ ਬਣਗੀਆਂ, ਇਹੀ ਲੱਗਦਾ ਹੈ। ਕੋਈ ਹੋਰ ਤਾਂ ਐਸੀ ਕੁਦਰਤੀ ਵਿਪਤਾ ਕੋ ਆਪਦਾ ਆਈ ਨਹੀਂ ਜਿਹਦੇ ਕਰਕੇ ਜਿਹੜੇ ਖਰਚ ਬਹੁਤ ਜ਼ਿਆਦਾ ਵੱਧ ਗਏ। ਹੁਣ ਸਧਾਰਨ ਅਵਸਥਾ ਦੇ ਵਿੱਚ ਹੀ ਕੰਮ ਚੱਲਦਾ ਸੀ ਨਾ, ਥੋੜ੍ਹੀ ਜਿਹੀ ਵੱਧ ਸਿਆਣਪ ਵਰਤੀ ਜਾਂਦੀ ਸਾਰੀਆਂ ਸਰਕਾਰਾਂ ਵੱਲੋਂ ਤਾਂ ਸ਼ਾਇਦ ਕੰਮ ਠੀਕ ਹੁੰਦਾ। ਫਿਰ 2012 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਉਂਦੀਆਂ, ਕੈਪਟਨ ਸਾਹਿਬ ਦੀ ਅਗਵਾਈ 'ਚ ਕਾਂਗਰਸ ਪਾਰਟੀ ਫਿਰ ਚੋਣ ਲੜਦੀ ਹੈ। ਲੱਗਦਾ ਸੀ ਕਿ ਪੰਜਾਬ 'ਚ 5 ਸਾਲਾਂ ਬਾਅਦ ਸਰਕਾਰ ਬਦਲਦੀ ਹੈ, ਪਰ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਨੇ ਇਤਿਹਾਸ ਦੁਹਰਾਇਆ। ਪੰਜਾਬ 'ਚ ਸਰਕਾਰ ਰਿਪੀਟ ਹੋਈ ਅਕਾਲੀ ਦਲ ਤੇ ਭਾਜਪਾ ਦੀ। ਕਾਂਗਰਸ ਨੂੰ ਸੀਟਾਂ ਚੰਗੀਆਂ ਮਿਲੀਆਂ ਪਰ ਸਰਕਾਰ ਸਰਕੂਰ ਨਹੀਂ ਬਣੀ। ਤੇ ਜਦੋਂ ਬਾਦਲ ਸਾਹਿਬ ਫਿਰ ਲਗਾਤਾਰ ਦੂਸਰੀ ਵਾਰ ਮੁੱਖ ਮੰਤਰੀ ਬਣੇ ਤੇ ਡਾਕਟਰ ਸਾਹਿਬ ਉਹਨਾਂ ਕੋਲ ਪਿਛਲੇ ਸਾਲ ਦਾ 11-12 ਦਾ 26,000 ਕਰੋੜ ਦੀਆਂ ਪ੍ਰਾਪਤੀਆਂ ਸੀ ਤੇ 33,000 ਕਰੋੜ ਦਾ ਖਰਚ ਸੀ ਜੀ। 6800 ਦਾ ਘਾਟਾ ਸੀ ਸਾਲ ਦਾ, ਪਿਛਲੇ ਸਾਲ ਦਾ। ਹਾਂਜੀ, ਇਹ ਉਹਨਾਂ ਦੀ ਝੋਲੀ ਆਪਣਾ ਹੀ ਪਾਇਆ, ਝੋਲੀ ਪਿਆ ਉਹਨਾਂ ਦਾ। ਅਗਲੇ 5 ਸਾਲ ਕੀ ਹੋਇਆ? ਅਗਲੇ 5 ਸਾਲ ਪਹਿਲੇ ਸਾਲ ਮਾਲੀਆ ਦੇਖੋ ਜੀ, 12-13 ਚ ਉਹਨਾਂ ਦਾ 32,052 ਕਰੋੜ ਰੁਪਏ ਹੁੰਦਾ ਆ, ਠੀਕ ਹੈ, ਔਰ ਇਹਦੇ ਚ 5818 ਕਰੋੜ ਦਾ ਵਾਧਾ ਹੁੰਦਾ ਹੈ ਜਿਹੜਾ ਕਿ ਪਿਛਲੇ ਸਾਲ ਮਨਫੀ ਚ ਸੀ, ਜਿਹੜਾ ਸੀਗਾ ਬ੍ਰੇਕਾਂ ਜੀਆਂ ਲਾਈਆਂ ਖੋਲਤੀਆਂ। ਬਿਲਕੁਲ, ਉਹ ਪਿਛਲੇ ਕੱਢ ਲੈ, ਹੁਣ ਲੈ ਜਿਹੜੇ ਸੀਗੇ। ਠੀਕ ਹੈ ਜੀ। ਮਾਲੀ ਖਰਚ ਅਗਲੇ ਸਾਲ ਦੇਖੋ 6,412 ਕਰੋੜ ਦਾ ਵਾਧਾ। ਪਿਛਲੇ ਸਾਲ ਅਖੀਰਲੇ ਸਾਲ ਤੁਸੀਂ ਅਗੇ ਜੇ ਚੈੱਕ ਕਰੋ ਤਾਂ ਅਖੀਰਲੇ ਸਾਲ ਦੇ ਵਿੱਚ 148 ਕਰੋੜ ਸੀਗਾ, ਠੀਕ ਹੈ, ਔਰ ਇੱਥੇ 6412। ਇਹਦਾ ਮਤਲਬ ਉਹ ਵੀ ਪਿਛਲੀਆਂ ਦੇਣਦਾਰੀਆਂ ਇਸ ਸਾਲ, ਠੀਕ ਹੈ। ਚਲੋ ਉਹ ਤਾਂ ਬਰਾਬਰ ਹੋ ਗਿਆ, ਮਾਲੀ ਆਮਦਨ ਉਧਰੋਂ ਵੱਧ ਗਈ ਤਾਂ ਇਹ ਵੀ ਵੱਧ ਗਿਆ, ਪਰ ਮਾਲੀ ਘਾਟਾ 7405 ਕਰੋੜ ਹੋ ਗਿਆ, ਪਿਛਲੇ ਸਾਲ ਨਾਲੋਂ 600 ਕਰੋੜ ਦੇ ਕਰੀਬ ਵੱਧ ਗਿਆ ਜੀ। ਹੁਣ ਆਪਾਂ ਜੇ 13-14 ਦੇ ਵਿੱਚ ਚੱਲੀਏ, ਇੱਥੇ ਸਾਡੀਆਂ ਮਾਲੀ ਪ੍ਰਾਪਤੀਆਂ ਪਿਛਲੇ ਸਾਲ ਨਾਲੋਂ ਘੱਟ ਵਧੀਆਂ, 35,102 ਕਰੋੜ, ਪਿਛਲੇ ਸਾਲ ਨਾਲੋਂ 3,050 ਕਰੋੜ ਵਧੀਆਂ। ਮਾਲੀ ਖਰਚ ਜਿਹੜਾ ਪਿਛਲੇ ਸਾਲ ਨਾਲੋਂ ਘੱਟ ਵਧਿਆ, ਠੀਕ ਹੈ ਜੀ, 41,640, ਕਿਉਂਕਿ ਪਿਛਲੇ ਘੱਟ ਗਈ ਕਿਉਂਕਿ ਪਿਛਲੇ ਸਾਲ ਵਾਲਾ ਬਕਾਇਆ ਨਿਬੜ ਗਿਆ, ਠੀਕ ਹੈ ਜੀ। 2183 ਕਰੋੜ ਰੁਪਏ ਇਹ ਹੋ ਗਿਆ। ਮਾਲੀ ਘਾਟਾ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਘੱਟ ਹੈ, ਜਾਨੀ ਐਤਕੀ ਬਾਦਲ ਸਾਹਿਬ ਦੀ ਸਰਕਾਰ ਨੇ ਥੋੜਾ ਜਿਹਾ ਬ੍ਰੇਕ ਮਾਰੀ। ਇਸ ਵਾਰੀ ਦੀ ਜਿਹੜੀ ਉਹਨਾਂ ਦੀ ਟਰਮ ਸੀਗੀ ਪਿਛਲੀ ਦੇ ਕੰਪੇਅਰ, ਪਿਛਲੀਆਂ ਦੋਨੋਂ ਦੇ ਮੁਕਾਬਲੇ ਬਿਹਤਰ ਸੀ। ਉਹ ਅੰਕੜੇ ਦੱਸਦੇ, ਉਹ ਅੰਕੜੇ ਦੱਸ ਰਹੇ, ਅਸੀਂ ਨਹੀਂ ਕਹਿ ਰਹੇ, ਕੋਈ ਅਸੀਂ ਸਰਟੀਫਿਕੇਟ ਨਹੀਂ ਦੇ ਰਿਹਾ, ਇਹ ਸਿਰਫ ਜੋ ਕੁਝ ਅੰਕੜੇ ਹੈ ਔਰ ਇਹ ਸਰਕਾਰੀ ਨੇ ਸਾਰੇ ਦੇ ਸਾਰੇ, ਉਹਨਾਂ ਦੇ ਦਸਤਾਵੇਜ਼ ਉਦੋਂ ਯਤਨ ਕਰਨੇ ਸ਼ੁਰੂ ਕਰਤੇ। ਬਿਲਕੁਲ, ਦੇ ਸਟਾਰਟਡ, ਉਹਨਾਂ ਨੇ ਕੀਤੀ ਇਹ ਕੋਸ਼ਿਸ਼। ਇਸ ਤੋਂ ਬਾਅਦ ਫਿਰ ਜਦੋਂ ਅਸੀਂ ਜਾਣੇ ਹੈਗੇ ਜੀ ਤੀਸਰੇ ਸਾਲ 'ਚ ਇਹਨਾਂ ਦੀਆਂ ਮਾਲੀ ਪ੍ਰਾਪਤੀਆਂ ਹੋ ਜਾਂਦੀਆਂ 39,023 ਕਰੋੜ, ਪਿਛਲੇ ਸਾਲ ਨਾਲੋਂ 3900 ਕਰੋੜ ਦਾ ਵਾਧਾ ਹੁੰਦਾ ਹੈ, ਠੀਕ ਹੈ ਜੀ, ਕਾਫੀ ਤੇਜ਼ ਵਾਧਾ ਇਹ। ਔਰ ਜਿਹੜੀ ਇਹਨਾਂ ਦਾ ਮਾਲੀ ਖਰਚ ਹੈ 46,613, ਪਿਛਲੇ ਸਾਲ ਨਾਲੋਂ 4973 ਕਰੋੜ, ਦੁੱਗਣੇ ਤੋਂ ਵੀ ਵੱਧ ਹੈ, ਬਿਲਕੁਲ, ਖਰਚ ਵੱਧ ਗਿਆ ਦੁੱਗਣੇ ਨਾਲੋਂ, ਔਰ 7590 ਕਰੋੜ ਦਾ ਇੱਥੇ ਵਾਧਾ ਹੋ ਗਿਆ ਜੀ। ਅੱਗੇ ਆ ਜਾਂਦਾ ਚੌਥਾ ਸਾਲ, ਇੱਥੇ ਮਾਲੀ ਪ੍ਰਾਪਤੀਆਂ ਜਿਹੜੀਆਂ ਹੈਗੀਆਂ 41,523 ਕਰੋੜ ਜੀ, ਪਿਛਲੇ ਸਾਲ ਨਾਲੋਂ ਵਾਧਾ ਜਿਹੜਾ ਹੈਗਾ 2500 ਕਰੋੜ। ਮਾਲੀ ਖਰਚ ਜਿਹੜਾ 50,074 ਕਰੋੜ, ਪਿਛਲੇ ਸਾਲ ਨਾਲੋਂ
3461 ਕਰੋੜ ਜੀ। ਪਰ ਮਾਲੀ ਘਾਟਾ ਜਿਹੜਾ ਪਿਛਲੇ ਸਾਲ ਨਾਲੋਂ 1000 ਕਰੋੜ ਹੋਰ ਹੋਰ ਵੱਧ ਵੱਧ ਗਿਆ 1000 ਕਰੋੜ ਦਾ ਫਰਕ ਪੈਣਾ 1000 ਕਰੋੜ ਦਾ ਫਰਕ ਪੈ ਗਿਆ ਜੀ। ਔਰ ਇਹ ਪਹਿਲੀ ਵਾਰ ਹੋਇਆ ਕਿ ਆਖਰੀ ਚੋਣਾਂ ਦੇ ਸਾਲ ਦੇ ਵਿੱਚ ਮਾਲੀ ਘਾਟਾ ਮਾਲੀ ਆਮਦਨਾਂ ਵਧੀਆਂ ਜੀ। ਕਾਫੀ ਤੇਜ਼ੀ ਨਾਲ ਵਧੀਆ ਇੱਥੇ ਪਿੱਠ ਥੱਪੜ ਨਹੀਂ ਬਣਦੀ ਬਾਦਲ ਸਾਹਿਬ ਦੀ ਸਰਕਾਰ ਬਿਲਕੁਲ ਕਿ ਅਖੀਰਲੇ ਸਾਲ ਦੇ ਵਿੱਚ ਜੀ ਉਹਨਾਂ ਨੂੰ ਇਸ ਤਰ੍ਹਾਂ ਹੋ ਸਕਦਾ ਕਈ ਵਾਰੀ ਐਂਟੀ ਇਨਕੰਬੈਂਸੀ ਫੈਕਟਰ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਲਗਾਤਾਰ 2 ਵਾਰੀ ਆ ਗਏ ਤੀਜੀ ਵਾਰੀ ਤਾਂ ਕੰਮ ਔਖਾ ਆ ਚਲੋ ਫਿਰ ਵੀ ਕੀਤਾ ਔਰ ਉਹਨਾਂ ਨੇ 6463 ਕਰੋੜ ਰੁਪਏ ਦੇ ਨਾਲ ਇੱਥੇ ਵਾਧਾ ਹੋਇਆ ਖਰਚ ਦੇ ਵਿੱਚ ਵੀ 55296 ਕਰੋੜ ਪਿਛਲੇ ਸਾਲ ਨਾਲੋਂ 5222 ਕਰੋੜ ਵਧਿਆ ਔਰ 7310 ਕਰੋੜ ਦਾ ਮਾਲੀ ਘਾਟਾ ਇਸ ਸਾਲ ਹੋਇਆ। ਇਹ ਪਿਛਲੀ ਵਾਰ ਨਾਲੋਂ ਘੱਟ ਹੋਇਆ ਕਿਉਂਕਿ ਥੱਲੇ ਜਦੋਂ ਤੁਸੀਂ ਦੇਖਦੇ ਹੋ CAGR ਸਭ ਕੁਝ ਸਾਫ਼ ਕਰ ਦਿੰਦੀ ਹੈ ਜੀ ਠੀਕ ਹੈ ਕਿ 5 ਸਾਲਾਂ ਦੇ ਵਿੱਚ 1,95,686 ਕਰੋੜ ਦੀਆਂ ਮਾਲੀ ਪ੍ਰਾਪਤੀਆਂ 2,33,080 ਕਰੋੜ ਦਾ ਖਰਚਾ ਹੈ ਔਰ 37,394 ਕਰੋੜ ਦਾ 5 ਸਾਲਾਂ ਦਾ ਮਾਲੀ ਘਾਟਾ ਹੈ ਜੀ। ਪਿਛਲੇ ਸਾਲ ਕੈਪਟਨ ਸਾਹਿਬ ਦੀ ਸਰਕਾਰ ਵੇਲੇ 25,032 ਕਰੋੜ ਦਾ ਠੀਕ ਹੈ ਇੱਥੇ 37 ਯਾਨੀ 12,000 ਕਰੋੜ ਦੇ ਲਗਭਗ ਇਹ ਚੀਜ਼ ਜਿਹੜੀ ਹੈਗੀ ਇੱਥੇ ਉਹ ਵੱਧਦੀ ਹੈ ਔਰ ਇਹ ਟੋਟਲ 37,394 ਕਰੋੜ ਰੁਪਏ ਜਿਹੜੇ ਹੈਗੇ ਆ ਇਹਦੇ ਵਿੱਚ ਇਹਦੀ ਜਦੋਂ CAGR ਅਸੀਂ ਦੇਖਦੇ ਹਾਂ ਤਾਂ 12.8 10.8 ਜੀ ਔਰ ਮਾਲੀ ਘਾਟਾ ਸਿਰਫ 1.4% ਦਰ ਨਾਲ ਡਾਕਟਰ ਸਾਹਿਬ ਮੈਂ ਇਹੀ ਪੁੱਛਣਾ ਸੀ ਕਿ ਪਿਛਲੀ ਸਰਕਾਰ ਬਾਦਲ ਸਾਹਿਬ ਦੀ ਜਦੋਂ 12 ਚ ਮੁੱਕੀ ਆ ਤੇ 31 ਸੀ ਜੀ ਉਹ ਘਟਾ ਕੇ ਇੱਕ ਤੇ ਲਿਆਂਦਾ ਮੈਨੂੰ ਲੱਗਦਾ ਬਾਦਲ ਸਾਹਿਬ ਦੀ ਸਰਕਾਰ ਦੀ ਵਿੱਤੀ ਪ੍ਰਾਪਤੀ ਇੱਥੇ ਬਿਲਕੁਲ ਜੀ ਆਪਾਂ ਨੂੰ ਫਿਗਰਸ ਦੱਸ ਰਹੀਆਂ ਕਿਉਂਕਿ ਐਬਸੋਲੂਟ ਫਿਗਰ ਵੱਧ ਰਹੀ ਹੈ ਪਰ ਜਦੋਂ ਅਸੀਂ ਫਾਰਮੂਲੇ ਲਾ ਕੇ ਉਸ ਚੀਜ਼ ਨੂੰ ਉਹਦਾ ਨਿਚੋੜ ਕੱਢਦੇ ਹਾਂ ਤੁਸੀਂ ਦੇਖੋ ਜਦੋਂ ਮਾਲੀ ਪ੍ਰਾਪਤੀਆਂ ਦੀ CAGR ਵੱਧ ਗਈ ਹੈਗੀ ਹੈ ਪਹਿਲੀ ਵਾਰ ਹੋਇਆ ਇਹਨਾਂ ਦੀ ਸਰਕਾਰ ਦੇ ਵਿੱਚ ਜਾਂ ਪਿਛਲੀ ਕੈਪਟਨ ਸਰਕਾਰ ਵੇਲੇ ਬਿਲਕੁਲ ਠੀਕ ਉਸ ਤੋਂ ਪਿਛਲੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਸ ਵੇਲੇ ਨਹੀਂ ਸੀ ਹੈਗਾ ਇਹ ਜਾਂ ਜਿਹੜੀ ਪਹਿਲੀ ਟਰਮ ਸੀ ਜਾਂ ਜਿਹੜੀ ਦੂਸਰੀ ਟਰਮ ਸੀ ਤੀਸਰੀ ਟਰਮ ਜੀ ਤੀਸਰੀ ਟਰਮ ਠੀਕ ਕੰਮ ਕੀਤਾ ਤੀਸਰੀ ਟਰਮ ਦੇ ਵਿੱਚ ਕਾਫੀ ਪਿਛਲੇ ਨਾਲੋਂ ਬਿਹਤਰ ਰਿਹਾ ਇਹ ਸਾਰਾ ਕੁਝ ਲਓ ਜੀ ਹਾਂ ਇੱਥੇ ਇੱਕ ਚੀਜ਼ ਹੋਰ ਦੱਸ ਦਿਆਂ ਮੈਂ ਸੌਰੀ ਟੂ ਇੰਟਰਪਟ ਨਹੀਂ ਕਰੋ ਜੀ ਇੱਥੇ ਜਿਹੜਾ ਅਸੀਂ ਜਦੋਂ ਕਰਜ਼ੇ ਵਾਲੀ ਫਿਗਰ ਦੇਖੋਗੇ ਤੁਸੀਂ ਤਾਂ ਇੱਕਦਮ ਕਰਜ਼ੇ 'ਚ ਇਸ ਸਾਲ ਦੇ ਵਿੱਚ 99,000 ਕਰੋੜ ਦਾ ਵਾਧਾ ਹੋਇਆ ਸੀਗਾ ਜੀ ਠੀਕ ਹੈ ਜਾਂਦੇ ਉਹ ਪਿਛਲੀ ਵਾਰੀ ਡਿਸਕਸ ਕੀਤਾ ਸੀ ਕਿ ਉਹ CCL ਉੱਦਾਂ ਜੇ ਕਰਜ਼ੇ 'ਚ ਵਾਧਾ ਹੁੰਦਾ ਤਾਂ ਮਸਾਂ 40-42,000 ਕਰੋੜ ਦਾ ਹੋਣਾ ਸੀ 45 ਦਾ ਹੋ ਜਾਂਦਾ ਪਰ ਉਹ 99,000 ਦਾ ਕਿਉਂ ਹੋਇਆ ਉਹ ਤੁਹਾਨੂੰ ਦੱਸਿਆ ਸੀ ਕਿ 29,920 ਕਰੋੜ ਦੀ CCL ਦੀ ਲਿਮਿਟ ਔਰ ਤਕਰੀਬਨ 10,000 ਇੱਕ ਵਾਰੀ ਤੇ 5,000 15,000 ਦੇ ਉਹਦੇ ਬੌਂਡਸ ਜੀ ਠੀਕ ਹੈ 45,000 ਕਰੋੜ ਉਹ ਬਣ ਗਿਆ ਜੀ ਸਾਰੇ ਦਾ ਸਾਰਾ ਤਾਂ ਉਹਦੀ ਵਜ੍ਹਾ ਕਰਕੇ ਕਰਜ਼ੇ ਦੀ ਫਿਗਰ ਕਿਉਂਕਿ ਕਰਜ਼ੇ ਦੀ ਫਿਗਰ ਆਪਾਂ ਨਾਲ ਨਹੀਂ ਲਈ ਇਸ ਵੇਲੇ ਕਿਉਂ ਉਹ ਬਹੁਤ ਜ਼ਿਆਦਾ ਫਿਰ ਖਲਾਰਾ ਪੈ ਜ਼ਿਆਦਾ ਹੋ ਜਾਣਾ ਸੀ ਉਹ ਆਪਾਂ ਪਿੱਛੇ ਡਿਸਕਸ ਕਰ ਚੁੱਕੇ ਹਾਂ ਔਰ ਉਹ ਹੋ ਸਕਦਾ ਸਾਡੇ ਦਰਸ਼ਕ ਜਿਹੜੇ ਆ ਪਿਛਲੀ ਕੱਢ ਕੇ ਨਾਲ ਕੰਪੇਅਰ ਵੀ ਕਰ ਸਕਦੇ ਠੀਕ ਹੈ ਜੀ ਸੋ ਡਾਕਟਰ ਬਿਕਰਮ ਸਿੰਘ ਵਿਰਕ ਸਾਹਿਬ ਬੜੀ ਮਿਹਨਤ ਦੇ ਨਾਲ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਾਂ ਬਹੁਤ ਵਾਰੀ ਕਹਿੰਦੇ ਹੁੰਦੇ ਸਾਨੂੰ ਪਤਾ ਪੰਜਾਬ ਘਾਟੇ 'ਚ ਫਿਰ ਹੁੰਦਾ ਜੀ ਪੰਜਾਬ 4 ਲੱਖ ਕਰੋੜ ਦੇ ਘਾਟੇ 'ਚ 3 ਲੱਖ ਕਰੋੜ ਦੇ ਘਾਟੇ 'ਚ ਕਿ 2 ਲੱਖ ਕਰੋੜ ਦੇ ਘਾਟੇ 'ਚ ਫਿਰ ਘਾਟੇ 'ਚ ਕਿਉਂ ਕਿਉਂਕਿ ਆਮਦਨ ਘੱਟ ਖਰਚ ਵੱਧ ਫਿਰ ਕਿਹੜੀ ਸਰਕਾਰ ਦੇ ਵੇਲੇ ਆਮਦਨ ਕਦੋਂ ਘੱਟ ਤੇ ਖਰਚ ਕਦੋਂ ਵੱਧ ਕਿਉਂਕਿ ਦੇਖੋ ਜਿਨ੍ਹਾਂ ਦੀਆਂ ਸਰਕਾਰਾਂ ਸਿਰਾ ਵੀ ਉਹਨਾਂ ਦੇ ਸਿਰ ਤੇ ਦੋਸ਼ ਵੀ ਉਹਨਾਂ ਦੇ ਸਿਰ ਭਾਈ ਆਮ ਲੋਕਾਂ ਦਾ ਸਿਰ ਥੋੜੀ ਦੋਸ਼ ਹੋਣਾ ਇਹ ਗੱਲ ਬਿਲਕੁਲ ਹੁਣ ਤੱਕ ਕਲੀਅਰ ਹੋਈ ਆ ਕਿ ਪੰਜਾਬ ਦੇ ਸਿਰ ਚੜੇ ਕਰਜ਼ੇ ਦਾ ਜਾਂ ਸਾਡੇ ਵਿੱਤੀ ਘਾਟੇ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਚੋਣਾਂ ਵਾਲੇ ਸਾਲ ਦੇ ਵਿੱਚ ਆ ਕੇ ਫਿਰ ਛੱਟੇ ਦਿੰਨੇ ਆ ਅਸੀਂ ਸਰਕਾਰ ਜਿਹਦੀ ਮਰਜ਼ੀ ਹੋਵੇ ਪਰ ਇਹ ਵੀ ਗੱਲ ਕਲੀਅਰ ਹੋ ਗਈ ਕਿ ਬਾਦਲ ਸਾਹਿਬ ਦੀ ਜਿਹੜੀ 97 ਤੋਂ 2002 ਤੇ 2007 ਤੋਂ 2012 ਵਾਲੀ ਸਰਕਾਰ ਦੇ ਮੁਕਾਬਲਤਨ ਜਿਹੜੀ ਆਖਰੀ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਦੀ ਟਰਮ ਰਹੀ ਹੈ ਜਿਹੜੀ 12 ਤੋਂ 17 ਵਾਲੀ ਉਹਦੇ ਵਿੱਚ ਉਹਨਾਂ ਨੇ ਵਿੱਤੀ ਤੌਰ ਤੇ ਆਪਣੀਆਂ ਪਹਿਲੀਆਂ 2 ਟਰਮਾਂ ਦੇ ਮੁਕਾਬਲੇ ਚੰਗਾ ਕੰਮ ਕਰਨ ਦਾ ਯਤਨ ਕੀਤਾ ਤੇ ਕੈਪਟਨ ਸਾਹਿਬ ਨੇ ਵੀ ਆਪਣੀ ਪਹਿਲੀ ਟਰਮ ਦੇ ਵਿੱਚ ਵਧੀਆ ਕੰਮ ਕੀਤਾ ਵਿੱਤੀ ਤੌਰ ਤੇ ਬਹੁਤ ਵਧੀਆ ਨਹੀਂ ਆਪਾਂ ਕਹਿ ਸਕਦੇ ਪਰ ਜਦੋਂ ਕੰਪੇਅਰ ਕਰਦੇ ਹਾਂ ਤਾਂ ਚੰਗਾ ਕੀਤਾ ਤੇ ਜੇ ਸਾਰੇ ਇੱਕੋ ਟਰੈਕ ਦੇ ਉੱਤੇ ਹੁੰਦੇ ਤਾਂ ਸ਼ਾਇਦ ਅੱਜ ਘਾਟੇ ਕਰਜ਼ੇ ਘਟੇ ਹੁੰਦੇ ਹੁਣ ਡਾਕਟਰ ਸਾਹਿਬ ਕੈਪਟਨ ਸਾਹਿਬ ਦੀਆਂ ਸਿਫਤਾਂ ਆਪਾਂ ਕੀਤੀਆਂ ਕਿ ਉਹਨਾਂ ਨੇ ਪਹਿਲੀ ਟਰਮ 'ਚ ਕਮਾਲ ਕਰਤੀ ਕੈਪਟਨ ਸਾਹਿਬ ਦੇ ਖੂੰਡੇ ਖੜਕੇ 2017 'ਚ ਵੋਟਾਂ ਪਈਆਂ ਅਕਾਲੀ ਦਲ ਭਾਜਪਾ ਗੱਠਜੋੜ 10 ਸਾਲ ਸੱਤਾ 'ਚ ਰਹਿਣ ਤੋਂ ਬਾਅਦ 25 ਸਾਲ ਦੇ ਸੁਪਨੇ ਦੇਖਣ ਤੋਂ ਬਾਅਦ ਪਛੜਿਆ ਕੈਪਟਨ ਸਾਹਿਬ ਦੀ ਸਰਕਾਰ ਬਣ ਗਈ ਸੀਟਾਂ ਦਿੱਤੀਆਂ 77 ਫਾਰਮੂਲਾ ਕੀ ਰੱਖਿਆ 5 ਸਾਲ ਆਪਣਾ ਤਾਂ ਇਹੀ ਫਾਰਮੂਲਾ ਕਿ ਅਸੀਂ ਖਜ਼ਾਨੇ ਦੀਆਂ ਮਾਲੀ ਪ੍ਰਾਪਤੀਆਂ ਮਾਲੀ ਘਾਟੇ ਤੇ ਕਰਜ਼ੇ ਦੀ ਗੱਲ ਕਰ ਰਹੇ ਹਾਂ ਜੀ ਬਾਕੀ ਹੋਰ ਜਿਹੜੇ ਕੰਮ ਕੀਤੇ ਆ ਉਹ ਸਾਡੇ ਡਿਸਕਸ਼ਨ ਦਾ ਵਿਸ਼ਾ ਨਹੀਂ ਹੈ ਹੁਣ 16-17 ਚ ਪਿਛਲੀ ਸਰਕਾਰ ਦਾ ਜਿਹੜਾ ਟਾਈਮ ਸੀ ਮਾਲੀ ਪ੍ਰਾਪਤੀਆਂ ਆਪਾਂ ਉੱਥੋਂ ਜ਼ੀਰੋ ਤੋਂ ਸ਼ੁਰੂ ਕਰਦੇ ਹਾਂ ਠੀਕ ਹੈ 47,986 ਖਰਚ ਜਿਹੜਾ 55,296 7310 ਕਰੋੜ ਦਾ ਮਾਲੀ ਸਾਲ ਦਾ ਘਾਟਾ ਛੱਡ ਕੇ ਗਏ ਜੀ
ਇਹਨਾਂ 5 ਸਾਲਾਂ ਦੇ ਵਿੱਚ ਤੁਸੀਂ ਪਹਿਲੇ ਹੀ ਉਸ ਚੀਜ਼ ਦਾ ਜ਼ਿਕਰ ਕਰ ਦਿੱਤਾ। ਆਪਾਂ ਕੱਲੀ ਚੀਜ਼ ਨੂੰ ਅੱਗੇ ਦੇਖਾਂਗੇ ਕਿ ਕੈਪਟਨ ਸਾਹਿਬ ਦੀ ਜਿਹੜੀ ਪਿਛਲੀ ਸਰਕਾਰ ਦੇ ਸਮੇਂ ਜੋ ਪ੍ਰਾਪਤੀਆਂ ਸੀ, ਜੋ ਕੋਸ਼ਿਸ਼ ਕੀਤੀ, ਇੱਥੇ ਬਿਲਕੁਲ ਨਹੀਂ ਦਿਖਦੀ। ਠੀਕ ਹੈ, ਇਹਨਾਂ 5 ਸਾਲਾਂ ਦੇ ਬਿਲਕੁਲ ਉਲਟ ਹੋ ਗਿਆ ਕੰਮ, ਬਿਲਕੁਲ ਉਲਟ ਹੋ ਗਿਆ। ਯਾਨੀ ਇਹ ਪੈਟਰਨ ਉਹੀ ਪੁਰਾਣੇ ਵਾਲਾ ਲਗਭਗ ਚਲੇ ਗਿਆ। ਹਾਲਾਂਕਿ ਨਾ ਕੋਈ ਗੱਠਜੋੜ ਸੀ, ਨਾ ਕੋਈ ਹਾਈ ਕਮਾਂਡ ਦਾ ਪ੍ਰੈਸ਼ਰ ਸੀ, ਕੋਈ ਇਦਾਂ ਦੀ ਗੱਲ ਨਹੀਂ ਸੀ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ, ਇੰਡੀਪੈਂਡੈਂਟ ਸੀ। ਪਰ ਉਹੀ ਗੱਲ ਕਿ ਲੈਕਸਿਟੀ ਜੀ, ਢਿੱਲ ਤੁਸੀਂ ਦੇਖੀ ਹੈ ਹਰ ਸ਼ੋਬੇ ਦੇ ਵਿੱਚ। ਇਹ ਆਪਾਂ ਤਾਂ ਸਿਰਫ ਆਰਥਿਕਤਾ ਦੀ ਗੱਲ ਕਰਦੇ ਹਾਂ, ਤੁਸੀਂ ਦੂਸਰੀਆਂ ਚੀਜ਼ਾਂ ਦੇ ਵਿੱਚ ਵੀ ਇਹ ਚੀਜ਼ਾਂ ਦੇਖੀਆਂ ਜਿਹੜੀਆਂ। ਪਹਿਲੇ ਸਾਲ ਦੇ ਵਿੱਚ ਸਰਕਾਰ ਦੀ ਆਮਦਨ ਹੈ 53,009 ਕਰੋੜ ਜੀ, ਪਿਛਲੇ ਸਾਲ ਨਾਲੋਂ 5,023 ਕਰੋੜ ਵਧੀ ਜੀ। ਮਾਲੀ ਖਰਚ 62,465 ਪਿਛਲੇ ਸਾਲ ਨਾਲੋਂ 7,100 ਕਰੋੜ ਵਧਿਆ ਜੀ, ਔਰ ਮਾਲੀ ਘਾਟਾ 9456 ਕਰੋੜ ਦਾ ਹੋ ਗਿਆ, ਜਾਨੀ 7,310 ਤੋਂ 9456 ਕਰੋੜ, ਯਾਨੀ 2,000 ਕਰੋੜ ਤੋਂ ਵੀ ਵੱਧ ਦਾ ਘਾਟਾ ਵਧਿਆ ਜੀ। ਪਿਛਲੀ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਇਹ ਥੱਲੇ ਨੂੰ ਆਣਾ ਸੀ, ਪਰ ਇੱਥੇ ਨਹੀਂ ਹੋਇਆ। ਐਤਕੀ ਤਾਂ ਛਾਲਾਂ ਹੀ ਮਾਰੀਆਂ। ਇਹਦੇ ਦੋ ਕਾਰਨ ਜੀ। ਨੰਬਰ 1 ਕਿ ਸਬਸਿਡੀਆਂ ਦਾ ਅਮਾਉਂਟ, ਮਾਲੀ ਖਰਚ ਬਹੁਤ ਜ਼ਿਆਦਾ ਵੱਧ ਗਿਆ ਸੀ। ਠੀਕ ਹੈ। ਦੂਸਰਾ ਜਿਹੜਾ ਸਾਡਾ ਖੜਾ ਕਰਜ਼ਾ 2 ਲੱਖ ਕਰੋੜ ਨੂੰ ਲਗਭਗ ਪਾਰ ਕਰ ਚੁੱਕਾ ਸੀਗਾ। ਠੀਕ ਹੈ ਜੀ। ਔਰ ਉਹਦੇ ਤੇ ਵਿਆਜ ਬਹੁਤ ਪੰਡ ਭਾਰੀ ਹੋ ਗਈ ਸੀ, ਬਹੁਤ ਭਾਰੀ। ਇਹ ਦੋ ਚੀਜ਼ਾਂ ਨੇ, ਇਹ ਜਿਹੜਾ ਮਾਲੀ ਘਾਟਾ, ਜਿੱਦਣ ਆਪਾਂ ਇਸ ਚੀਜ਼ ਦੀ ਚੀਰ-ਫਾੜ ਕਰਾਂਗੇ ਉਸ ਦਿਨ ਉਹ ਚੀਜ਼ ਸਾਹਮਣੇ ਆਏਗੀ। ਠੀਕ ਹੈ। ਕਿਉਂਕਿ ਇਹ ਇੱਕੇ ਪ੍ਰੋਗਰਾਮ 'ਚ ਇੰਨਾ ਕੁਝ ਨਹੀਂ ਦੱਸਿਆ ਜਾ ਸਕਦਾ। ਦੱਸਣ ਵਾਲੇ ਲਈ ਵੀ ਮੁਸ਼ਕਲ ਹੈ, ਸਮਝਣ ਵਾਲੇ ਲਈ ਤਾਂ ਹੋਰ ਮੁਸ਼ਕਲ ਹੈ। ਬਿਲਕੁਲ ਠੀਕ ਹੈ ਜੀ। ਦੂਸਰਾ 18-19 ਆ ਗਿਆ ਜੀ, 62,268 ਦੀਆਂ ਮਾਲੀ ਪ੍ਰਾਪਤੀਆਂ, ਪਿਛਲੇ ਸਾਲ ਨਾਲੋਂ 9,259 ਕਰੋੜ ਦਾ ਵਾਧਾ ਜੀ, ਬਹੁਤ ਜ਼ਬਰਦਸਤ ਵਾਧਾ। ਮਾਲੀ ਖਰਚ ਜਿਹੜਾ 75,403, ਇਹਦੇ 'ਚ ਵੀ ਬੇਸ਼ੱਕ ਵਾਧਾ 12,938 ਕਰੋੜ ਦਾ, ਔਰ ਮਾਲੀ ਘਾਟੇ ਦੇ ਵਿੱਚ 13,135 ਕਰੋੜ ਦਾ ਮਾਲੀ ਘਾਟਾ। ਡਾਕਟਰ ਸਾਹਿਬ, ਮੈਂ ਇੱਕ ਪੁੱਛਣੀ ਤੁਹਾਨੂੰ ਗੱਲ, ਇੱਥੇ ਪਿਛਲੇ ਸਾਲ ਤੋਂ ਵਾਧਾ ਦਰ ਜਿਹੜੀ ਆ ਉਹ ਮਾਲੀ ਘਾਟਾ 13,000 ਕਰੋੜ ਦਾ ਜੀ ਤਕਰੀਬਨ। ਜੀ 1995-96 ਸਾਨੂੰ 15,000 ਕਰੋੜ ਕੁੱਲ ਮਿਲਿਆ ਸੀ। ਬਿਲਕੁਲ, ਜਿਹੜੀ 1 ਸਾਲ 'ਚ ਹੀ ਹੋ ਗਿਆ। ਇੱਥੇ 1 ਸਾਲ ਦੇ ਵਿੱਚ ਆ ਰਹੇ ਜੀ, ਅੱਗੇ ਉਸ ਤੋਂ ਵੀ ਕ੍ਰਾਸ ਕਰ ਰਹੇ ਸੀ। ਆਖਰੀ ਸਾਲ ਦੇ ਵਿੱਚ 16,000 1 ਸਾਲ 'ਚ ਲੈ ਲਿਆ, ਜਿਹੜਾ ਅਸੀਂ ਸਾਡੇ ਕੋਲ 5 ਸਾਲਾਂ ਦੇ ਵਿੱਚ ਆਇਆ ਸੀਗਾ। ਤੁਸੀਂ ਉਸ ਚੀਜ਼ ਨੂੰ, ਚਲੋ ਉਹਦਾ ਇੱਕ ਫੈਕਟਰ ਅਸੀਂ ਇਹ ਤਾਂ ਮੰਨਦੇ ਹਾਂ ਕਿ ਰੁਪਈਏ ਦੀ ਕੀਮਤ ਘਟਦੀ ਹੈ, ਇਨਫਲੇਸ਼ਨ ਸਾਰਾ ਕੁਝ, ਪਰ ਇੰਨੀ ਜ਼ਿਆਦਾ ਨਹੀਂ। ਹੁਣ ਅਗਲਾ ਸਾਲ 19-20 ਐਕਸੈਪਸ਼ਨਲ ਈਅਰ ਆਉਂਦਾ ਹੈ। ਠੀਕ ਹੈ ਜੀ। 693 ਕਰੋੜ ਨਾਲ ਮਾਲੀਆ ਘਟਦਾ ਹੈ ਜੀ, ਪਰ ਇਹਦਾ ਸਭ ਤੋਂ ਵੱਡਾ ਕਾਰਨ ਸੀ ਕੋਵਿਡ। ਬਿਲਕੁਲ ਠੀਕ ਹੈ। ਠੀਕ ਹੈ, ਕਿਉਂਕਿ ਜਿੱਥੇ ਜੋ ਚੀਜ਼ ਸਹੀ ਹੈ ਸਾਨੂੰ ਉਹ ਚੀਜ਼ ਕਲੀਅਰ ਕਰਨੀ ਚਾਹੀਦੀ। ਉਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਪਿਆ। ਈਵਨ ਇੱਕ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਸੀ, ਐਕਸਾਈਜ਼ ਤੋਂ ਆਮਦਨ ਆਉਂਦੀ ਹੈ, ਲਿਕਰ ਵੈਂਡਸ, ਸ਼ਰਾਬ ਦੇ ਠੇਕਿਆਂ ਤੋਂ, ਉਹ ਬੰਦ ਕਰ ਦਿੱਤੇ, 2-3 ਮਹੀਨੇ ਵਾਸਤੇ ਬੰਦ ਰਹੇ ਉਹ। ਇਸੇ ਤਰੀਕੇ ਨਾਲ ਪਰ ਮਾਲੀ ਖਰਚ ਜਿਹੜਾ ਉਹ ਲਗਭਗ ਸਟੈਟਿਕ ਰਿਹਾ। ਠੀਕ ਹੈ ਜੀ। ਜੇ ਵਧਿਆ ਨਹੀਂ ਤੇ ਘਟਿਆ ਵੀ ਨਹੀਂ, ਕਿਉਂਕਿ ਉਹਦੇ ਵਿੱਚ ਲੋਕਾਂ ਨੂੰ ਮਦਦ ਵੀ ਦੇਣੀ ਪਈ, ਸਾਰਾ ਕੁਝ ਮੈਡੀਕਲ ਫੈਸਿਲਿਟੀ ਦੇ ਉੱਤੇ ਵੀ ਸਰਕਾਰ ਦੇ ਖਰਚ ਹੋਏ, ਔਰ ਇਹਦੀ ਵਜ੍ਹਾ ਕਰਕੇ ਜਿਹੜਾ ਮਾਲੀ ਘਾਟਾ ਹੈ ਉਹ 14,284 ਕਰੋੜ ਰੁਪਏ ਦਾ। 14,284 ਦਾ। ਹਾਂਜੀ। ਅਗਲਾ ਸਾਲ, ਚੌਥਾ ਸਾਲ, ਇਹਦੇ ਵਿੱਚ ਥੋੜਾ ਜਦੋਂ ਕੋਵਿਡ ਸਲੋ ਡਾਊਨ ਹੋਇਆ ਔਰ ਰੈਵਨਿਊ ਮਾਲੀ ਪ੍ਰਾਪਤੀਆਂ ਦੇ ਵਿੱਚ ਵਾਧਾ ਹੋਇਆ, ਪਰ 18-19 ਜਿੰਨਾ ਨਹੀਂ ਹੋਇਆ ਜੀ, ਉਸ ਤੋਂ ਘੱਟ ਹੋਇਆ। 7473 ਕਰੋੜ ਰੁਪਏ ਜੀ। ਅਜੇ ਤੱਕ ਵੀ ਅਸਰ ਉਸ ਚੀਜ਼ ਦਾ ਚੱਲ ਰਿਹਾ ਸੀ, ਲਾਕਡਾਊਨ ਚੱਲਦਾ ਸੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ। ਔਰ ਮਾਲੀ ਖਰਚ 86,345 ਕਰੋੜ, ਪਿਛਲੇ ਸਾਲ ਨਾਲੋਂ 10,486 ਕਰੋੜ ਦਾ ਵਾਧਾ। ਠੀਕ ਹੈ ਜੀ। ਔਰ ਦੂਜੇ ਪਾਸੇ ਮਾਲੀ ਘਾਟਾ ਜਿਹੜਾ ਹੈ ਉਹਦੇ ਵਿੱਚ 17,297 ਕਰੋੜ ਦਾ ਵਾਧਾ ਹੁੰਦਾ ਜੀ। ਔਰ ਜਿਹੜਾ ਆਖਰੀ ਸਾਲ ਹੈ ਇੱਥੇ ਉਹੀ, ਇਹ 2 ਸਾਲਾਂ ਦੇ ਵਿੱਚ ਸਾਨੂੰ ਟ੍ਰੈਂਡ ਰਿਵਰਸਲ ਦੇਖਣ ਨੂੰ ਮਿਲ ਰਿਹਾ। ਠੀਕ ਹੈ ਜੀ। ਬਾਦਲ ਸਾਹਿਬ ਦੇ ਵੇਲੇ ਵੀ, ਹਾਂਜੀ, ਕੈਪਟਨ ਸਾਹਿਬ ਸ਼ਾਇਦ ਉਹਨਾਂ ਨੂੰ ਇਹ ਹੁਣ ਲੱਗਿਆ ਕਿ ਸਰਕਾਰ ਰਿਪੀਟ ਨਹੀਂ ਹੋਣੀ ਜੀ, ਛੋਟਾਂ ਦੇਣ ਦਾ ਬੜਾ ਫਾਇਦਾ ਨਹੀਂ ਹੈ ਕੋਈ, ਜਾਂ ਥੋੜਾ ਜਿਹਾ ਹਿੱਸਾ ਚੰਨੀ ਸਾਹਿਬ ਦਾ ਵੀ ਆ 6 ਮਹੀਨੇ ਉਹਨਾਂ ਦੇ ਵੀ, ਪਰ ਉਸ ਟਾਈਮ ਪੀਰੀਅਡ ਦੇ ਵਿੱਚ ਸਗੋਂ ਰੈਵਨਿਊ ਬਹੁਤ ਕੰਪਰੋਮਾਈਜ਼ ਹੋਈ। ਠੀਕ ਹੈ ਜੀ। ਠੀਕ ਹੈ, ਤੁਹਾਨੂੰ ਪਤਾ ਹੀ ਹੈ ਉਹਦੇ ਵਿੱਚ, ਕਿਉਂਕਿ ਜਿਸ ਦਿਨ ਅਸੀਂ ਰੈਵਨਿਊ ਡਿਸਕਸ ਕਰਾਂਗੇ ਉਸ ਦਿਨ ਆਪਾਂ ਇਹ ਚੀਜ਼ ਥ੍ਰੈਡ ਬੇਅਰ ਗੱਲ ਕਰਾਂਗੇ ਵੀ ਮਾਲੀ ਪ੍ਰਾਪਤੀਆਂ ਕਿੱਥੋਂ ਆ ਰਹੀਆਂ, ਕਿੰਨੀਆਂ ਆ ਰਹੀਆਂ, ਸਾਡੀਆਂ ਕਿੰਨੀਆਂ, ਦੂਜੇ ਸੂਬੇ ਦੀਆਂ ਕਿੰਨੀਆਂ। ਜੇ ਕੇਂਦਰ, ਇੱਥੇ ਇੱਕ ਮੈਂ ਹੋਰ ਚੀਜ਼ ਦੱਸ ਦਿਆਂ, ਤੁਸੀਂ ਦੇਖ ਰਹੇ ਹੋ ਮਾਲੀ ਪ੍ਰਾਪਤੀਆਂ ਬੜੀ ਤੇਜ਼ੀ ਨਾਲ ਵੱਧ ਰਹੀਆਂ ਜੀ। ਜਿੱਦਣ ਆਪਾਂ ਇਹਦਾ ਡਿਸਕਸ਼ਨ ਕਰਾਂਗੇ ਉਸ ਦਿਨ ਉਹਦਾ ਐਨਾਲਿਸਿਸ ਕਰਾਂਗੇ। ਇਹਦੇ ਵਿੱਚ ਬਹੁਤ ਵੱਡਾ ਹਿੱਸਾ ਕੇਂਦਰੀ ਟੈਕਸਸ ਦਾ ਆ ਜੀ। ਮੈਂ ਥੋੜਾ ਜਿਹਾ ਨਿਚੋੜ ਦੱਸ ਦਿਆਂ। ਜਿਹੜੀ ਪਹਿਲੀ ਸਰਕਾਰ ਸੀ ਬਾਦਲ ਸਾਹਿਬ ਦੀ 97 ਤੋਂ 2002 ਦੀ ਜੀ, ਉਹਦੇ 'ਚ ਜੇ ਸਾਡੀ 100 ਰੁਪਈਆ ਆਮਦਨ ਸੀ, 15 ਪੈਸੇ ਕੇਂਦਰ ਕਰਾਂ ਤੋਂ ਜਾਂ ਉਹਨਾਂ ਗ੍ਰਾਂਟਾਂ ਤੋਂ ਆਉਂਦਾ ਸੀ, 85% ਸਾਡੇ ਆਪਣੇ ਸੀ। ਪਰ ਇਹ ਵਾਲੀ ਅਖੀਰਲਾ ਜਿਹੜੀ 22 ਦੀ ਫਿਗਰ ਜਦੋਂ ਅਸੀਂ ਚੱਕ ਕੇ ਦੇਖਦੇ ਹਾਂ, ਉਹ ਆਪਾਂ ਜਦੋਂ ਇੱਥੇ ਸਾਹਮਣੇ ਲਿਆਵਾਂਗੇ ਤਾਂ ਕਲੀਅਰ ਹੋ ਜਾਏਗੀ। ਇਸ ਵੇਲੇ 42%
ਸਾਡੇ ਜੇ 100 ਰੁਪਈਆ ਸਾਡੀ ਆਮਦਨ ਹੈ ਤਾਂ 42% ਜਿਹੜਾ ਉਹ ਕੇਂਦਰੀ ਕਰਾਂ ਔਰ ਗ੍ਰਾਂਟਾਂ ਤੋਂ ਆ ਰਿਹਾ, ਔਰ ਬਾਕੀ ਜਿਹੜੇ ਪੈਸੇ ਹੈਗੇ 58 ਜਾਣੀ ਅੱਜ ਤੋਂ ਥੋੜੇ ਜਿਹਾ ਜ਼ਿਆਦਾ ਉਹ ਸਾਡੇ ਆਪਣੇ 15 ਤੋਂ ਇੰਨੇ। ਜਾਣੀ ਕੇਂਦਰ ਦੀ ਕੰਟਰੀਬਿਊਸ਼ਨ 3 ਗੁਣਾ ਹੋ ਗਈ ਹੈ। ਹਾਂ, ਇਹਦਾ ਇਹ ਕਾਰਨ ਨਹੀਂ ਕਿ ਉਹਨਾਂ ਨੇ ਬੜੀ ਫਰਾਖ ਦਿਲੀ ਨਾਲ ਸਾਨੂੰ ਪੈਸੇ ਦੇਣੇ ਸ਼ੁਰੂ ਕਰਤੇ, ਨਾ 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 ਨਾ, ਸਾਡਾ ਆਪਣਾ ਮਾਲੀਆ ਜਿਹੜਾ ਹੈ ਉਹ ਘੱਟ ਦਰਜ ਹੋ ਗਿਆ। ਅਸੀਂ ਟੈਕਸ ਲਾਉਣੇ ਬੰਦ ਕਰਤੇ ਵੀ ਭਾਈ ਲੋਕ ਖੁਸ਼ ਕਰਦੇ ਆ। ਆਪਾਂ ਦੱਸਾਂਗੇ ਜੀ, ਇਹੋ ਜਿਹੇ ਨਾਨ ਟੈਕਸ ਇੱਕ ਰੈਵਨਿਊ ਹੁੰਦੀ ਹੈ ਸਟੇਟ ਦੇ ਅੱਗੇ, 2 ਹਿੱਸੇ ਹੁੰਦੇ ਆ ਮਾਲੀਆ, ਇੱਕ ਹੁੰਦੀ ਟੈਕਸ ਰੈਵਨਿਊ, ਇੱਕ ਹੁੰਦੀ ਨਾਨ ਟੈਕਸ ਰੈਵਨਿਊ। ਨਾਨ ਟੈਕਸ ਰੈਵਨਿਊ ਵਧਣ ਦੀ ਬਜਾਏ ਘਟ ਰਹੀ ਹੈ ਲਗਾਤਾਰ। ਜਦੋਂ ਆਪਾਂ ਉਹ ਗੱਲ ਕਰਾਂਗੇ ਤਾਂ ਉੱਥੇ ਇਹ ਗੱਲ ਕਲੀਅਰ ਹੋ ਜਾਏਗੀ। ਠੀਕ ਹੈ ਜੀ। ਤੋਂ ਆਖਰੀ ਸਾਲ ਦੇ ਵਿੱਚ 78,136 ਕਰੋੜ ਦੀਆਂ ਪ੍ਰਾਪਤੀਆਂ, ਪਿਛਲੇ ਸਾਲ ਨਾਲ 9,088 ਕਰੋੜ ਵੱਧ ਜੀ। ਮਾਲੀ ਖਰਚ ਜਿਹੜਾ 94,437, 8,092 ਕਰੋੜ ਵਧਿਆ, ਔਰ ਮਾਲੀ ਘਾਟਾ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਮਾਰਜਨਲੀ ਘਟਿਆ। ਹਾਲਾਂਕਿ ਇਸ ਸਾਲ 'ਚ ਇੱਕ ਕੰਮ ਹੋਰ ਹੋਇਆ ਜੀ, ਸਰਕਾਰ ਇਹ 1922 ਦੀ ਫਿਗਰ ਜਿਹੜੀ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਇਹਨੂੰ ਫਾਈਨਲ ਨਾ ਮੰਨਿਓ, ਕਿਉਂਕਿ ਉੱਪਰ ਥੱਲੇ ਹੋ ਸਕਦਾ, ਇਹ ਉੱਪਰ ਹੋਏਗੀ ਜੀ, ਥੱਲੇ ਨਹੀਂ ਹੋਏਗੀ। ਹਾਂਜੀ, ਮਾਲੀ ਪ੍ਰਾਪਤੀਆਂ ਥੱਲੇ ਹੋਣਗੀਆਂ ਜੀ, ਮਾਲੀ ਖਰਚ ਉੱਪਰ ਹੋਏਗਾ, ਕਿਉਂਕਿ ਇਹਦਾ ਆਡਿਟ ਹੋਣਾ। ਔਰ ਇਹ ਮਾਲੀ ਖਰਚ ਕਿਉਂ ਵਧਨੇ? ਕਿਉਂਕਿ ਜਾਂਦੀ ਜਾਂਦੀ ਸਰਕਾਰ ਗ੍ਰੇਡ ਲਾਗੂ ਕਰ ਜੀ, ਮੁਲਾਜ਼ਮਾਂ ਦੇ ਜਿਹੜੇ ਪੇ ਸਕੇਲ ਸੀਗੇ ਪਿਛਲਾ ਪੰਜਾਬ ਸਰਕਾਰ ਦੇ ਇੰਪਲੋਈਜ਼ ਦਾ ਉਹ ਲਾਗੂ ਕਰਤੀ ਸੀ, ਔਰ ਬਕਾਏ ਨਹੀਂ ਦਿੱਤੇ ਸੀ। ਉਹ ਹੁਣ ਦੀ ਸਰਕਾਰ ਵਾਲੀ ਗੱਲ ਪੈ ਗਈ, ਔਰ ਇਹ ਜਦੋਂ ਦੇਣਗੇ ਤਾਂ ਇਹ ਖਰਚ ਦੇ ਵਿੱਚ ਇਹ ਸਾਰਾ ਜਿਹੜਾ ਇਹ ਵਾਧਾ ਹੋਏਗਾ। ਤਾਂ ਕੁੱਲ ਮਿਲਾ ਕੇ ਇਹਨਾਂ ਸਾਲਾਂ ਦੇ ਵਿੱਚ ਦੇਖੋ 70,473 ਕਰੋੜ ਦਾ ਮਾਲੀ ਘਾਟਾ ਇੱਕ ਸਾਲ ਦੇ ਵਿੱਚ, ਇੱਕ ਟਰਮ 'ਚ, ਇੱਕ 5 ਸਾਲ ਦੀ ਇੱਕ ਟਰਮ ਦੇ ਵਿੱਚ। ਤਾਂ ਤੁਸੀਂ ਦੇਖ ਲਓ ਕਿ ਕਰਜ਼ਾ ਕਿੰਨੀ ਤੇਜ਼ੀ ਨਾਲ ਵਧਿਆ। ਕਾਰਨ ਕੀ ਸੀ? ਘਾਟਾ, ਹਰ ਸਾਲ ਘਾਟਾ। ਕਿਸੇ ਸਾਲ ਮਾਲੀ ਪ੍ਰਾਪਤੀਆਂ ਮਾਲੀ ਖਰਚ ਤੋਂ ਵਧੀਆ ਨਹੀਂ, ਅਸੀਂ ਰੈਵਨਿਊ ਸਰਪਲਸ 'ਚ ਆਏ ਹੀ ਨਹੀਂ ਜੀ, ਜਦਕਿ ਬਹੁਤ ਸਾਰੇ ਸੂਬੇ ਹੈਗੇ ਆ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਸਰਪਲਸ ਆਉਂਦਾ ਆ। ਠੀਕ ਹੈ, ਕਈ ਤਾਂ ਲਗਾਤਾਰ ਵੀ ਰਹਿੰਦੇ ਆ ਜੀ। ਠੀਕ ਹੈ, ਕਈਆਂ ਦੇ ਵਿੱਚ ਜਿਹੜਾ ਹੈ ਓਵਰ ਏ ਪੀਰੀਅਡ ਆਫ ਟਾਈਮ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਸ ਸਾਲ ਜਿਹੜਾ ਚਲੋ ਪਿਛਲੇ ਸਾਲ ਕੋਈ ਐਕਸੈਪਸ਼ਨਲ ਸਾਲ ਹੋ ਗਿਆ। ਇਹ ਨਹੀਂ ਕਿ ਉੱਥੇ ਚੋਣਾਂ ਦੇ ਸਾਲ 'ਚ ਇਹੋ ਜਿਹਾ ਕੁਝ ਨਹੀਂ ਹੁੰਦਾ ਉੱਥੇ ਵੀ ਹੈ। ਠੀਕ ਹੈ ਜੀ, ਲੇਕਿਨ ਫਿਰ ਵੀ ਕਿਸੇ ਨਾ ਕਿਸੇ ਸਾਲ ਦੇ ਵਿੱਚ ਉਹ ਅਗਲਿਆਂ ਸਾਲਾਂ ਦੇ ਵਿੱਚ ਇਸ ਚੀਜ਼ ਨੂੰ ਕੰਟਰੋਲ ਕਰ ਲੈਂਦੇ ਆ ਜਾਂ ਇਹ ਇੱਥੇ ਆਪਣਾ ਇਹਨੂੰ ਘਟਾ ਲੈਂਦੇ ਆ। ਡਾਕਟਰ ਸਾਹਿਬ ਮਿੰਟ 3 ਨੇ, ਮੈਂ 2-3 ਮੋٹے ਸਵਾਲ ਪੁੱਛਣੇ ਕਿਉਂਕਿ ਆਪਣਾ ਸਾਰਾ ਕੁਝ ਕਲੀਅਰ ਹੋ ਗਿਆ। ਆਪਾਂ 5 ਸਰਕਾਰਾਂ 5 ਟਰਮਾਂ ਸਪਸ਼ਟ ਕੀਤੀਆਂ ਕਿ ਘਾਟਾ ਕਿਉਂ ਵੱਧ ਰਿਹਾ ਹੈ ਜੀ, ਆਮਦਨ ਕਿੰਨੀ ਸੀ, ਖਰਚ ਕਿੰਨਾ ਸੀ, ਆਮਦਨ ਇੱਥੇ ਸੀ, ਖਰਚ ਇੱਥੇ ਸੀ, ਉਹ ਫਿਰ ਕਰਜ਼ੇ ਲੈ ਕੇ ਪੂਰਾ ਕੀਤਾ। ਅਗਲੇ ਐਪੀਸੋਡ ਚਲਾਂਗੇ ਕਾਹਦੇ ਲਈ ਕਿੱਦਾਂ ਕਰਜ਼ੇ ਲੈ। ਮੈਂ 3 ਚੀਜ਼ਾਂ ਦੇ ਉੱਤੇ ਤੁਹਾਡੀ ਸਹੀ ਪਾਉਣੀ ਆ, ਕਾਊਂਟਰ ਸਾਈਨ ਕਰਾਉਣੇ ਆ। ਪਹਿਲੀ ਗੱਲ ਕਿ ਕੀ ਆਪਾਂ ਮੰਨ ਕੇ ਚੱਲੀਏ ਕਿ ਇਹ ਗੱਲ ਸੱਚ ਹੈ ਕਿ ਜੇ ਚੋਣਾਂ ਨੇੜੇ ਆਉਂਦੇ ਦੇਖ ਕੇ ਸਰਕਾਰਾਂ ਫੈਸਲੇ ਨਾ ਲੈਂਦੀਆਂ ਤਾਂ ਸ਼ਾਇਦ ਘਾਟਾ ਇਹਨਾਂ ਨਾ ਹੁੰਦਾ? ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਦੇਖੋ ਇੱਕ ਇਹ ਚੀਜ਼ ਹੈ ਕਿ ਤੁਹਾਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ, ਸਰਕਾਰ ਨੂੰ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਠੀਕ ਹੈ, ਕੰਮ ਦੇ ਸਿਰ ਤੇ ਵੋਟਾਂ ਮੰਗੋ। ਤੁਸੀਂ 5 ਸਾਲ ਜੇ ਕੰਮ ਕੀਤਾ ਆ ਤਾਂ ਫਰੀਬੀਜ਼ ਨਾਲ ਤੁਹਾਨੂੰ ਜ਼ਿਆਦਾ ਵੋਟਾਂ ਨਹੀਂ ਮਿਲਣਗੀਆਂ। ਮੁਫਤ ਵੰਡਣ, ਮੈਂ ਫਰੀਬੀਜ਼ ਮੈਂ ਕਿਹਾ ਕਿ ਇਹਨੂੰ ਸਮਝ ਆਵੇ, ਹਾਂ, ਮੁਫਤ ਵੰਡਣ ਨਾਲ ਜਾਂ ਰੈਤਾਂ ਦੇਣ ਨਾਲ ਤੁਹਾਨੂੰ ਵੋਟਾਂ ਨਹੀਂ ਮਿਲਣੀਆਂ। ਆਪਾਂ ਦੇਖ ਲਿਆ। ਠੀਕ ਹੈ ਜੀ, ਜੇ ਤੁਸੀਂ ਕੰਮ ਕਰੋਗੇ ਇਹ ਮਤ ਸਮਝੋ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਜੀ, ਕਿਉਂਕਿ ਲੋਕਾਂ ਨੂੰ ਪਤਾ ਲੱਗਦਾ ਆ। ਠੀਕ ਹੈ ਜੀ, ਇਹ ਇੱਕ ਸਾਈਕੀ ਬਣੀ ਹੋਈ ਆ ਮਾਈਂਡ ਦੇ ਵਿੱਚ ਕਿ ਲੋਕਾਂ ਨੂੰ ਆਹ ਚੀਜ਼ ਸਮਝ ਆਉਂਦੀ ਹੈ। ਲੋਕਾਂ ਨੂੰ ਹਰ ਤਰ੍ਹਾਂ ਦੇ ਲੋਕ ਆ, ਉਹਨਾਂ ਨੂੰ ਸਮਝ ਆਉਂਦੀ ਹੈ, ਔਰ ਉਹ ਚੀਜ਼ ਚਾਹੁੰਦੇ ਆ ਕਿ ਸਾਡਾ ਭਵਿੱਖ ਇੱਥੇ ਤਾਂ ਬਚਣਾ ਆ ਜੇ ਸਰਕਾਰਾਂ ਠੀਕ ਢੰਗ ਨਾਲ ਜਿਹੜਾ ਬੰਦਾ ਟੈਕਸ ਦੇ ਸਕਦਾ ਕਿਉਂ ਨਾ ਲਿਆ ਜਾਵੇ ਉਹਦੇ ਤੋਂ, ਕਿਉਂ ਛੱਡਿਆ ਜਾਵੇ ਜੀ ਉਹਦੇ ਕੋਲ। ਇੱਕ ਡਾਕਟਰ ਸਾਹਿਬ ਹੋਰ, ਜੇ ਸਰਕਾਰਾਂ ਚਾਹੁੰਦੀਆਂ ਜੇ ਇੱਕੋ ਦਮ ਤਾਂ ਸਾਰਾ ਕੁਝ ਹੋਣਾ ਨਹੀਂ, ਕੀ ਹੌਲੀ ਹੌਲੀ ਖਰਚ ਨੂੰ ਥੋੜਾ ਕੰਟਰੋਲ ਕਰਕੇ ਆਮਦਨ ਨੂੰ ਥੋੜਾ ਵਧਾ ਕੇ ਘਾਟੇ ਹੌਲੀ ਹੌਲੀ ਸੀਮਿਤ ਕੀਤੇ ਜਾ ਸਕਦੇ ਸੀ? ਸੰਭਵ ਸੀ ਕਿ ਨਹੀਂ? ਬਿਲਕੁਲ ਸੰਭਵ ਸੀ ਜੀ। ਇਹਦੇ ਵਾਸਤੇ ਇਹ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਕਿ ਕੇਂਦਰ ਸਰਕਾਰ ਨੇ ਇਹ ਰੁਝਾਨ ਸਾਰੇ ਸੂਬਿਆਂ ਦੇ ਵਿੱਚ ਵੇਖਣ ਨੂੰ ਮਿਲਿਆ। ਠੀਕ ਹੈ, ਬਹੁਤ ਸਾਰੇ ਸੂਬਿਆਂ, ਚਲੋ ਅਸੀਂ ਨਹੀਂ ਕਹਿੰਦੇ ਪੰਜਾਬ ਤੋਂ ਸ਼ੁਰੂ ਹੋਇਆ, ਕਿਤੇੋਂ ਸ਼ੁਰੂ ਹੋਇਆ ਜਾਂ ਨਹੀਂ, ਉਹਨੂੰ ਛੱਡੋ। ਉਹਦੇ ਵਾਸਤੇ ਕੇਂਦਰ ਨੇ ਇੱਕ ਐਕਟ ਬਣਾਇਆ ਸੀ, ਉਹਨੂੰ FRBM ਐਕਟ ਕਹਿੰਦੇ ਆ, ਫਾਈਨੈਂਸ਼ੀਅਲ ਰਿਸਪੌਂਸਿਬਿਲਿਟੀ ਐਂਡ ਬਜਟਰੀ ਮੈਨੇਜਮੈਂਟ ਐਕਟ, ਯਾਨੀ ਵਿੱਤੀ ਜ਼ਿੰਮੇਵਾਰੀ ਤੇ ਵਿੱਤ ਪ੍ਰਬੰਧਨ। ਉਹਦੇ ਵਿੱਚ ਕੀ ਸੀ? ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਸਰਕਾਰਾਂ ਦਾ ਇਹ ਰੁਝਾਨ ਬੜਾ ਗਲਤ ਆ ਕਿ ਮਾਲੀ ਪ੍ਰਾਪਤੀਆਂ ਨੂੰ ਕਰਜ਼ਾ ਲੈ ਕੇ, ਮਾਲੀ ਖਰਚ ਨੂੰ ਕਰਜ਼ਾ ਲੈ ਕੇ ਪੂਰਾ ਕੀਤਾ ਜਾਵੇ। ਘਾਟਾ ਤਾਂ ਪੈਸੇ ਲੋਨ ਲੈ ਲਓ ਜੀ। ਉਹਨਾਂ ਨੇ 5-4 ਸਾਲ ਦਾ ਇੱਕ ਰੋਡ ਮੈਪ ਦਿੱਤਾ ਸੀ ਕਿ 4-5 ਸਾਲਾਂ 'ਚ ਇਹਨੂੰ ਜ਼ੀਰੋ ਕਰੋ। ਠੀਕ ਹੈ, ਉਧਰੋਂ ਕੋਵਿਡ ਆ ਗਿਆ ਜਿਹਦੀ ਵਜ੍ਹਾ ਕਰਕੇ ਇਹਨੂੰ ਪੋਸਟਪੋਨ ਕਰਨਾ ਪਿਆ। ਉਹ ਅਗਰ ਲਾਗੂ ਕਰ ਦਿੱਤਾ ਜਾਵੇ ਸਟ੍ਰਿਕਟਲੀ, ਇਕੱਲੇ ਪੰਜਾਬ ਤੇ ਨਹੀਂ ਜੀ, ਸਾਰਿਆਂ ਤੇ, ਕਿ ਰੈਵਨਿਊ ਘੱਟੋ ਘੱਟ ਤੁਹਾਡਾ ਮਾਲੀ ਖਰਚ ਜਿਹੜਾ ਹੈ ਉਹ ਓਨਾ ਹੋਣਾ ਚਾਹੀਦਾ ਜਿੰਨੀਆਂ ਮਾਲੀ ਪ੍ਰਾਪਤੀਆਂ ਵਧੇ ਤਾਂ ਨਾ ਜੀ, ਤਾਂ ਕਿ ਜਿਹੜਾ ਤੁਸੀਂ ਕੈਪੀਟਲ ਆਧਾਰ ਲੈਂਦੇ ਹੋ ਜਾਂ ਕਰਜ਼ਾ ਚੁੱਕਦੇ ਹੋ
ਉਹ ਕਰਜ਼ਾ ਪੂੰਜੀਗਤ ਖਰਚ ਦੇ ਰੂਪ ਵਿੱਚ ਹੋਵੇ, ਜੀ। ਕੋਈ ਨਵੀਂ ਐਸੈਟ ਕ੍ਰੀਏਟ ਕਰਨ ਲਈ ਹੋਵੇ, ਕੋਈ ਨਵੀਂ ਚੀਜ਼ ਬਣਾਉਣ ਲਈ ਹੋਵੇ, ਜਿੱਥੋਂ ਕੱਲ ਨੂੰ ਸੂਬੇ ਨੂੰ ਆਮਦਨ ਆਵੇ। ਠੀਕ ਹੈ, ਤੋ ਬਿਲਕੁਲ ਇਹ ਚੀਜ਼ ਹੋਣੀ ਚਾਹੀਦੀ, ਸਰਕਾਰ ਕਰ ਸਕਦੀ ਸੀ, ਠੀਕ ਹੈ ਹੋ ਸਕਦਾ ਸੀਗਾ, ਜੀ। ਇਹ ਕੋਈ ਅਸੰਭਵ ਚੀਜ਼ ਨਹੀਂ ਹੈਗੀ। ਹੁਣ ਅੱਗੇ ਪੋਸਟਪੋਨ ਕਰਦਿਆਂ ਕਰਦਿਆਂ ਉਹ ਜਿਹੜੀ ਆਰਥਿਕ ਸਮੱਸਿਆ ਸੀ ਉਹ ਸਮਾਜਿਕ ਸਮੱਸਿਆ 'ਚ ਤਬਦੀਲ ਹੋ ਗਈ। ਜੀ, ਨੌਜਵਾਨ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਜਾਮ ਲਾ ਰਿਹਾ, ਧਰਨੇ ਲਾ ਰਿਹਾ, ਸਾਰਾ ਕੁਝ ਹੋ ਰਿਹਾ, ਲੇਕਿਨ ਉਹਦੇ ਇਹ 25 ਸਾਲ ਦੀ ਜਿਹੜੀ ਬਜਟਰੀ ਮੈਨੇਜਮੈਂਟ ਹੈ ਜਾਂ ਜੇ ਆਰਥਿਕ ਪ੍ਰਬੰਧਨ ਜਿਹੜਾ ਇਹ ਸਮੁੱਚੀ, ਅਸੀਂ ਕਿਸੇ ਇੱਕ ਨੂੰ ਨਹੀਂ ਕਹਿੰਦੇ ਕਿਉਂਕਿ ਅੰਕੜੇ ਸਾਰੇ ਤੁਹਾਡੇ ਸਾਹਮਣੇ ਸਾਰੇ ਔਰ ਹਰੇਕ ਗਵਰਨਮੈਂਟ ਨੇ, ਹਾਲਾਂਕਿ ਇੱਕ ਵਾਰ ਸਰਕਾਰ ਰਿਪੀਟ ਹੋਈ 25 ਸਾਲਾਂ 'ਚ, ਹਰ ਵਾਰ ਤਾਂ ਨਹੀਂ ਹੋਈ। ਇਹਦਾ ਮਤਲਬ ਜੋ ਕੁਝ ਉਹ ਕਰ ਰਹੇ ਸੀਗੇ ਉਹ ਆਮ ਤੌਰ ਦੇ ਉੱਤੇ ਉਹਨਾਂ ਦੇ ਭਲੇ ਲਈ ਤਾਂ ਹੋ ਸਕਦਾ ਠੀਕ ਹੋਵੇ, ਲੇਕਿਨ ਸੂਬੇ ਦੇ ਭਲੇ ਵਾਸਤੇ ਠੀਕ ਨਹੀਂ ਸੀ। ਯਾਨੀ ਜੇ ਵੋਟਾਂ ਨੂੰ ਸਾਹਮਣੇ ਰੱਖ ਕੇ ਵਿੱਤੀ ਨੀਤੀਆਂ ਨਾ ਬਣਾਈਆਂ ਜਾਂਦੀਆਂ ਤਾਂ ਪੰਜਾਬ ਸ਼ਾਇਦ ਠੀਕ ਹੁੰਦਾ। ਬਹੁਤ ਠੀਕ ਹੁੰਦਾ। ਠੀਕ ਹੈ ਜੀ, ਇੱਕ ਆਖਰੀ ਗੱਲ ਜੀ, ਡਾਕਟਰ ਸਾਹਿਬ ਆਮ ਲੋਕਾਂ ਨੂੰ ਲੱਗੂਗਾ ਕਿ ਭਾਈ ਘਾਟਾ ਵਧਿਆ ਘਟਿਆ, ਅੰਕੜੇ ਅੱਗੇ ਪਿੱਛੇ ਸਾਨੂੰ ਕੀ। ਆਮ ਬੰਦਾ, ਇੱਕ ਆਮ ਪਰਿਵਾਰ ਹੈ, ਉਹਦੇ ਵਿੱਚ 2 ਬਜ਼ੁਰਗ ਨੇ, 2 ਜਵਾਨ ਨੇ, 2 ਬੱਚੇ ਨੇ, ਕਿ ਇਸ ਵਧੇ ਹੋਏ ਘਾਟੇ ਦਾ, ਸੂਬੇ ਦੇ ਘਾਟੇ ਦਾ, ਵਧੇ ਹੋਏ ਕਰਜ਼ੇ ਦਾ ਬੱਚਿਆਂ ਦੀ ਸਰਕਾਰੀ ਐਜੂਕੇਸ਼ਨ ਤੇ ਅਸਰ ਪੈਂਦਾ? ਹਾਂ ਨਾ ਕਰ ਦਿਓ। ਬਿਲਕੁਲ ਪੈਂਦਾ ਜੀ, ਤੁਹਾਡੇ ਲਈ ਸਾਧਨ ਨਹੀਂ ਹੈ। ਜੀ। ਪਹਿਲਾਂ ਤਾਂ ਤੁਸੀਂ ਵਿਆਜ ਤੁਹਾਡੇ ਸਿਰ ਤੇ ਆ ਉਹ ਖੜਾ ਮੋੜੋਗੇ ਨਾ ਜੀ, ਉਹ ਤਾਂ ਤੁਹਾਨੂੰ ਦੇਣਾ ਪੈਣਾ। ਸੂਬਾ ਮੋੜਦਾ ਤੇ ਅਸੀਂ ਵੀ ਮੋੜਦੇ ਹਾਂ। ਅਸੀਂ ਮੋੜਦੇ ਹਾਂ ਜੀ, ਤਾਂ ਸਾਡੀਆਂ ਮਾਲੀ ਸਾਧਨਾਂ ਚੋਂ ਜਾਣਾ। ਜੇ ਇਹ ਘਾਟਾ ਘੱਟ ਹੁੰਦਾ ਹਸਪਤਾਲਾਂ 'ਚ ਡਾਕਟਰ ਹੁੰਦੇ ਸ਼ਾਇਦ। ਬਿਲਕੁਲ ਜੀ, ਕਿਉਂ ਨਹੀਂ ਹੁੰਦੇ ਜੀ। ਜੇ ਇਹ ਘਾਟਾ ਘੱਟ ਹੁੰਦਾ ਸ਼ਾਇਦ ਸਟੇਡੀਅਮ ਤੇ ਕੋਚ ਹੁੰਦੇ। ਬਿਲਕੁਲ, ਹਰ ਜਗ੍ਹਾ ਦੇ ਉੱਤੇ ਹੁੰਦੇ ਜੀ। ਕਿਉਂਕਿ ਦੇਖੋ, ਜੇ ਇਹ ਸਮੱਸਿਆਵਾਂ ਅੱਜ ਤੋਂ 20-25 ਸਾਲ ਪਹਿਲਾਂ ਨਹੀਂ ਸੀ ਹੈਗੀਆਂ, ਜਾਂ ਤੁਸੀਂ ਉਦੋਂ ਤੋਂ ਗਿਣ ਕੇ ਚੱਲ ਲਓ ਕਿ 97 ਤੋਂ ਪਿਛਲੇ ਸਮੇਂ ਤੋਂ ਉੱਥੋਂ ਲੈ ਕੇ ਜੇ ਸੀ ਤਾਂ ਥੋੜੀਆਂ ਸੀਗੀਆਂ। ਹੁਣ ਤੁਸੀਂ ਹਰ ਜਗ੍ਹਾ ਦੇ ਉੱਤੇ ਦੇਖ ਰਹੇ ਹੋ ਕਿ ਬੇਰੁਜ਼ਗਾਰ ਲਾਈਨਮੈਨ ਹੈ ਜੀ, ਇਹ ਕੌਣ ਹੈ ਜੀ, ਇਹ ਬੇਰੁਜ਼ਗਾਰ PTI ਅਧਿਆਪਕ ਹੈ ਜੀ, ਇਹ ਕੌਣ ਹੈ ਜੀ, ਇਹ ਫਲਾਣੇ ਅਧਿਆਪਕ ਹੈ ਜੀ। ਤੋ ਕਾਰਨ ਕੀ ਹੈ? ਉਹ ਸਾਰੇ ਦੇ ਸਾਰੇ, ਕਈਆਂ ਦੀ ਤਾਂ ਸਿਲੈਕਸ਼ਨਾਂ ਵੀ ਹੋਈਆਂ ਲੇਕਿਨ ਉਹਨਾਂ ਨੂੰ ਅਪਾਇੰਟਮੈਂਟ ਨਹੀਂ ਦਿੱਤੇ। ਤੁਸੀਂ ਇਹ ਤਾਂ ਸਕੂਲਾਂ ਨੂੰ ਛੱਡੋ ਜੀ, ਪੰਜਾਬ ਦੇ ਸਰਕਾਰੀ ਕਾਲਜਾਂ ਜਿਨ੍ਹਾਂ 'ਚ ਮੈਂ ਕੰਮ ਕਰਕੇ ਆਇਆ, ਉੱਥੇ ਤਾਂ ਬਹੁਤ ਹੀ ਜ਼ਿਆਦਾ ਜਿਹੜੀ ਪਿਟੀਏਬਲ ਸਿਚੁਏਸ਼ਨ ਹੈ, ਕਿਉਂਕਿ 2000 ਤੋਂ ਬਾਅਦ ਕੋਈ ਭਰਤੀ ਨਹੀਂ ਹੋਈ। ਠੀਕ ਹੈ, ਇਸੇ ਕਰਕੇ ਕਿ ਪੈਸੇ ਹੈ ਨਹੀਂ ਦੇਣੇ। ਬਿਲਕੁਲ ਜ਼ਿਆਦਾ, ਹਾਲਾਂਕਿ ਕੋਰਟ ਕਿਹਾ ਜੀ, ਕੋਰਟ ਉਹ ਬਾਅਦ 'ਚ ਗੱਲਾਂ ਸਾਫ਼ ਹੋ ਗਈਆਂ ਕਿ ਕਿਸੇ ਨੇ ਨਹੀਂ ਸੀ ਕਿਹਾ, ਕਾਰਨ ਇਹੀ ਸੀਗਾ। ਕਾਰਨ ਇਹੀ ਸੀ। ਡਾਕਟਰ ਸਾਹਿਬ ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਤੇ ਮੈਂ ਪ੍ਰਾਈਮ ਏਸ਼ੀਆ ਦੇ ਪਰਿਵਾਰ ਦੇ ਮੈਂਬਰਾਂ ਤੋਂ ਅਗਲੇ ਪ੍ਰੋਗਰਾਮ ਦੀ ਜਿਹੜੀ ਗਰੰਟੀ ਲੈਣੀ ਆ, ਜੇ ਉਹ ਦੇਣਗੇ ਗਰੰਟੀ ਤੁਹਾਨੂੰ ਸੱਦਾਂਗੇ, ਨਹੀਂ ਤਾਂ ਅਸੀਂ ਚਾਹ ਪਿਲਾਉਂਦੇ ਹੀ ਨਹੀਂ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸ਼ੁਕਰੀਆ। ਸੋ ਡਾਕਟਰ ਬਿਕਰਮ ਸਿੰਘ ਵਿਰਕ ਸਾਹਿਬ ਅੱਜ ਜੁੜੇ ਸੀ। ਬਹੁਤ ਪੇਚੀਦਾ ਮਸਲਾ ਹੈ। ਜਦੋਂ ਆਪਾਂ ਕਹਿੰਦੇ ਨਾ ਵਿਦੇਸ਼ 'ਚ ਬੈਠੇ, ਪੰਜਾਬ 'ਚ ਬੈਠੇ ਪੰਜਾਬ ਬਚਾਉਣਾ ਹੈ, ਪੰਜਾਬ ਬਚਾਉਣਾ ਤੇ ਪੰਜਾਬ ਸੂਬੇ ਦੇ ਖਜ਼ਾਨੇ 'ਚ ਪੈਸੇ ਚਾਹੀਦੇ। ਆਪਾਂ ਬੜੀ ਵਾਰੀ ਕਹਿੰਦੇ ਰਹੇ ਜੀ, ਐ ਝੋਲਾ ਝਾੜ ਲਈਏ, ਖਜ਼ਾਨੇ 'ਚ ਪੈਸੇ ਨਹੀਂ, ਖਜ਼ਾਨਾ ਖਾਲੀ ਜੀ, ਖਜ਼ਾਨਾ ਦਫ਼ਤਰ ਨੂੰ ਫੋਨ ਕਰਤਾ ਗਿਆ ਜੀ, ਖਜ਼ਾਨੇ 'ਚੋਂ ਪੈਸੇ ਰਿਲੀਜ਼ ਨਹੀਂ ਕਰਨੇ ਜੀ। ਲੋਕ ਕਹਿੰਦੇ ਆ ਜੀ ਸੜਕ ਬਣਾ ਦਿਓ, ਉਹ ਕਹਿੰਦੇ ਜੀ ਸਾਨੂੰ 4 ਕਿਲੋਮੀਟਰ ਹੀ ਬਣਾ ਸਕਦੇ, ਅਸੀਂ 20 ਬਣਾ ਸਕਦੇ ਹਲਕੇ 'ਚ, ਕਿਉਂਕਿ ਪੈਸੇ ਨਹੀਂ। ਕੰਟਰੈਕਟ ਤੇ ਰੱਖਦੇ ਆ, ਆਊਟਸੋਰਸ ਕਰਦੇ ਆ, ਕਿਉਂਕਿ ਪੈਸੇ ਨਹੀਂ। ਅਸੀਂ ਕਹਿੰਦੇ ਆ ਜੀ ਸਰਕਾਰੀ ਸਕੂਲਾਂ ਦੇ ਵਿੱਚ 5 ਜਮਾਤਾਂ ਨੂੰ ਪੜ੍ਹਾਉਣ ਲਈ 5 ਅਧਿਆਪਕ ਹੋਣ, ਉਹ ਕਹਿੰਦੇ ਜੀ 1 ਲੈ ਲਓ, 4 ਹੋਰ ਭਰਤੀ ਕਰਨ ਦੇ ਲਈ ਪੈਸੇ ਨਹੀਂ। ਅਸੀਂ ਕਹਿੰਦੇ ਜੀ ਪਹਿਲੇ 3 ਸਾਲ ਥੋੜ੍ਹੀ ਤਨਖਾਹ ਤੇ ਕੰਮ ਕਰ ਲਓ। ਇੱਕ MBBS ਡਾਕਟਰਾਂ ਹੀ 16-16 ਹਜ਼ਾਰ ਮਹੀਨੇ ਤੇ ਰੱਖਿਆ, ਕਿਉਂ ਕੰਮ ਕਰੇ ਵੀ ਉਹ? ਕਿਉਂਕਿ ਸਾਡੇ ਕੋਲੇ ਪੈਸੇ ਨਹੀਂ। ਪੈਸੇ ਕਿਉਂ ਨਹੀਂ? ਕਿਉਂਕਿ ਘੱਟ ਹੈ। ਘਾਟਾ ਕਿਉਂ ਹੈ? ਕਿਉਂਕਿ ਆਮਦਨ ਘੱਟ ਹੈ, ਖਰਚ ਵੱਧ ਹੈ। ਉਹ ਆਮਦਨ ਤੇ ਖਰਚ ਕਿਉਂ ਵੱਧ ਘੱਟ ਹੈ? ਸਾਰਾ ਅਸਰ ਸਾਡੇ ਤੁਹਾਡੇ ਤੇ ਹੁੰਦਾ ਹੈ। ਪ੍ਰੋਗਰਾਮ 1 ਵਾਰੀ ਨਹੀਂ, 2 ਵਾਰੀ ਨਹੀਂ, 3 ਵਾਰੀ ਨਹੀਂ, 4-5 ਵਾਰੀ ਦੇਖਿਓ ਕਿ ਭਾਈ ਵੋਟਾਂ ਨੇੜੇ ਜਾ ਕੇ ਜਿਹੜੀਆਂ ਸਾਨੂੰ ਵੰਡੀਆਂ ਜਾਂਦੀਆਂ ਨਾ ਖੈਰਾਤਾਂ, ਆ ਵੀ ਮੁਫਤ ਜੀ, ਆ ਵੀ ਜੀ ਸਬਸਿਡੀ ਲੋੜਵੰਦ ਨੂੰ ਮਿਲੇ, ਅਸੀਂ ਹੱਕ 'ਚ। ਹਰ ਇੱਕ ਨੂੰ ਜਿਹੜਾ ਛੱਟਾ ਦਿੱਤਾ ਜਾਂਦਾ, ਸਾਰੇ ਹੀ ਦੋਸ਼ੀ ਨੇ ਉਹਦੇ ਵਿੱਚ। ਉਹਦਾ ਨੁਕਸਾਨ ਆਖਰਕਾਰ ਲੋਕਾਂ ਨੂੰ ਹੁੰਦਾ। ਤੇ ਦੂਸਰੀ ਗੱਲ, ਕਰਜ਼ ਲਈਏ ਚੰਗੇ ਕੰਮ ਲਈ, ਆਮਦਨ ਵਧਾਉਣ ਲਈ, ਕਾਰੋਬਾਰ ਖੋਲ੍ਹਣ ਦੇ ਲਈ ਚੰਗਾ ਲੱਗਦਾ ਹੈ, ਪਰ ਸਾਡੀਆਂ ਸਰਕਾਰਾਂ ਨੇ ਕਰਜ਼ ਕਾਹਦੇ ਲਈ ਲਿਆ? ਜੇ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਪਤਾ ਲਾਉਣਾ ਚਾਹੁੰਦੇ ਹੋ ਤੇ ਆਪਾਂ ਡਾਕਟਰ ਵਿਰਕ ਸਾਹਿਬ ਨੂੰ ਫੇਰ ਸੱਦ ਲਾਂਗੇ। ਜੇ ਚਾਹੁੰਦੇ ਹੋ ਤਾਂ ਕਿ ਭਾਈ ਸਾਡਾ ਕਰਜ਼ਾ ਕਿੱਥੇ ਖਰਚਿਆ ਗਿਆ, ਤਨਖਾਹਾਂ ਤੇ, ਪੈਨਸ਼ਨਾਂ ਤੇ, ਛੱਟੇ ਦੇਣ ਨੂੰ, ਕਿ ਸੂਬੇ ਨੂੰ ਪੈਰਾਂ ਸਿਰ ਲਿਆਉਣ ਨੂੰ, ਸੂਬੇ 'ਚ ਇਨਕਮ ਜਨਰੇਟ ਕਰਨ ਨੂੰ, ਉਹਦੇ ਵਿੱਚ ਰੁਜ਼ਗਾਰ ਪੈਦਾ ਕਰਨ ਨੂੰ, ਕਾਹਦੇ ਲਈ? ਜੇ ਤਾਂ ਉਹ ਪਤਾ ਕਰਨਾ ਚਾਹੁੰਦੇ ਆ, ਆਪਾਂ ਸਰਕਾਰ ਦਰ ਸਰਕਾਰ, ਸਾਲ ਦਰ ਸਰਕਾਰ ਜਿਹੜਾ ਉਹ ਵੀ ਪਤਾ ਕਰ ਲਾਂਗੇ। ਮਿਹਨਤ ਵਾਲਾ ਕੰਮ ਹੈ। ਤੁਸੀਂ ਟਿੱਪਣੀਆਂ ਕਰ ਦਿਓ, ਅਸੀਂ ਤਿਆਰ ਰਹਾਂਗੇ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।